ਆਪਾਂ ਉਹ ਸਹਿਸਕ੍ਰਿਤੀ ਸ਼ਲੋਕ ਲੈ ਰਹੇ ਹਾਂ ਜੀ ਪੰਜਵੀਂ ਪਾਤਸ਼ਾਹੀ ਦੇ। ਇਹ 1354 ਅੰਗ ਤੇ ਹੈਗੇ। 6 ਲੈ ਲਏ ਸੀ ਆਪਾਂ, 7ਵਾਂ ਲੈਣਾ ਹੈ। ਉਹਦੇ 'ਚ ਮਹਾਰਾਜ ਨੇ ਦੱਸਿਆ ਸੀ ਕਿ ਵੀ ਜਿਹਦਾ ਕੋਈ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਜਿਹਦੀ ਵੀ ਰਕਸ਼ਾ ਕਰਦਾ ਹੈ, ਉਹਨੂੰ ਜਿਹੜੇ ਹੈਗੇ ਆ ਉਹਦਾ ਬਾਲ ਬਿੰਗਾ ਵੀ ਕੋਈ ਨਹੀਂ ਕਰ ਸਕਦਾ। ਭਾਵੇਂ ਜਿੰਨਾ ਮਰਜੀ ਸ਼ਿਸ਼ਤ ਲਗਾ ਕੇ ਜਿਹੜਾ ਹੈਗਾ ਕੋਈ ਜਿਹੜਾ ਨਿਸ਼ਾਨਾ ਮਾਰੇ, ਤੇ ਜਿਹਦੀ ਰਕਸ਼ਾ ਮਾਲਕ ਪਰਮਾਤਮਾ ਕਰ ਰਿਹਾ ਹੈ ਉਹਦਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ। ਉਸ ਮਾਲਕ ਦੀ ਆਪਾਂ ਭਗਤੀ ਕਰਨੀ ਆ, ਉਹਦੀ ਸ਼ਰਨ ਦੇ ਵਿੱਚ ਜਾਣਾ ਹੈ ਆਪਾਂ ਨੇ। ਤੇ ਹੁਣ ਮਹਾਰਾਜ ਜਿਹੜੇ ਹੈਗੇ ਦੱਸ ਰਹੇ ਪਾਏ, ਜੇ ਕੋਈ ਬਹੁਤ ਹੀ ਜ਼ਿਆਦਾ ਜਿਹੜਾ ਬਲਵਾਨ ਹੋਏ, ਬਹੁਤ ਯਤਨ ਕਰਤਾ, ਬਲਵੰਤਕਾਰੀ, ਬੜਾ ਬਲਵਾਨ ਆ ਭਾਈ। ਬਲਵੰਤਕਾਰੀ ਮਤਲਬ ਬੜਾ ਸੂਰਮਾ ਹੈਗਾ ਔਰ ਬੜੇ ਸਾਰਾ ਕੁਛ ਕਰ ਸਕਦਾ ਹੈ। ਉਹ ਪੂਰੇ ਤਰੀਕੇ ਦੇ ਨਾਲ ਆਪਣੇ ਆਪ ਦੀ ਆਪਣੀ ਸੰਭਾਲ ਕਰ ਸਕਦਾ ਹੈ, ਆਪਣੇ ਸਰੀਰ ਦੀ ਸੰਭਾਲ ਕਰ ਸਕਦਾ ਹੈ ਹਰ ਤਰੀਕੇ ਦੇ ਨਾਲ। ਹਰ ਫੈਸਿਲਿਟੀ, ਹਰ ਡਾਕਟਰ, ਹਰ ਉਹਨੂੰ ਖੁਰਾਕ, ਸਭ ਕੁਛ ਅਵੇਲੇਬਲ ਹੈਗਾ। ਬਹੁਤ ਯਤਨ ਕਰਤਾ, ਬਲਵੰਤਕਾਰੀ, ਸੇਵੰਤ, ਸੂਰਾ, ਚਤੁਰ ਦਿਸੈ। ਸੇਵੰਤ ਮਤਲਬ ਉਹਦੀ ਸੇਵਾ ਕਰਦੇ ਆ ਸੂਰਮੇ, ਚਾਰੋਂ ਪਾਸੇ ਉਹਦੇ ਸੂਰਮੇ ਹੈਗੇ ਆ, ਉਹਦੀ ਰਕਸ਼ਾ ਕਰਦੇ ਆ, ਉਹਦੀ ਸੇਵਾ ਕਰਨ ਦੇ ਵਾਸਤੇ। ਇੰਨਾ ਤਾਕਤਵਰ ਕੋਈ ਹੈ ਸਿਕੰਦਰ ਵਰਗਾ ਇਨਸਾਨ। ਬਿਖਮ ਥਾਨ ਬਸੰਤ, ਊਚੈ ਨਹਿ ਸਿਮਰੰਤ। ਬਿਖਮ ਥਾਨ ਬਸੰਤ ਊਚੈ, ਦੇਖੋ ਉੱਚਾ ਉਧਰ ਲਾਤਾ ਤੇ ਅਰਥ ਜਿਹੜੇ ਹੈਗੇ ਗੁੰਮ ਹੋ ਗਏ। ਬਿਖਮ ਥਾਨ ਬਸੰਤ ਊਚੈ, ਕਹਿੰਦੇ ਐਸੇ ਔਖੀ ਜਗ੍ਹਾ ਤੇ, ਕਿਲੇ ਦੇ ਵਿੱਚ ਉੱਚੀ ਜਗ੍ਹਾ ਤੇ ਰਹਿੰਦਾ ਹੋਏ, ਕੋਈ ਉੱਥੇ ਕੋਈ ਕੀੜੀ ਵੀ ਨਾ ਉਹਦੇ ਨੇੜੇ ਫਰਕ ਸਕੇ। ਨਹਿ ਸਿਮਰੰਤ ਮਰਣੰ ਕਦਾਂਚੈ, ਕਹਿੰਦੇ ਮੌਤ ਕਦੀ ਵੀ ਉਹਨੂੰ ਚੇਤੇ ਨਹੀਂ ਹੈ, ਕਦੀ ਮੌਤ ਦੇ ਬਾਰੇ ਸੋਚਦਾ ਹੀ ਨਹੀਂ ਹੈਗਾ। ਨਹਿ ਸਿਮਰੰਤ, ਸਿਮਰੰਤ ਮਤਲਬ ਸੋਚਣਾ, ਸਿਮਰਨ ਕਰਨਾ। ਮੌਤ ਦਾ ਕਦੀ ਸਿਮਰਨ ਹੀ ਨਹੀਂ ਕਰਦਾ, ਸੋਚਦਾ ਹੀ ਨਹੀਂ ਹੈ ਮੌਤ ਦਾ, ਧਿਆਨ ਹੀ ਨਹੀਂ, ਚੇਤਾ ਹੀ ਨਹੀਂ ਆਉਂਦਾ ਉਹਨੂੰ ਮੌਤ ਦਾ। ਕਦਾਂਚੈ, ਕਦੀ ਵੀ। ਨਹਿ ਸਿਮਰੰਤ ਮਰਣੰ ਕਦਾਂਚੈ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਕਹਿੰਦੇ ਜੇ ਉਸ ਮਾਲਕ ਪਰਮਾਤਮਾ ਦੀ ਆਗਿਆ ਹੋ ਜਾਏ ਤੇ ਇੱਕ ਨਿੱਕੀ ਜੀ ਕੀੜੀ ਜਿਹੜੀ ਹੈਗੀ ਆ ਉਹਦੀ ਜਾਨ ਲੈ ਲੈਂਦੀ ਹੈ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਸਾਹ ਖਿੱਚ ਲੈਂਦੀ ਹੈ ਉਹਦੀ ਇੱਕ ਕੀੜੀ, ਉਹਦੀ ਪ੍ਰਾਣ ਸ਼ਕਤੀ ਖਤਮ ਹੋ ਜਾਂਦੀ ਹੈ ਇੱਕ ਕੀੜੀ ਦੇ ਨਾਲ, ਜੇ ਮਾਲਕ ਪਰਮਾਤਮਾ ਦੀ ਆਗਿਆ ਹੋਏ। ਇਸ ਕਰਕੇ ਜਿਸ ਮਾਲਕ ਪਰਮਾਤਮਾ ਦੀ ਆਪਾਂ ਜਿਹੜੇ ਹੈਗੇ ਸਿਮਰਨ ਕਰ ਰਹੇ ਹਾਂ ਭਾਈ, ਉਹ ਅਬਨਾਸੀ ਹੈਗਾ। ਔਰ ਜਿਹੜੇ ਸੰਤ ਹੈਗੇ ਉਹ ਵੀ ਅਬਨਾਸੀ ਹੋ ਜਾਣਗੇ। ਇਹ ਸਰੀਰ ਦੇ ਬਾਅਦ ਜਿਹੜੇ ਹੈਗੇ, ਜਿਹੜਾ ਧਿਆਨ ਸਿਮਰਨ ਕਰਦੇ ਆ, ਉਹ ਜੂਨਾਂ ਦੇ ਵਿੱਚ ਨਹੀਂ ਜਾਣਗੇ, ਉਹ ਵੀ ਮਾਲਕ ਪਰਮਾਤਮਾ ਵਾਂਗੂ, ਉਹਦੇ ਵਾਂਗੂ ਅਬਨਾਸੀ ਹੋ ਜਾਣਗੇ। ਸਾਧਨਾ ਕਰਨ ਵਾਲੇ ਤੇ ਮਾਲਕ ਪਰਮਾਤਮਾ ਇਹੀ ਅਬਨਾਸੀ ਰਹਿੰਦੇ ਆ। ਬਾਕੀ ਸਾਰੀ ਦੀ ਸਾਰੇ ਜਿਹੜੇ ਆ ਜੂਨਾਂ ਦੇ ਵਿੱਚ ਜਿਹੜੇ ਹੈਗੇ, ਇਹ ਗਤੀ ਦੇ ਵਿੱਚ, ਇਹ ਸ੍ਰਿਸ਼ਟੀ ਦੇ ਸਾਈਕਲ ਚੱਕਰ ਪਹੀਏ ਦੇ ਵਿੱਚ ਘੁੰਮਦੇ ਰਹਿੰਦੇ। ਮਿਰਗੀ, ਸੌਰੀ ਇਹ ਆਪਾਂ ਸੀਗੇ, ਹਾਂ ਇਹ ਦੋ ਇੱਕ ਦੇ ਵਿੱਚ ਹੈਗੇ। ਬਹੁਤ ਯਤਨ ਕਰਤਾ, ਬਲਵੰਤਕਾਰੀ, ਸੇਵੰਤ ਸੂਰਾ, ਚਤੁਰ ਦਿਸੈ। ਕਹਿੰਦੇ ਇੰਨਾ ਜਿਹੜਾ ਹੈਗਾ ਤਾਕਤਵਰ ਇਨਸਾਨ ਹੋਏ, ਪੂਰੇ ਫੈਸਿਲਿਟੀਆਂ ਹੈ ਉਹਦੇ ਕੋਲ, ਬਹੁਤ ਯਤਨ ਕਰਤਾ, ਬਹੁਤ ਬਥੇਰੇ ਯਤਨ ਆ ਉਹਦੇ ਕੋਲ, ਕਰ ਸਕਦਾ ਹੈ। ਬਲਵੰਤਕਾਰੀ, ਪੂਰਾ ਤਾਕਤਵਰ ਹੈਗਾ। ਸੇਵੰਤ,
ਸੂਰਾ ਚਤੁਰ ਦਿਸੈ। ਉਹਦੀ ਸੇਵਾ ਕਰਨ ਵਾਸਤੇ ਚਾਰੋਂ ਪਾਸੇ ਸੂਰਮੇ ਹੈਗੇ, ਰਕਸ਼ਾ ਕਰਨ ਵਾਸਤੇ, ਸੇਵਾ ਕਰਨ ਵਾਸਤੇ। ਬਿਖਮ ਥਾਨ ਬਸੰਤ ਉੱਚੈ ਨਹਿ ਸਿਮਰੰਤ ਮਰਣੰ ਕਦਾਂਛੈ। ਇੰਨੇ ਕਹਿੰਦੇ ਔਖੇ ਬਿਖਮ ਥਾਨ ਤੇ ਵਸਦਾ ਹੈ, ਉੱਚੇ ਜਗ੍ਹਾ ਤੇ ਪਰ ਸਿਮਰਨ ਹੈ ਨਹੀਂਗਾ, ਮੌਤ ਨੂੰ ਯਾਦ ਹੀ ਨਹੀਂ ਰੱਖਦਾ, ਮੌਤ ਦਾ ਸਿਮਰਨ, ਮੌਤ ਨੂੰ ਸਮਰਨ ਹੀ ਨਹੀਂ ਹੈ, ਮੌਤ ਚਿੱਤ ਚੇਤੇ 'ਚ ਵੀ ਨਹੀਂ ਹੈ, ਕਦਾਂਚੈ ਕਦੀ ਵੀ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਮਾਲਕ ਦੀ ਆਗਿਆ ਹੋਏ ਤੇ ਕੀੜੀ ਜਿਹੜੀ ਹੈਗੀ ਉਹਦੇ ਸਾਹ ਖਿੱਚ ਲੈਂਦੀ ਹੈ। ਹਾਂਜੀ ਗੁਰੂ ਜੀ। ਨਿੱਜੀ ਸਾਹਿਬ ਇਹ ਤੁਕ ਬੋਲੇ ਦੁਬਾਰਾ। ਹਾਂ, ਬਹੁਤ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸੈ। ਤਿੰਨ ਗੱਲਾਂ ਕਹੀਆਂ ਇਹਦੇ ਚ। ਪਹਿਲਾਂ ਤਾਂ ਇਹ ਵੀ ਉਹ ਇਨਸਾਨ ਜਿਹੜਾ ਹੈਗਾ ਬਹੁਤ ਬੜੇ ਸਾਧਨ ਆ ਉਹਦੇ ਕੋਲ, ਬੜੀ ਫੈਸਿਲਿਟੀ ਆ ਉਹਦੇ ਕੋਲ ਆਪਣੀ ਰਕਸ਼ਾ ਕਰਨ ਦੀ, ਆਪਣੇ ਆਪ ਨੂੰ ਜਿਹੜਾ ਹੈਗਾ ਮੇਨਟੇਨ ਕਰਨ ਦੀ। ਬਿਮਾਰੀਆਂ ਦੇ ਨਾਲ ਡਾਕਟਰ ਹੈਗੇ, ਸਾਰੀ ਖਾਣੇ ਖੁਰਾਕ ਚੰਗੀ ਹੈ, ਸਾਰਾ ਕੁਛ ਭਾਵੇਂ ਜੋ ਮਰਜ਼ੀ ਜਿਸ ਤਰ੍ਹਾਂ ਦਾ ਮਰਜ਼ੀ ਆ, ਪੂਰੀ ਤਾਕਤ ਆ ਉਹਦੇ ਕੋਲ। ਬਲਵੰਤਕਾਰੀ ਕਹਿੰਦੇ ਆ, ਬੜਾ ਤਾਕਤਵਰ ਇਨਸਾਨ ਹੈਗਾ, ਜਿਸ ਤਰ੍ਹਾਂ ਸਿਕੰਦਰ ਸੀਗਾ। ਸੇਵੰਤ ਸੂਰਾ ਚਤੁਰ ਦਿਸੈ, ਉਹਦੀ ਸੇਵਾ ਕਰਨ ਵਾਸਤੇ ਚਾਰੋਂ ਪਾਸੇ ਸੂਰਮੇ ਹੈਗੇ। ਹਾਂਜੀ ਵੀਰ ਜੀ। ਇਹ ਕਿੰਨੇ ਅੰਗ ਤੇ ਹੈਗਾ ਵਾ? ਇਹ ਕੱਲ ਵਾਲਾ ਨਹੀਂ ਹੈਗਾ ਹਰੀ ਦੇ ਥੱਲੇ? ਕੱਲ ਵਾਲਾ ਹੀ ਹੈ ਜੀ। ਇਹ 1354 ਅੰਗ ਦੇ ਉੱਤੇ ਹੈ, 7ਵਾਂ ਨੰਬਰ ਹੈਗਾ। ਦੇਖੋ ਇਹਦੇ ਸ਼ਲੋਕਾਂ ਦੇ ਉੱਤੇ ਨੰਬਰ ਪਾਏ, ਆਪਾਂ 7ਵਾਂ ਸ਼ਲੋਕ ਲੈ ਰਹੇ ਹਾਂ। ਹਾਂ, ਬਹੁਤ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸੈ। ਹਾਂਜੀ ਹਾਂਜੀ ਬਿਲਕੁਲ। ਅੱਛਾ, ਇਹ ਦੁਬਾਰਾ ਨੀਚੇ ਸਾਹਿਬ ਫੇਰ ਬੋਲ ਦਿਓ ਇੱਕ। ਬਹੁਤ ਯਤਨ ਕਰਤਾ ਬਲਵੰਤਕਾਰੀ, ਕਹਿੰਦੇ ਇੰਨੇ ਯਤਨ ਕਰਨ ਵਾਲਾ ਹੋਏ ਇਨਸਾਨ ਕੋਲ, ਇੰਨੇ ਸਾਰੀਆਂ ਫੈਸਿਲਿਟੀਆਂ ਹੋਣ, ਉਹਦੇ ਕੋਲ ਸਾਰੇ ਸਾਧਨ ਹੋਣ, ਸਾਰਾ ਕੁਝ ਜਿਹੜਾ ਹੈਗਾ, ਤੇ ਤਾਕਤ ਵਾਲਾ ਵੀ ਹੋਏ, ਪੂਰੀ ਤਾਕਤ ਵਾਲਾ ਹੋਏ, ਔਰ ਚਾਰੋਂ ਪਾਸੇ ਜਿਹੜੇ ਹੈਗੇ ਉਹਦੇ ਸੂਰਮੇ ਜਿਹੜੇ ਉਹਦੀ ਰਕਸ਼ਾ ਦੇ ਵਾਸਤੇ ਹੋਣ ਔਰ ਉਹਦੀ ਸੇਵਾ ਦੇ ਵਾਸਤੇ ਹੋਣ। ਬਿਖਮ ਥਾਨ ਬਸੰਤ ਬਸਦਾ ਹੋਏ, ਕਹਿੰਦੇ ਰਹਿੰਦਾ ਹੋਏ, ਬੜੀ ਔਖੀ ਜਗ੍ਹਾ ਤੇ ਰਹਿੰਦਾ ਹੈ, ਉੱਚੀ ਜਗ੍ਹਾ ਤੇ। ਬਿਖਮ ਥਾਨ ਬਸੰਤ ਉੱਚਾ ਹੈ, ਕਹਿੰਦੇ ਕਿਲੇ ਦੇ ਵਿੱਚ ਜਾਂ ਐਸੀ ਜਗ੍ਹਾ ਰਹਿੰਦਾ ਹੋਏ, ਇੰਨੀ ਜਿਹਦੀ ਉਹਦੀ ਸਿਕਿਉਰਿਟੀ ਹੋਏ, ਜਿਵੇਂ ਜਿਹੜੀ ਹੈਗੀ ਇਹਨਾਂ ਦੀ ਮੋਦੀ ਦੀ ਤੇ ਫਲਾਣੇ ਦੀ ਤੇ ਢਿਮਕੇ ਦੀ ਸਿਕਿਉਰਿਟੀ ਹੁੰਦੀ ਹੈ। ਨਹਿ ਸਿਮਰੰਤ ਮਰਣੰ ਕਦਾਂਛੈ, ਕਹਿੰਦੇ ਪਰ ਮੌਤ ਜਿਹੜੀ ਕਦੀ ਵੀ, ਮੌਤ ਨੂੰ ਕਦੀ ਚੇਤੇ ਹੀ ਨਾ ਕਰਦਾ ਹੋਏ, ਇੰਨੀ ਤਾਕਤ ਹੋਏ ਔਰ ਇਸ ਤਰ੍ਹਾਂ ਦਾ ਹੋਏ, ਮੌਤ ਕਦੀ ਚੇਤੇ ਵੀ ਨਹੀਂ ਹੈ। ਪਰ ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਉਹ ਭਗਵਾਨ ਦੀ, ਪਰਮਾਤਮਾ ਦੀ, ਪੁਰਖ ਦੀ ਆਗਿਆ ਹੋਣ ਦੇ ਨਾਲ ਕਹਿੰਦੇ ਇਹੋ ਜਿਹੇ ਦੇ ਵੀ ਇੱਕ ਨਿੱਕੀ ਜਿਹੀ ਕੀੜੀ ਜਿਹੜੀ ਹੈਗੀ ਉਹਦੀ ਸਾਹ ਖਿੱਚ ਲੈਂਦੀ ਹੈ। ਹਾਂਜੀ ਵੀ ਆਬਾ ਠੀਕ ਹੈ। ਸਾਧ ਸੰਗਤ ਜੀ, ਅਸਲ ਚ ਤੇ ਕਿਹਾ ਹੈ ਕਿ ਭੌਤਿਕ ਪਦਾਰਥਾਂ ਦੇ ਵਿੱਚ ਜਦੋਂ ਬੰਦਾ ਭਾਵੇਂ ਜਿੰਨਾ ਮਰਜੀ ਇੱਧਰ ਉੱਧਰ ਭੱਜ ਲੇ, ਤੇ ਉਹ ਅਸਲ ਦੇ ਵਿੱਚ ਜੇਕਰ ਉਸਨੇ ਜੀਵਨ ਦੇ ਵਿੱਚ ਆਪਣੇ ਅੰਤਰਾਕਰਨ ਦੇ ਵੱਲ ਗਤੀ ਨਹੀਂ ਕੀਤੀ, ਇਹ ਨਹੀਂ ਜਾਣਿਆ ਕਿ ਮੇਰਾ ਜੀਵਨ ਦਾ ਪਰਪਸ ਕੀ ਹੈ, ਮੈਂ ਮਤਲਬ ਧਰਤੀ ਤੇ ਆਇਆ ਹੈ, ਮੈਂ ਕੀ ਪ੍ਰਾਪਤ ਕੀਤਾ ਹੈ, ਔਰ ਜੇਕਰ ਉਹਨੇ ਇਹ ਚੀਜ਼ਾਂ ਬਾਰੇ ਸੋਚਿਆ ਹੀ ਨਹੀਂ ਔਰ ਆਪਣੇ ਹੀ ਪਦਾਰਥਾਂ ਦੇ ਵਿੱਚ ਹੀ ਜੀਵਨ ਬਤੀਤ ਕਰ ਲਿਆ, ਕਿ ਕਹਿੰਦੇ ਉਹਦੀ ਕੋਈ ਵੈਲਿਊ ਕੋਈ ਜ਼ਿਆਦਾ ਨਹੀਂ ਹੈਗੀ, ਉਹ ਬਹੁਤ ਮਾਮੂਲੀ ਜਿਹਾ ਜੀਵਨ ਬਤੀਤ ਕੀਤਾ, ਸਮਝ ਲਓ ਉਹਨੇ ਕੀੜੀਆਂ ਦੇ ਵਾਂਗੂ। ਕਿਉਂਕਿ ਕੋਈ ਇੰਨਾ ਸੁੱਖ ਹੋ ਗਿਆ ਵਾ, ਫਿਰ ਵੀ ਉਹਦੇ ਬਾਵਜੂਦ ਵੀ ਉਹ ਵੇਖ ਲਓ ਆਪਣੀ, ਹੁਣ ਤੁਸੀਂ ਵੇਖੋ ਲਾਗੇ ਬੰਨੇ ਤੁਹਾਨੂੰ ਬਹੁਤ ਸਾਰੇ ਬੰਦੇ ਏਦਾਂ ਮਿਲਣਗੇ, ਤੇ ਉਸ ਲਈ ਬਾਣੀ ਕਹਿੰਦੀ ਆ ਮਾਇਆਧਾਰੀ ਅੱਧ ਅੰਨਾ ਬੁਲਾ। ਔਰ ਉਹ ਇੱਕ ਐਸੀ ਮਾਇਆ ਵਾ, ਜਿਵੇਂ ਜਿਵੇਂ ਮਾਇਆ ਵਧੀ ਜਾਂਦੀ ਬੰਦੇ ਦੀ, ਤੇ ਬੰਦਾ ਅੰਨਾ ਵੀ ਤਾਂ ਹੋ ਜਾਂਦਾ ਤੇ ਬੁਲਾ ਵੀ ਹੋ ਜਾਂਦਾ। ਉਹਨੂੰ ਨੀ ਵਿਚਾਰੇ ਨੂੰ ਦਿਖਦਾ, ਉਹਨੂੰ ਉਹ ਦਿਖਦਾ ਹੀ ਨਹੀਂ। ਉਹ ਕਹਿੰਦੇ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਕਹਿੰਦੇ ਸ਼ਬਦ ਨਹੀਂ ਸੁਣ ਸਕਦਾ ਉਹ, ਬਸ ਬਾਕੀ ਮਾਇਆ ਦਾ ਜਿੰਨਾ ਰੋਲ ਕਚੋਲਾ ਹੈਗਾ ਉਹਦੀ ਵਜ੍ਹਾ ਨਾਲ ਸ਼ਬਦ ਨਹੀਂ ਸੁਣੂਗਾ। ਹਾਂ, ਉਹਦੀ ਜ਼ਿੰਦਗੀ ਚ ਮੈਨੇਜਰ ਸਾਹਿਬ ਉਹਨੂੰ ਕੁਛ ਵੀ ਨਹੀਂ ਦਿਖਣਾ ਵਿਚਾਰੇ ਨੂੰ। ਉਹਨੇ ਗੱਡੀ ਨਹੀਂ ਜ਼ਿਆਦਾ ਭਜਾ ਲਈ ਆ, ਔਰ ਬਾਅਦ ਦੇ ਵਿੱਚ
ਉਹ ਇੰਨੀ ਜ਼ਿਆਦਾ ਸਪੀਡ ਹੋ ਜਾਂਦੀ ਗੱਡੀ ਦੀ, ਬਾਅਦ ਚ ਦਾ ਕੰਟਰੋਲ ਹੀ ਨਹੀਂ ਰਹਿ ਜਾਂਦਾ ਕਿ ਜੀਵਨ ਕੀ ਹੈ ਔਰ ਮੈਂ ਇੱਥੇ ਕੀ ਕਰਦਾ ਫਿਰਦਾ। ਔਰ ਇਹਦੀਆਂ ਚੀਜ਼ਾਂ ਵਾ, ਛੋਟੇ ਬੱਚੇ ਵੇਖ ਲਈ ਆਪਾਂ, ਹੁਣ ਛੋਟੇ ਬੱਚਿਆਂ ਕੋ ਖਿਡੌਣੇ ਹੁੰਦੇ ਆ, ਔਰ ਵੇਖ ਲਓ ਨਿੱਜੇ ਸਬਰ ਕੋ ਕਿੰਨੇ ਖਿਡੌਣੇ ਹੁੰਦੇ ਆ, ਤੇ ਫਿਰ ਵੀ ਹੋਰ ਮੰਗੀ ਜਾਂਦਾ। ਇਹ ਨਹੀਂ ਬੰਦੇ ਦਾ ਵੀ ਸੁਭਾਅ ਨਾਲ ਜੈਸੇ ਬੱਚੇ ਵਾਲਾ ਹਿਸਾਬ ਹੈ। ਛੋਟਾ ਬੱਚਾ ਵੇਖ ਲਓ ਕਿੰਨੀ ਉਹ ਖਿਡੌਣੇ ਨੂੰ ਸਾਰਾ ਕਮਰਾ ਭਰਿਆ ਹੋਵੇ, ਉਹਨੇ ਹੋਰ ਮੰਗੀ ਜਾਣੇ, ਪਰ ਇਹ ਨਹੀਂ ਸੋਚਦਾ ਕਿ ਮੇਰੇ ਤੋਂ ਆਲਰੇਡੀ ਹੈਗੇ ਆ ਬਥੇਰੇ। ਬਿਲਕੁਲ ਜੀ। ਪਰ ਵੇਖ ਲਓ ਨਿੱਜੇ ਸਾਹਿਬ ਬੰਦੇ ਦਾ ਵੀ ਸੁਭਾਅ ਇਹੋ ਹੀ ਆ, ਬੰਦਾ ਮਹਿਸੂਸ ਨਹੀਂ ਕਰਦਾ ਕਿ ਜੀ ਮੈਂ ਮਤਲਬ ਮੰਨ ਲਾ ਤੂੰ ਕਿੰਨੀ ਵੀ ਕਮਾਈ ਕਰ ਲੇਗਾ, ਤੇਰੀ ਜ਼ਿੰਦਗੀ ਇਹ ਕਿੱਥੇ ਲੈ ਕੇ ਜਾਣੀ ਹੈ ਸਾਰਾ ਕੁਝ। ਔਰ ਇਹ ਨਿੱਜੇ ਸਾਹਿਬ ਬੰਦੇ ਦੀ ਇੱਕ ਬੰਦੇ ਦੀ ਮੈਂ ਸੋਚਦਾ ਕਿ ਬੰਦੇ ਲਈ ਬੜੀ ਮਾੜੀ ਚੀਜ਼ ਹੈ ਕਿ ਬੰਦਾ ਕਿਤੇ ਜ਼ਿੰਦਗੀ 'ਚ ਚਿੰਤਨ ਹੀ ਨਹੀਂ ਕਰਦਾ ਕਿ ਤੂੰ ਠੀਕ ਹੈ, ਜ਼ਰੂਰਤ ਹੈ, ਮੈਂ ਨਹੀਂ ਕਹਿੰਦਾ ਕਮਾਈ ਕਰਨੀ ਮਾੜੀ ਚੀਜ਼ ਨਹੀਂ ਆ, ਪਰ ਤੂੰ ਕੀ ਪੈਸੇ ਹੀ ਕਮਾਉਣ ਵਾਸਤੇ ਜਨਮ ਹੋਇਆ ਤੇਰਾ? ਮਤਲਬ ਇਕੱਲਾ ਪੈਸਾ ਹੀ ਤੇਰੀ ਜ਼ਿੰਦਗੀ ਦਾ ਮਕਸਦ ਹੈ? ਕਿਤੇ ਤੇਰੀ ਜ਼ਿੰਦਗੀ 'ਚ ਮਕਸਦ ਨਹੀਂ ਹੈਗਾ ਕਿ ਮੈਂ ਮਤਲਬ ਮੈਂ ਅੰਦਰੋਂ ਕਿੰਨਾ ਅਸ਼ਾਂਤ ਹੋ ਗਿਆ, ਮੈਂ ਕਿੰਨਾ ਦੁਖੀ ਹਾਂ, ਮੈਂ ਕਿੰਨਾ ਪਰੇਸ਼ਾਨ ਹੈ ਅੰਦਰੋਂ। ਔਰ ਜੇ ਤੈਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਔਰ ਤੂੰ ਪਰੇਸ਼ਾਨ ਆ ਔਰ ਤੂੰ ਏਦਾਂ ਝੋਲਾ ਮਚੋਲਾ ਕਰਕੇ ਬੈਠਾ ਹੁੰਦੇ। ਜਿਹੜਾ ਸਾਹਿਬ ਇੱਕ ਮੈਂ ਇੱਕ ਵੈਸੇ ਆਊਟ ਆਫ ਸਬਜੈਕਟ ਹੀ ਆ, ਗੱਲ ਤੇ ਨਾਲ ਹੀ ਜੁੜਦੀ ਆ, ਕੋਈ ਵੱਖਰੀ ਗੱਲ ਨਹੀਂ। ਸਾਧ ਸੰਗਤ ਜੀ ਇੱਕ ਚੀਜ਼ ਕਹਿੰਦੇ ਆ ਕਿ ਗ੍ਰੰਥਾਂ ਦੇ ਵਿੱਚ ਲਿਖਿਆ ਵਾ, ਕਹਿੰਦੇ ਕਿ ਜੇਕਰ ਤੂੰ ਸੁਖੀ ਨਹੀਂ ਹੈਗਾ ਨਾ ਤੇ 1 ਮਿੰਟ ਨਜ਼ਰ ਮਾਰ ਆਪਣੇ ਜੀਵਨ ਤੇ ਇਹਦਾ ਕਾਰਨ ਇਹ ਆ ਕਿ ਤੂੰ ਪਤਾ ਕੀ ਨਜ਼ਰ ਸਾਹਿਬ ਕੀਤਾ ਹੈ ਬੰਦੇ ਨੇ, ਜੇ ਬੰਦਾ ਸੁਖੀ ਨਹੀਂ ਹੈ, ਪੈਸੇ ਵੀ ਹੈਗੇ, ਇਹਦਾ ਮਤਲਬ ਪੱਤਰ ਇਹ ਹੋ ਗਿਆ ਕਿ ਇਹਨੇ ਨਾ ਬੰਦੇ ਨੇ ਨਾ, ਇਹ ਬੰਦੇ ਆਪਣਾ ਅਹਿਸਾਨ ਫਰਾਮੋਸ਼ ਬੰਦਾ ਹੈ। ਇਹ ਬੰਦੇ ਨੇ ਕੀ ਕੀਤਾ ਕਿ ਇਹਨੇ ਸਾਰਾ ਕ੍ਰੀਏਟ, ਜਦੋਂ ਕਈ ਬੰਦੇ ਨਹੀਂ ਹੁੰਦੇ ਵੇਖੋ, ਕੋਈ ਵੀ ਜਿੱਦਾਂ ਟੀਮ ਲੀਡਰ ਹੁੰਦਾ ਹੈ, ਲੀਡਰ ਤਾਂ ਸੋਚਦਾ ਕਿ ਮੈਂ ਉਹ ਕੱਲਾ ਕਹਿੰਦਾ ਮੈਂ ਕੀਤਾ, ਪਰ ਅਸਲ ਕੱਲਾ ਬੰਦਾ ਕੋਈ ਇਹ ਕੰਮ ਦਾ ਨਹੀਂ ਦਿੰਦਾ ਜਿਸ ਸਾਹਿਬ, ਉਹਦੇ ਪਿੱਛੇ ਉਹਨੂੰ ਚੁੱਕਣ ਵਾਸਤੇ ਬੜਿਆਂ ਬੰਦਿਆਂ ਦੀ ਸਪੋਰਟ ਲੱਗੀ ਹੁੰਦੀ ਹੈ। ਬਿਲਕੁਲ ਇਹੋ ਹੀ ਹਿਸਾਬ, ਇਸੇ ਹਿਸਾਬ ਬੰਦੇ ਉਹ ਜਦੋਂ ਥੋੜਾ ਜਿਹਾ ਫਾਰਮ 'ਚ ਆ ਜਾਂਦਾ ਹੈ, ਤਰੱਕੀ ਪ੍ਰਾਪਤ ਕਰ ਲੈਂਦਾ, ਬਾਅਦ ਦੇ ਵਿੱਚ ਜਿਹੜੇ ਉਹਦੇ ਲਾਲੇ ਦੁਆਲੇ ਹੁੰਦੇ ਉਹਨਾਂ ਨੂੰ ਛੱਡ ਕੇ ਅੱਗੇ ਲੰਘ ਜਾਂਦਾ, ਟੇਕ ਓਵਰ ਕਰ ਜਾਂਦਾ। ਚਲੋ ਮੈਂ ਨਹੀਂ ਕਹਿੰਦਾ ਕਿ ਤਰੱਕੀ ਕਰਨੀ ਮਾੜੀ ਚੀਜ਼ ਆ, ਪਰ ਕੁਦਰਤ ਉੱਥੇ ਨਾਰਾਜ਼ ਹੁੰਦੀ ਹੈ ਨੇ ਜੈਸਾ। ਕਿਉਂ ਹੁੰਦੀ ਨਾਰਾਜ਼? ਉਹਦਾ ਕਾਰਨ ਹੁੰਦਾ ਕਿ ਤੈਨੂੰ ਕਿਤੇ ਮਹਿਸੂਸ ਨਹੀਂ ਹੁੰਦਾ ਕਿ ਤੂੰ ਇੰਨੀ ਜਿਹੜੀ ਤਰੱਕੀ ਪ੍ਰਾਪਤ ਕੀਤੀ ਹੈ, ਇਹਦੇ ਪਿੱਛੇ ਕਿੰਨੇ ਬੰਦਿਆਂ ਨੇ ਤੈਨੂੰ ਸਪੋਰਟ ਕੀਤਾ। ਚਾਹੇ ਤੈਨੂੰ ਕਿਸੇ ਨੇ ਰੋਟੀ ਵੀ ਖਵਾਈ ਹੈ ਨਜਰ ਸਾਹਿਬ ਇੱਕ ਦਿਨ, ਜਾਂ ਤੈਨੂੰ ਕਿਸੇ ਨੇ ਵੀ ਤੇਰੀ ਇਸ ਡਾਇਰੈਕਸ਼ਨ ਦੇ ਵੱਲ ਤੈਨੂੰ ਆਉਣ ਦੇ ਲਈ ਭਾਵੇਂ ਤੇਰੀ 100 ਰੁਪਏ ਦੀ ਮਦਦ ਕੀਤੀ ਹੋਵੇ। ਤੂੰ ਇਹ ਦੇਖ ਅੱਜ ਜਿਹੜੇ ਮੁਕਾਮ ਤੇ ਬੈਠਾ ਆ ਔਰ ਤੂੰ ਦੁਖੀ ਕਿਉਂ ਆ? ਕਿਉਂਕਿ ਤੂੰ ਸਾਰਾ ਕ੍ਰੀਏਟ ਨਜਰ ਸਾਹਿਬ ਇਹਨੇ ਐਪਰੀਸ਼ੀਏਸ਼ਨ ਆਪ ਲੈ ਲਈ ਹੈ ਬੰਦੇ ਨੇ। ਬਿਲਕੁਲ। ਇਹ ਬੰਦਾ ਕੀ ਕਰਦਾ ਹੈ? ਏਦਾਂ ਕਰਦਾ ਹੈ, ਅਹਿਸਾਨ ਫਰਾਮੋਸ਼ ਹੈ। ਇਸ ਲਈ ਬਾਣੀ ਦੇ ਵਿੱਚ ਇਹ ਬੜੀ ਸਖਤੀ ਦੇ ਨਾਲ ਬਾਣੀ ਲਿਖੀ ਹੋਈ ਆ ਕਿ ਜਹਾਂ ਮਾਤ ਪਿਤਾ ਨਾ ਸੁੱਤ ਬਿੰਤਾ, ਮਤਲਬ ਇੱਥੇ ਤੇਰਾ ਕੋਈ ਬਣਨਾ ਨਹੀਂ ਹੈ। ਮਤਲਬ ਨਾ ਤੇਰਾ ਮਾਂ ਪਿਓ, ਨਾ ਤੇਰੇ ਬੱਚੇ ਆ, ਨਾ ਤੇਰੀ ਘਰ ਦੀ, ਨਾ ਤੇਰਾ ਘਰ ਦਾ। ਕਿਉਂ ਕਿਹਾ ਗਿਆ? ਕਿ ਮਤਲਬ ਬੰਦਾ ਜਿਹੜਾ ਹੁੰਦਾ ਵਾ, ਉਹ ਬੰਦਾ ਜਿਵੇਂ ਜਿਵੇਂ ਰਾਈਜ਼ ਕਰਦਾ ਨੇ, ਜੈਸਾ ਪੈਸਾ ਆਉਂਦਾ ਨਾ, ਬੰਦਾ ਉਹਦੇ ਪੈਰ ਹੀ ਨਹੀਂ ਲੱਗਦੇ ਧਰਤੀ ਤੇ। ਉਹ ਮਤਲਬ ਉਹ ਸਾਰਾ ਭੁੱਲ ਜਾਂਦਾ ਹੈ ਕਿ ਹੁਣ ਮੈਨੂੰ ਕਿੰਨੇ ਲੋਕਾਂ ਨੇ ਸਪੋਰਟ ਕੀਤੀ ਹੈ, ਕਿ ਇਹ ਮੈਂ ਐਡੇ ਮਕਾਮ 'ਚ ਆਇਆ ਵਾਂ, ਮੈਨੂੰ ਕਿੰਨੇ ਲੋਕਾਂ ਨੇ ਸਪੋਰਟ ਕੀਤੀ ਆ, ਫਿਰ ਮੈਂ ਹੌਲੀ ਹੌਲੀ ਚੜ੍ਹਦਾ ਇੱਥੇ ਪਹੁੰਚਿਆ। ਤੇ ਜੇਕਰ ਉਹ ਬੰਦਾ ਨਿੱਜਰ ਸਾਹਿਬ ਆਪਣੀ ਸਪੋਰਟ ਨੂੰ ਛੱਡ ਦਿੰਦਾ ਹੈ, ਭੁੱਲ ਜਾਂਦਾ ਹੈ, ਚਾਹੇ ਮਾਂ ਨੇ ਹੀ ਪੜ੍ਹਾਇਆ, ਚਾਹੇ ਪਿਓ ਨੇ ਪੜ੍ਹਾਇਆ, ਅਸਕਰ ਪੜ੍ਹਾਇਆ, ਤੇ ਏਡਾ ਵੱਡਾ ਹੋਇਆ ਨਿੱਜਰ ਸਾਹਿਬ ਬੰਦਾ ਕਿੱਥੋਂ ਆ ਗਿਆ ਧਰਤੀ 'ਚ? ਬਿਲਕੁਲ। ਗਿਆਨ ਕਿੱਥੋਂ ਆਇਆ? ਸ਼ਕਤੀ ਕਿੱਥੋਂ ਆਈ ਨਿੱਜਰ ਸਾਹਿਬ? ਸਟਾਰਟਿੰਗ ਕਿੱਥੋਂ ਹੋਈ ਹੈ? ਪਰ ਬੰਦਾ ਹੈ ਆਸਾਨ ਫਰਾਮੋਸ਼ ਹੈ। ਇਹ ਦੇਖ ਲਓ, ਇਹ ਸਭ ਤੋਂ ਪਹਿਲਾਂ ਪਤਾ ਕਿਹਨੂੰ ਰਿਜੈਕਟ ਕਰਦਾ? ਆਪਣੇ ਮਾਂ ਪਿਓ ਨੂੰ ਰਿਜੈਕਟ ਕਰਦਾ। ਇੱਕ ਜਸਟ ਇਹ ਨੋਟਿਸ ਕਰਿਓ, ਮੈਂ ਸਰ ਯੂਨੀਵਰਸਲ ਗੱਲ ਕਰਦਾ, ਕੋਈ ਇੱਕ ਬੰਦੇ ਦੀ ਇੰਡੀਵਿਜੂਅਲ ਗੱਲ ਨਹੀਂ ਕਰਦਾ, ਮੈਂ ਟਾਰਗੇਟ ਕਰਦਾ। ਮੈਂ ਜਸਟ ਸਾਰੀ ਦੁਨੀਆ ਦਾ ਚਿੰਤਨ ਕਰਕੇ ਵੇਖਣਾ ਕਿ ਬੰਦਾ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਨੂੰ ਰਿਜੈਕਟ ਕਰਦਾ। ਔਰ ਉਹ ਕਿਉਂ ਕਰਦਾ ਵਾ? ਇਹਦੇ ਬਾਰੇ ਇਹੋ ਹੀ ਹੋਆ ਕਿ ਉਹ ਐਪਰੀਸ਼ੀਏਟ ਨਹੀਂ ਕਰਦਾ ਕਿ ਮੈਂ ਮਤਲਬ ਜੇ ਇੱਥੇ ਪਹੁੰਚਿਆ ਤੇ ਇਹਦੇ ਪਿੱਛੇ ਉਹ 2 ਬੰਦਿਆਂ ਦਾ ਬਹੁਤ ਹੱਥ ਹੈ ਨਿੱਜਰ ਸਾਹਿਬ ਵਿੱਚ।
ਬਿਲਕੁਲ ਸਹੀ ਗੱਲ ਹੈ ਵੀਰ ਜੀ। ਜਿਹੜੇ ਇਟ ਇਜ਼ ਵੈਰੀ ਬਿਗ ਪਲੇ। ਹਾਂ ਮੈਂ ਕਹਿ ਰਿਹਾ ਸੀਗਾ ਕਿ ਉਹ ਤਾਂ ਮਾਂ ਪਿਓ ਛੱਡੋ, ਉਹ ਤਾਂ ਪਰਮਾਤਮਾ ਨੂੰ ਤਾਂ ਫਿਰ ਦੂਰ ਦੀ ਗੱਲ ਹੋ ਗਈ ਨਾ। ਪਰਮਾਤਮਾ ਦਾ ਅਹਿਸਾਨ ਮੰਨਣਾ, ਤਾਂ ਹੀ ਫਿਰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਉਹ ਦੇਣਦਾਰ ਹੋ ਜਾਂਦੇ ਉਹਦੇ ਧਰਮਰਾਜ ਦੇ ਦੇਣਦਾਰ। ਨਿੱਜਰ ਸਾਹਿਬ ਪਰਮਾਤਮਾ ਵੀ ਤੇ ਕਿਸੇ ਦੇ ਰੂਪ, ਪਰਮਾਤਮਾ ਦੇ ਨਿੱਜਰ ਸਾਹਿਬ ਕਿਸੇ ਦੇ ਰੂਪ ਚ ਤੇ ਆਇਆ ਨਾ। ਨਿੱਜਰ ਸਾਹਿਬ ਪਰਮਾਤਮਾ ਵੀ ਤੇ ਕਿਸੇ ਦੇ ਰੂਪ ਚ ਹੀ ਆਇਆ ਨਾ। ਬੰਦਾ ਦੁਖੀ ਕਿਉਂ ਆ? ਬਿਲਕੁਲ ਸਹੀ ਗੱਲ ਹੈ। ਬਿਲਕੁਲ ਕ੍ਰੀਏਟ ਸਾਰਾ ਲੈਣਾ ਚਾਹੁੰਦਾ ਜਿਹੜਾ ਕਿ ਹਾਂ ਮੈਂ ਕੀਤਾ। ਔਰ ਅੱਜ ਮੈਂ ਨਿੱਜਰ ਸਾਹਿਬ ਨਾਲ ਦੋ ਗੱਲਾਂ ਕਰਦਾ। ਮੈਂ ਨਾ ਛੋਟਾ ਹੁੰਦਾ ਨਾ, ਜਦੋਂ ਮੈਨੂੰ ਅਜੇ ਤੱਕ ਉਹ ਗੱਲਾਂ ਯਾਦ ਆ। ਮੈਨੂੰ ਬੁਖਾਰ ਚੜ ਗਿਆ। ਡੈਡੀ ਮੇਰਾ ਹੱਥੋਂ ਵੈਸੇ ਸਖਤੀ ਥੋੜਾ ਸੁਭਾਅ ਦਾ, ਤੇ ਪਰ ਅੰਦਰੋਂ ਉਹ ਇਨਸਾਨ ਨੂੰ ਮੈਂ ਉਦੋਂ ਜਾਣਿਆ। ਰਾਤ ਉਹ ਮੇਰੇ ਲਾਗੇ ਬੈਠਾ ਰਿਹਾ ਸਾਰੀ ਰਾਤ, ਔਰ ਮੈਨੂੰ ਬੁਖਾਰ ਚੜਿਆ ਸੀ। ਔਰ ਉਹ ਗੱਲਾਂ ਬੜੀਆਂ ਡਿਜ਼ਰਵ ਕਰਦੀਆਂ ਨੇ। ਔਰ ਬੰਦਾ ਇਹੋ ਹੀ ਨਕਮਾ ਵਾ, ਬੰਦਾ ਭੁੱਲ ਜਾਂਦਾ। ਮੰਮੀ ਨਾਲ ਵੀ ਗੱਲ ਕੀਤੀ ਸੀ ਇੱਕ ਵਾਰੀ ਨਾ, ਮੈਂ ਛੋਟਾ ਹੁੰਦਾ ਸਾਂ ਤੇ ਮੈਂ ਮਤਲਬ ਨਾਨਕੇ ਗਿਆ। ਸਾਈਕਲ ਦਾ ਮਗਰ ਸਟੈਂਡ ਨਹੀਂ ਸੀ, ਮੇਰਾ ਪੈਰ ਵਿੱਚ ਫਸ ਗਿਆ ਸੀ ਤੇ ਉਹ ਵਿੱਚ ਚਲੋ ਮਾਮੇ ਨੇ ਤਾਰਾ ਤੂਰਾ ਤੋੜ ਕੇ ਪੈਰ ਬਾਹਰ ਕੱਢਿਆ। ਫਿਰ ਅਸੀਂ ਪਿੰਡ ਆ ਗਏ। ਉੱਥੇ ਇਲਾਜ ਤੈਨੂੰ ਪਤਾ ਤੁਰ ਕੇ ਜਾਣਾ ਹੁੰਦਾ। ਮੰਮੀ ਤੁਰ ਕੇ ਪਤਾ ਨੀ ਕਿੰਨੀ ਦੂਰ ਮੈਨੂੰ ਖੜਨਾ। ਉੱਥੇ ਜਾ ਕੇ ਮੇਰੇ ਤੈਨੂੰ ਪਤਾ ਗਿੱਟੇ ਦੀ ਸੱਟ ਤੇ ਰਮਾਨ ਹੀ ਨਹੀਂ ਆਉਂਦਾ ਛੇਤੀ। ਬਹੁਤ ਜ਼ਬਰਦਸਤ ਹੈ ਜੀ, ਬਹੁਤ ਜ਼ਬਰਦਸਤ ਹੈ। ਉਹ ਤਾਂ ਤਾਰਾਂ ਦੇ ਵਿੱਚ ਪੈਰ ਫਸ ਕੇ ਨਾ, ਮੈਨੂੰ ਪਤਾ ਹੈ ਨਾ, ਮੇਰੇ ਭਾਣਜੇ ਦਾ ਹੋ ਗਿਆ ਸੀਗਾ। ਉਹ ਤਾਂ ਹੱਡੀ ਦਿਖਣ ਲੱਗ ਗਈ ਸੀਗੀ ਉਹਦੀ। ਹਾਂ ਉਹ ਨਿੱਜਰ ਸਾਹਿਬ ਉਹ ਇੰਨਾ ਮੈਨੂੰ ਪ੍ਰੋਬਲਮ ਹੋ ਗਈ। ਫਿਰ ਮੇਰਾ ਪਤਾ ਨੀ ਕਿੰਨੇ ਵਾਰੀ ਮੰਮੀ ਵਿਚਾਰੀ ਨੇ ਤੁਰ ਕੇ ਖੜਨਾ। ਔਰ ਅੱਜ ਕੀ ਮੈਂ ਉਹ ਗੱਲਾਂ ਨੂੰ ਜੇ ਭੁੱਲਦਾ ਆ ਮੈਂ, ਉਹ ਨਿੱਜਰ ਸਾਹਿਬ ਕਿ ਮੇਰੀ ਅੱਜ ਜਿਹੜੀ ਮੈਂ ਪੋਜੀਸ਼ਨ ਤੇ ਬੈਠਾ ਵਾਂ, ਜਸਟ ਮੈਂ ਤੁਹਾਡੇ ਨਾਲ ਗੱਲ ਕਰਦਾ, ਇਸ ਪੋਜੀਸ਼ਨ ਤੇ ਪਹੁੰਚਣ ਦੇ ਲਈ ਮੈਨੂੰ ਬਹੁਤ ਲੋਕਾਂ ਨੇ ਸਪੋਰਟ ਕੀਤੀ। ਮੈਨੂੰ ਐਸੇ ਬੰਦਿਆਂ ਨੇ ਸਪੋਰਟ ਕੀਤੀ ਜਿਨ੍ਹਾਂ ਦੇ ਨਾਂ ਹੀ ਮੈਨੂੰ ਯਾਦ ਨੇ। ਮੈਂ ਉਹਨਾਂ ਬੰਦੇ ਨੂੰ ਜਾਣਦਾ ਨਹੀਂ ਨਿੱਜਰ ਸਾਹਿਬ। ਆਪ ਜਸਟ ਦੇਖੋ, ਮੈਂ ਇਹਦਾ ਕਾਰਨ ਕੀ ਮੇਰੇ ਤੇ ਹਉਮੈ ਆਉਣੀ ਨਹੀਂ ਹੈ। ਜਦੋਂ ਮੈਂ ਕਹਿਣਾ ਵਾ ਕਿ ਮੈਂ ਇੱਥੇ ਬੈਠਾ ਵਾਂ ਤੇ ਮੈਂ ਕਿਹਦੇ ਕਾਰਨ ਬੈਠਾ ਹਉਮੈ ਤੇ ਮੈਂ ਤਾਂ ਕਿ ਜੇ ਮੈਂ ਕਹੂੰਗਾ ਹਾਂ ਮੈਂ ਇਕੱਲਾ ਆ ਗਿਆ। ਨਿੱਜਰ ਸਾਹਿਬ ਹਉਮੈ ਦਾ ਕਾਰਨ ਇਹੋ ਹੀ ਆ। ਬੰਦਾ ਕੀ ਕਹਿੰਦਾ ਕਿ ਇਹ ਜਿਹੜੀ ਬੰਦਾ ਜਦੋਂ ਕਹਿੰਦਾ ਨਾ ਕਿ ਮੈਂ ਆਪੇ ਆ ਗਿਆ ਤੇ ਪਿਛਲਾ ਕਹਿੰਦਾ ਛੱਡ ਹੀ ਦਿੰਦਾ, ਤੇ ਉਦੋਂ ਤਾਂ ਹਉਮੈ ਆ ਗਈ। ਜਦੋਂ ਕਹਿੰਦਾ ਕਿ ਮੈਨੂੰ ਕੁਦਰਤ ਵੀ, ਨਿੱਜਰ ਸਾਹਿਬ ਦੇਖੋ ਕਿਸੇ ਦੇ ਦਿਲ ਚ ਕੁਦਰਤ ਵਸੀ ਤੇ ਤਾਂ ਹੀ ਤੂੰ ਕਿਸੇ ਦੀ ਮਦਦ ਕਰਦਾ ਨਾ ਕੋਈ। ਬਿਲਕੁਲ ਆਪਾਂ ਬੰਦੇ ਨੂੰ ਰਿਜੈਕਟ ਨਹੀਂ ਕਰਦੇ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਕਹਾਣੀ ਸੁਣਾਉਣਾ। ਇਹ 2007 ਦੀ ਗੱਲ ਹੈ। ਚਲੋ ਉਹਦਾ ਮੇਰੀ ਲਾਈਫ ਪਹਿਲਾਂ ਮੇਰੀ ਲਾਈਫ ਕੋਈ ਛੋਟੀ ਜਿਹੀ ਆਮ ਲਾਈਫ ਸੀ। ਬਹੁਤੀ ਤਨਖਾਹ ਨਹੀਂ ਸੀ ਮੇਰੀ। ਉਹ 25-30 ਰੁਪਏ ਤਨਖਾਹ ਸੀ ਮੇਰੀ। ਤੇ ਮੈਂ ਇੱਥੇ ਜਾਮਨਗਰ ਗਿਆ। ਉੱਥੇ ਮੈਨੂੰ ਦੋ ਬੰਦੇ ਮਿਲੇ, ਪਰਮਜੀਤ ਮਿਲਿਆ ਤੇ ਇੱਕ ਨਾਗਰਾਜ ਮਿਲਿਆ। ਨਾਗਰਾਜ ਚਲੋ ਮੈਨੂੰ ਨਹੀਂ ਪਤਾ ਸੀ ਉਹ ਬੰਦਿਆਂ ਕੋ ਮੇਰਾ ਕੀ ਲੈਣਾ ਦੇਣਾ ਸੀ। ਚਲੋ ਉਹਨਾਂ ਦੀ ਮੈਂ ਮਦਦ ਕੀਤੀ। ਇੱਥੇ ਮੇਰਾ ਸੁਪਰਡੈਂਟ ਮੇਰਾ ਵਾਕਫ ਸੀ। ਉਹ ਮੈਨੂੰ ਬਹੁਤ ਲਾਈਕ ਕਰਦਾ ਸੀ। ਬਾਸਲ ਫਲਸਤੀਨੀ ਸੀ ਉਹ ਸੁਪਰਡੈਂਟ। ਤੇ ਚਲੋ ਮੈਂ ਨਿੱਜਰ ਸਾਹਿਬ ਆਪਣੀਆਂ ਮਸ਼ੀਨਾਂ ਦੇ ਦਿੱਤੀਆਂ, ਕਰੇਨ ਦੇ ਨਾਲ ਜਾ ਕੇ ਉਹਨਾਂ ਦੀ ਹੈਲਪ ਕਰਾਈ, ਕੰਮ ਕਰਾਤਾ। ਵਾਵਾ ਵੱਡਾ ਕੰਮ ਹੀ ਉਹਨਾਂ ਦਾ। ਪਰ ਮੈਨੂੰ ਚਲੋ ਮੈਂ ਤੇ ਦੋਸਤੀ ਕਰਕੇ ਕਰਾਤਾ। ਚਲ ਪੰਜਾਬੀ ਹੈ ਤੇ ਦੂਜਾ ਉਹ ਜਾਣ ਤੋਂ ਪਹਿਲਾਂ ਨਿੱਜਰ ਸਾਹਿਬ ਪਤਾ ਮੈਨੂੰ ਕੀ ਦੇ ਕੇ ਗਏ ਉਹ ਬੰਦਾ ਨਾਗਰਾਜ? ਹਾਂਜੀ ਮੈਨੂੰ ਇੱਕ ਈਮੇਲ ਆਈਡੀ ਦੇ ਕੇ ਗਿਆ ਬਸ। ਇੱਕ ਈਮੇਲ ਆਈਡੀ, ਇੱਕ ਸਿੰਗਾਪੁਰ ਦੀ ਕੰਪਨੀ ਦੀ। ਜਸਟ ਦੇਖੋ ਆਪ ਕੁਦਰਤ ਕਿੱਥੋਂ ਸਵਿੰਗ ਕਰਦੀ ਹੈ ਬੰਦੇ ਨੂੰ। ਉਹ ਈਮੇਲ ਆਈਡੀ ਮੇਰੀ ਨੀਅਤ ਸਾਫ ਸੀ। ਸ਼ੁਰੂ ਤੋਂ ਮੇਰੇ ਪਤਾ ਨਹੀਂ ਮੇਰੇ ਬਚਪਨ ਚ ਸੀ ਕਿ ਮੈਂ ਕਿਉਂਕਿ ਮੈਨੂੰ ਲੋਕਾਂ ਨੇ ਬਹੁਤ ਹੈਲਪ ਕੀਤੀ। ਮੇਰੀ ਵੀ ਕੋਸ਼ਿਸ਼ ਹੁੰਦੀ ਕਿ ਜਿਹੜਾ ਵੀ ਮੇਰੇ ਕੋਲ ਮੈਂ ਉਹਦੀ ਹੈਲਪ ਕਰਾਂ, ਕਿਉਂਕਿ ਮੈਨੂੰ ਬਹੁਤ ਲੋਕਾਂ ਨੇ ਮਦਦ ਕੀਤੀ। ਮੈਂ ਕਾਫੀ ਸਟਰਗਲ ਕੀਤਾ ਲਾਈਫ। ਉਸ ਈਮੇਲ ਆਈਡੀ ਤੇ ਮੈਂ ਆਪਣੇ ਕਾਗਜ਼ ਭੇਜੇ। ਪ੍ਰਮਾਤਮਾ ਨੇ ਵੇਖੋ ਜਦੋਂ ਕਿਸੇ ਦੇ ਦਿਲ 'ਚ ਵਸਿਆ। ਉਹ ਬੰਦਾ ਮੈਨੂੰ ਕਿੱਥੇ ਜਾਣਦਾ ਸੀ, ਕਿੱਥੋਂ ਮਿਲਿਆ, ਕਿੱਥੇ ਦੀ ਮਦਦ ਕੀਤੀ। ਉਸ ਈਮੇਲ ਆਈਡੀ ਤੇ ਮੇਰੇ ਕਾਗਜ਼ ਗਏ। ਫਿਰ ਮੈਨੂੰ ਨੌਕਰੀ ਮਿਲ ਗਈ ਨਿੱਜਰ ਸਾਹਿਬ। ਔਰ ਉਹ ਐਸੀ ਨੌਕਰੀ ਮਿਲੀ ਫਿਰ ਮੈਂ ਪਿੱਛੇ ਵੀ ਮੁੜ ਕੇ ਵੇਖਿਆ ਹੀ ਨਹੀਂ। ਬਹੁਤ ਤਰੱਕੀ ਕੀਤੀ, ਬਹੁਤ ਪੈਸੇ ਕਮਾਏ, ਮਤਲਬ ਬਹੁਤ ਜ਼ਿਆਦਾ ਪੈਸੇ ਮੈਂ ਕਮਾਏ। ਪਰ ਮੈਂ ਅੱਜ ਵੀ ਉੱਥੇ ਬਹਿ ਕੇ ਮਹਿਸੂਸ ਕਰਦਾ ਕਿ ਜੇ ਉਹ ਲੋਕ ਮੇਰੀ ਮਦਦ ਨਹੀਂ ਕਰਦੇ ਤਾਂ ਅੱਜ ਮੈਂ ਇੱਥੇ ਨਹੀਂ ਹੁੰਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਹਨਾਂ ਨੂੰ ਕਹਿ ਕੇ ਮਤਲਬ ਕਿ ਮੈਂ ਅਹਿਸਾਨ ਮੰਨਦਿਆਂ, ਪਰ ਬੰਦਾ ਏਦਾਂ ਕਰਦਾ ਨਹੀਂ ਆ। ਬੰਦਾ ਕਿਤੇ ਨਹੀਂ ਕਹਿੰਦਾ ਕਿ ਮੈਂ ਅਹਿਸਾਨ ਮੰਨਦਿਆਂ ਮਾਂ ਪਿਓ ਦਾ। ਮੈਂ ਤੇ ਜੇ ਵੀ ਕਹਿੰਦਾ ਮੇਰੀ ਮਾਂ ਜੇ ਕਿੱਥੇ ਧੁੱਪੇ ਕੋਈ ਰਾਹ ਨਹੀਂ, ਤੁਰ ਕੇ ਮੈਨੂੰ ਕਿੱਥੇ ਜਾ ਕੇ ਮੇਰਾ ਇਲਾਜ ਕਰਾਉਣਾ, ਮੇਰੇ ਗਿੱਟੇ ਤੇ ਉੱਥੇ
ਪੱਟੀ ਕਰਾਉਣੀ, ਇੰਨੀ ਦੂਰ ਪੈਦਲ ਜਾਣਾ। ਉਹ ਤੇ ਹੁਣ ਤੁਸੀਂ ਮਾੜੇ ਜਿਹੇ ਬਜ਼ੁਰਗ ਹੋ ਗਏ, ਕਿਸੇ ਦੇ ਵੇਖ ਲਓ ਘਰਾਂ ਚ ਉਹਨੇ ਕਹਿਣਾ ਪੁੱਤ ਦਵਾਈ ਲਿਆ ਦਿਓ, ਤੇ ਕਿਤੇ ਜਾਣਾ ਨਹੀਂ ਨਾਲ ਉਹਦੇ। ਬਿਲਕੁਲ ਇਹ ਫੈਕਟ ਹੈਗਾ ਨੇਜਰ ਸਾਹਿਬ। ਔਰ ਕੁਦਰਤ ਕੋਈ ਪ੍ਰਮਾਤਮਾ, ਕੋਈ ਕਹਿੰਦਾ ਪ੍ਰਮਾਤਮਾ ਤੇ ਤੋਂ ਵਕਤ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਬਿਲਕੁਲ ਸਹੀ ਗੱਲ ਹੈ। ਜਿਹੜਾ ਬੰਦਾ ਬਿਲਕੁਲ ਜਿੱਥੋਂ ਪੈਦਾ ਹੋਇਆ, ਜਦ ਰੁੱਖ ਆਪਣੀ ਜੜ੍ਹਾਂ ਨੂੰ ਹੀ ਭੁੱਲਦਾ ਵਾ, ਤੇ ਦੱਸੋ ਉਹ ਰੁੱਖ ਸੁਖੀ ਹੋ ਸਕਦਾ? ਅੱਜ ਦੁਨੀਆ ਦੁਖੀ ਪਤਾ ਕਿਉਂ ਆ? ਉਹਦਾ ਕਾਰਨ ਇਹੋ ਆ ਕਿਉਂਕਿ ਬੰਦਾ ਆਪਣੇ ਆਪ ਨੂੰ ਭੁੱਲ ਹੀ ਜਾਂਦਾ ਕਿ ਮੈਂ ਛੱਤ ਤੋਂ ਡਿੱਗਿਆ, ਮੁੜ ਕੇ ਕਹਿ ਦਿੰਦਾ ਕਿ ਅਸੀਂ ਤਾਂ ਆਪਣੇ ਪਾਲਣੇ ਆ। ਹਾਂ ਤੂੰ ਪਾਲਣੇ ਆ, ਉਹ ਤੇ ਪਾਲਣੇ ਹੀ ਪਾਲਣੇ ਆ, ਪਰ ਜਿਨ੍ਹਾਂ ਨੇ ਤੈਨੂੰ ਪਾਲਿਆ ਕਮ ਸੇ ਕਮ ਤੇਰੀ ਉਹਨਾਂ ਦੇ ਪ੍ਰਤੀ ਬੜੀ ਜ਼ਿੰਮੇਵਾਰੀ ਬਣਦੀ ਹੈ ਨੇਜਰ ਸਾਹਿਬ। ਬਿਲਕੁਲ ਸਹੀ ਗੱਲ ਹੈ ਜੀ। ਇਹ ਜਸਟ ਮੈਂ ਇਹ ਨਹੀਂ ਕਹਿੰਦਾ ਇਮੋਸ਼ਨਲ ਹੋ ਕੇ ਜਾਂ ਏਦਾਂ ਮੈਂ ਗੱਲ ਕਰਦਾ। ਸਾਧ ਸੰਗਤ ਜੀ, ਇਹ ਜੀਵਨ ਦਾ ਬਹੁਤ ਵੱਡਾ ਹਿੱਸਾ ਜੇ। ਜੇਕਰ ਆਪਾਂ ਕੋਈ ਚੀਜ਼ ਛੱਡਦੇ ਆ ਨਾ, ਸਰਵਣ ਨੇ ਆਪਣੇ ਮਾਂ ਪਿਓ ਦੀ ਵਹਿੰਗੀ ਐਵੇਂ ਨਹੀਂ ਚੁੱਕੀ ਸੀ। ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੇ ਸਾਰ ਕੱਢੇ ਰਿਸ਼ੀਆਂ ਮੁਨੀਆਂ ਨੇ, ਪੁਰਾਣੇ ਗ੍ਰੰਥਾਂ ਦੇ ਪੜ੍ਹੋ ਸਾਰੇ, ਉੱਥੇ ਦੱਸਿਆ ਹੈ ਤੁਹਾਡੇ ਮਾਂ ਪਿਓ ਦਾ ਕਰਜ਼ਾ ਵਾ ਤੁਹਾਡੇ ਤੇ। ਉਹ ਕਰਜ਼ਾ ਇੱਕ ਤੇ ਗੁਰੂ ਦਾ ਕਰਜ਼ਾ ਹੁੰਦਾ, ਇੱਕ ਆ ਜਿਹੜੇ ਪਿੱਤਰਾਂ ਦਾ ਕਰਜ਼ਾ ਹੁੰਦਾ, ਤੇ ਇੱਕ ਮਾਂ ਪਿਓ ਦਾ ਕਰਜ਼ਾ ਹੁੰਦਾ। ਤਿੰਨ ਕਰਜ਼ੇ ਜ਼ਿੰਦਗੀ 'ਚ ਰਹਿੰਦੇ ਨੇ ਸਾਹਿਬ। ਇੱਕ ਗੁਰੂ ਦਾ ਮਤਲਬ ਜਿੱਥੋਂ ਵੀ ਗਿਆਨ ਮਿਲਦਾ ਉੱਥੋਂ ਕਰਜ਼ਾ ਹੈਗਾ ਤੁਹਾਡੇ ਤੇ। ਜੇਕਰ ਕਿਸੇ ਤੋਂ ਤੁਹਾਨੂੰ ਕਿਸੇ ਨੇ ਤੁਹਾਡੀ ਮਦਦ ਕੀਤੀ, ਤੁਹਾਡੇ ਜੀਵਨ 'ਚ ਕੋਈ ਉਚਾਈ ਆਈ, ਉਹ ਗਿਆਨ ਵੀ ਕਰਜ਼ਾ ਹੈ ਨੇਜਰ ਸਾਹਿਬ। ਉਹ ਵੀ ਕਹਿੰਦੇ ਗੁਰੂਆਂ ਤਾਈਆਂ ਤੇ ਗੁਰੂਆਂ ਨੂੰ ਦਿੰਦੇ ਹੀ ਆਪਣੇ ਸ਼ਿਸ਼ ਕੀ ਦਿੰਦੇ ਹੀ ਆਪਣਾ ਥੋੜਾ ਬਹੁਤਾ। ਪਰ ਅੱਜ ਕੱਲ ਤੇ ਗਿਆਨ ਫਰੀ ਦੇ ਕੇ ਤਾਂ ਨਹੀਂ ਕੋਈ ਲੈਣ ਦਿਆ, ਪੈਸੇ ਦੇ ਤਾਂ ਕੀ ਦੇਣਾ ਕਿਸੇ ਨੇ। ਪਰ ਮੈਂ ਕਹਿੰਦਾ ਕਿ ਇਹ ਨੇਜਰ ਸਾਹਿਬ ਇਹ ਰਹਿਣ ਹੈਗਾ ਆਪਣੇ ਤੇ, ਪਰ ਜੇਕਰ ਆਪਾਂ ਇਹ ਰਿਣ ਨੂੰ ਨਹੀਂ ਤਾੜਦੇ, ਆਪਾਂ ਜੀਵਨ 'ਚ ਸੁਖੀ ਨਹੀਂ ਹੋ ਸਕਦੇ। ਇਹ ਇੱਕ ਬਹੁਤ ਵੱਡੀ, ਮੈਂ ਸੋਚਦਾ ਕਿ ਏਦਾਂ ਦੀ ਇੱਕ ਸੋਚ ਆ। ਅਸੀਂ ਪਤਾ ਨਹੀਂ ਏਦਾਂ ਦੇ ਕਿਉਂ ਹੋ ਰਹੇ ਆ, ਜਾਂ ਕਿਉਂ ਆਪਣੀਆਂ ਵੈਲਿਊਆਂ ਭੁੱਲ ਗਏ ਨੇ। ਜਦਕਿ ਇਸ ਚੀਜ਼ ਨੂੰ ਆਪਾਂ ਜੇਕਰ ਛੱਡ ਕੇ ਆਪਾਂ ਭਾਵੇਂ ਭਗਤੀ ਵੀ ਕਰਦੇ ਹਾਂ ਨੇਜਰ ਸਾਹਿਬ, ਭਗਤੀ ਵੀ ਕਿੱਥੋਂ ਪੈਦਾ ਹੋਣੀ ਜਦੋਂ ਮੈਂ ਪਹਿਲੀ ਪੌੜੀ ਤੇ ਡੰਡਾ ਹੀ ਨਹੀਂ ਪੈਰ ਤੇ ਨਹੀਂ ਰੱਖਣ ਦਿਆ। ਬਿਲਕੁਲ ਸਹੀ ਯਾਰ, ਬਿਲਕੁਲ ਸਹੀ। ਤੌਲ ਧਰਮ ਮੈਂ ਬਾਹਰ ਲੰਗਰ ਲਾਉਂਦੇ ਆ, ਤੇ ਜੇ ਮੇਰੇ ਘਰ ਦੇ ਭੁੱਖੇ, ਘਰ ਦੇ ਮੇਰੇ ਭੁੱਖੇ ਬੈਠੇ, ਤੇ ਲੰਗਰ ਕਿੱਥੇ ਮੇਰਾ ਵਰਤਾਇਆ ਕੰਮ ਆਊਗਾ। ਤੇ ਸੋ ਏਦਾਂ ਦੀ ਗੱਲਾਂ ਬਾਤਾਂ ਹੈਗੀਆਂ ਨੇ। ਸਭ ਤੋਂ ਪਹਿਲਾਂ ਤੇ ਨੇਜਰ ਸਾਹਿਬ, ਸਾਡਾ ਜਿਹੜਾ ਜੀਵਨ ਦਾ ਜਿਹੜਾ ਹੈਗਾ ਨਾ, ਜੀਵਨ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਜਿਹੜੀ ਮਹੱਤਵਪੂਰਨ ਗੱਲ ਹੈਗੀ ਉਹ ਧੰਨਵਾਦ। ਬਿਲਕੁਲ ਸਹੀ ਗੱਲ ਹੈ ਜੀ। ਜਿਹੜੇ ਬੰਦੇ ਨੇ ਧੰਨਵਾਦ ਨਹੀਂ ਕੀਤਾ, ਦੇਖੋ ਆਪਾਂ ਸ਼ੁਰੂ ਤੋਂ ਜੋ ਦੁਨੀਆ ਭਰ ਦੀਆਂ ਸ਼ਿਕਾਇਤਾਂ ਲੈ ਕੇ ਬੈਠੇ, ਪਰ ਅਸੀਂ ਕਿਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਸਾਨੂੰ ਤੰਦਰੁਸਤ ਸਰੀਰ ਦਿੱਤਾ ਉਹਨੇ, ਸਾਨੂੰ ਇੱਥੇ ਧਰਤੀ ਤੇ ਭੇਜਿਆ, ਅੱਖਾਂ ਦੇ ਰਾਹੀਂ ਇਹ ਦੁਨੀਆ ਰੰਗ ਬਿਰੰਗੀ ਵੇਖ ਰਹੇ, ਕੁਝ ਨਹੀਂ ਦਿੱਤਾ। ਕਦੇ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਕਦੇ ਸੋਚਿਆ ਕਿ ਸਾਡਾ ਫਰਜ਼ ਬਣਦਾ ਹੈ ਪ੍ਰਮਾਤਮਾ ਦਾ ਧੰਨਵਾਦ ਕਰੀਏ। ਜੋ ਵੀ ਭਾਵੇਂ ਦਿੱਤਾ ਨੇ, ਜਦੋਂ ਛੋਟਾ ਜਿਹਾ ਕਮਰਾ ਵੀ ਦਿੱਤਾ, ਭਾਵੇਂ ਕਿਰਾਏ ਤੇ ਵੀ ਮਕਾਨ ਦਿੱਤਾ, ਕਈਆਂ ਲੋਕਾਂ ਕੋਲ ਉਹ ਵੀ ਨਹੀਂ ਹੈਗਾ। ਹੁਣ ਵੇਖੋ ਕਈ ਲੋਕ, ਮੈਂ ਤਾਮਿਲਨਾਡੂ ਸਾਈਡ ਦੇ ਨੇਜਰ ਸਾਹਿਬ ਵੇਖੇ, ਛੱਤ ਵੀ ਨਹੀਂ ਹੈਗੀ, ਝਾਲਿਆਂ 'ਚ ਸੌਂਦੇ ਨੇ ਲੋਕੀ। ਤੇ ਜਦੋਂ ਮੀਂਹ ਪੈਂਦਾ ਤੇ ਨੇਜਰ ਸਾਹਿਬ ਛੱਤ ਥਾਣੀ ਉਹ ਵੀ ਤੇ ਜੀ ਨਹੀਂ ਦੇ। ਹਾਂਜੀ ਹਾਂਜੀ, ਆਪਾਂ ਕੋਈ ਸਪੈਸ਼ਲ ਥੋੜੀ ਹੈਗੇ ਆ ਕਿ VIP ਟ੍ਰੀਟਮੈਂਟ ਮਿਲ ਰਹੀ ਹੈ। ਜੇਕਰ ਸਾਡੇ ਕੋਈ ਨੇਜਰ ਸਾਹਿਬ ਕੋਈ ਸੋ ਗਿਆ, ਚੰਗਾ ਕੱਪੜਾ ਪਾਉਣ ਨੂੰ ਮਿਲ ਰਿਹਾ, ਚੰਗੀ ਜਗ੍ਹਾ ਤੇ ਆਪਾਂ ਬੈਠੇ ਆ, ਤੇ ਮੇਰੇ ਹਿਸਾਬ ਨਾਲ ਸਾਡਾ ਫਰਜ਼ ਬਣਦਾ ਹੈ ਧੰਨਵਾਦ ਕਰਨਾ ਕੁਦਰਤ ਦਾ। ਜਿੰਨਾ ਚਿਰ ਤੱਕ ਧੰਨਵਾਦ ਨਹੀਂ ਕਰਦੇ ਨੇਜਰ ਸਾਹਿਬ, ਉਹਨਾਂ ਚਿਰ ਤੱਕ ਸਾਡੇ ਜੀਵਨ 'ਚ ਭਗਤੀ ਨਹੀਂ ਆ ਸਕਦੀ। ਹਾਂਜੀ, ਅੱਗੇ ਚੱਲੀਏ। ਨੇਜਰ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਆ ਗਿਆ ਜੀ। 1 ਸੈਕਿੰਡ, ਮੈਨੂੰ ਨਾ ਥੋੜਾ ਬੁਲਾਉਣ ਆ ਗਏ ਸੀ। 1 ਸੈਕਿੰਡ ਮੈਂ ਆਇਆ ਗੁਰਕੀ ਸਾਹਿਬ ਪਲੀਜ਼। ਹਾਂਜੀ, ਉਹ ਬੱਚੇ ਬੁਲਾਉਣ ਆ ਗਏ ਸੀ ਵਿੱਚੋਂ। ਗੁਰਕੀ ਸਾਹਿਬ, ਅੱਛਾ ਚਲੋ ਠੀਕ ਹੈ, ਟੋਕਾ ਅਗਲੀ ਬੋਲੋ। ਨਹੀਂ ਹਾਂਜੀ, ਅਗਲੀ ਟੋਕ ਬੋਲੋ। ਹਾਂਜੀ ਵਿੱਚ ਜਿਹੜਾ ਹੈ ਨਾ, ਉਹ ਦਰਵਾਜ਼ਾ ਖੋਲ ਕੇ ਉਹ ਵਿੱਚ ਮੈਨੂੰ ਡਿਸਟਰਬ ਕਰਤਾ ਉਹਨੇ। ਤੁਸੀਂ ਕੀ ਕਹਿ ਰਹੇ ਸੀ ਕਿ ਮੈਨੂੰ ਫਿਰ ਦੱਸਿਓ। ਕੋਈ ਬਸ ਉਹੀ ਮੈਂ ਕਹਿੰਦੇ ਆ ਕਿ ਜਿੰਨਾ ਚਿਰ ਤੱਕ ਉਹ ਧੰਨਵਾਦ ਨਹੀਂ ਕਰਦੇ, ਉਹਨਾਂ ਚਿਰ ਤੱਕ ਸਾਡੇ ਜੀਵਨ 'ਚ ਭਗਤੀ ਨਹੀਂ ਆ ਸਕਦੀ। ਬਿਲਕੁਲ ਸਹੀ ਹੈ ਜੀ, ਬਿਲਕੁਲ। ਧੰਨਵਾਦ ਜਿਹੜਾ ਹੈ,
ਜਿਹੜੀ ਨੀਂਹ ਹੈਗੀ ਉਹ ਧੰਨਵਾਦ। ਚਾਹੇ ਸਾਡੇ ਚੀਜ਼ ਉਹ ਨਕਲੀ ਧੰਨਵਾਦ ਮੂੰਹ ਨਾਲ ਨਹੀਂ, ਸਾਨੂੰ ਦਿਲੋਂ ਧੰਨਵਾਦ ਕਰਨਾ ਪਊਗਾ। ਚਾਹੇ ਜਿਹਨੇ ਵੀ ਸਾਨੂੰ ਗਿਆਨ ਦਿੱਤਾ ਹੈ ਜਾਂ ਜਿਹਨੇ ਸਾਨੂੰ ਸਾਡੇ ਜੀਵਨ 'ਚ ਉਚਾਈ ਲਿਆਂਦੀ ਹੈ, ਚਾਹੇ ਕਿਸੇ ਤਰੀਕੇ 'ਚ ਸਾਡੀ ਸੇਵਾ ਕੀਤੀ। ਨਜ਼ਰ ਸਾਹਿਬ, ਅਸੀਂ ਕਿਹੜੇ ਹਵਾ 'ਚ ਉੱਡ ਕੇ ਆ ਗਏ, ਇਸ ਕਰਕੇ ਪਾਲੇ ਗਏ ਤੇ ਤਾਂ ਹੀ ਏਡੇ ਵੱਡੇ ਹੋਏ। ਤੇ ਇੱਥੋਂ ਤੱਕ ਕਿ ਮੈਂ ਵੇਖਣਾ ਕਿ ਛੋਟੇ ਛੋਟੇ ਜਾਨਵਰ ਵੀ ਉਹ ਵੀ ਧੰਨਵਾਦ ਕਰਦੇ ਨੇ। ਨਜ਼ਰ ਸਾਹਿਬ, ਇੱਕ ਮੈਂ ਛੋਟੀ ਜਿਹੀ ਕਹਾਣੀ ਸੁਣਾਉਂਦਾ ਤੁਹਾਨੂੰ। ਇਹ ਨਾ ਨਨਕੇ ਨਾ ਉਹਨਾਂ ਕੋਲ ਕੁੱਤੀ ਗਈ ਡਾਬਰਮੈਨ ਹੀ, ਤੇ ਕੁੱਤੀ ਦੇ ਨੁਕਸੇ ਪਿਛਲੇ ਬੰਨੇ, ਤੇ ਵਿਚਾਰੀ ਨਾ ਵਾਹਵਾ ਜੱਦੀ ਬਿਮਾਰ ਸੀ। ਤੇ ਚਲੋ ਅਸੀਂ ਸ਼ਹਿਰ ਲਿਆਂਦਾ ਉਹਨੂੰ ਰੱਖਿਆ, ਸ਼ਹਿਰ ਮੋਟਰਸਾਈਕਲ ਤੇ ਲੱਦ ਕੇ ਲਿਆ, ਮੁੜ ਕੇ ਉਹਦਾ ਇਲਾਜ ਕਰਾਇਆ। ਉਹਦਾ ਸਪੈਸ਼ਲ ਟੀਕਾ ਸੀ, ਨਜ਼ਰ ਸਾਹਿਬ ਟੀਕਾ ਲਵਾਇਆ। ਮਾਮੇ ਨੇ ਇਲਾਜ ਬਹੁਤ ਕਰਾਇਆ, ਉਹ ਕੁੱਤੀ ਠੀਕ ਨਾ ਹੋਵੇ, ਵਿਚਾਰੀ ਬਹੁਤ ਬਿਮਾਰ ਹੋ ਗਈ। ਚਲੋ ਉਹ ਠੀਕ ਹੋ ਗਈ, ਥੋੜੀ ਜਿਹੀ ਫਰਕ ਪਿਆ, ਪੇਟ ਛੱਡ ਹੈ। ਤੇ ਜੇ ਸਭ ਉਸ ਸਮੇਂ ਬਾਅਦ ਉਹਦੇ ਪੇਟ 'ਚ ਬੱਚੇ ਹੀ ਹੋਣੇ ਸੀ। ਤੇ ਉਹ ਜਿਹੜੇ ਬੱਚੇ ਨਾ ਨਜ਼ਰ ਸਾਹਿਬ, ਤੁਹਾਨੂੰ ਪਤਾ ਕੁੱਤੀ ਬੱਚੇ ਦਿੰਦੀ ਥੋੜੀ ਕਿਸੇ ਨੂੰ, ਚੁੱਕਣ ਦਿੰਦੀ ਕਿਸੇ ਨੂੰ ਬੱਚੇ ਨਹੀਂ, ਪਰ ਅਸੀਂ ਚੁੱਕ ਲੈਂਦੇ ਬੱਚੇ ਦੇ ਦੋ। ਇਹਨਾਂ ਨੂੰ ਕੁਛ ਨਹੀਂ ਕਿਹਾ ਨਜ਼ਰ ਸਾਹਿਬ। ਦੇਖੋ ਜਾਨਵਰ ਵੀ ਉਹ ਚੀਜ਼ ਨੂੰ ਸਮਝਦਾ ਹੈ, ਪਿਆਰ ਦੀ ਭਾਸ਼ਾ, ਕਿ ਇਹ ਜੇ ਬੱਚੇ ਮੇਰੇ ਲੈ ਕੇ ਜਾਣਗੇ ਤੇ ਮੇਰੇ ਬੱਚਿਆਂ ਨੂੰ ਕਿਤੇ ਗਲਤ ਜਗ੍ਹਾ ਨਹੀਂ ਛੱਡਣਗੇ। ਵੇਖੋ ਬਿਲਕੁਲ। ਤੇ ਬੰਦੇ ਨੂੰ ਆਪਾਂ ਜੇ ਕੀਤਾ ਹੋਵੇ ਤੇ ਬੰਦਾ ਕਿਤੇ ਭੁੱਲਦਾ, ਪਰ ਬੰਦਾ ਕਈ ਭੁੱਲ ਜਾਂਦੇ। ਪਰ ਮੈਂ ਨਹੀਂ ਕਹਿੰਦਾ, ਕਬੀਰ ਜੀ ਨੇ ਪਤਾ ਕਿੰਨਾ ਕਿਹਾ ਕਿ ਬੁਰੇ ਨਾਲ ਭਲਾ ਕਰ। ਹਾਂ, ਕਬੀਰ ਜੀ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗ ਗਈ, ਪੱਲੇ ਸਭ ਕੁਝ ਪਾਏ। ਭਾਜੀ ਤੂੰ ਇਹ ਨਾ ਸੋਚੀ ਕਿ ਅਗਲਾ ਬੁਰਾ ਕਰਨ ਦੇ ਤੇ ਤੂੰ ਇਹਦੇ ਨਾਲ ਬੁਰਾ ਕਰੀ, ਫਿਰ ਤੇਰੀ ਚ ਕੋਈ ਫਰਕ ਨਹੀਂ ਹੈਗਾ। ਇਹ ਫਰੀਦ ਜੀ ਨੇ ਕਿਹਾ ਹੈ, ਫਰੀਦ ਜੀ ਦੀ ਬਾਣੀ ਹੈ, ਫਰੀਦਾ ਬੁਰੇ ਦਾ ਭਲਾ। ਅੱਗੇ ਚੱਲੀਏ। ਹਾਂਜੀ ਵੀਰ ਜੀ, ਇਹ ਨਾ ਇਹਦੇ ਵਿੱਚ ਮਹਾਰਾਜ ਕਹਿ ਰਹੇ, ਕਹਿੰਦੇ ਕਿ ਬਈ ਜੇ ਤੈਨੂੰ ਜਿਹੜਾ ਹੈਗਾ, ਜੇ ਮੌਤ ਹੀ ਚੇਤੇ ਨਹੀਂ ਆ ਤੇ ਤੈਨੂੰ ਜਿਹੜਾ ਹੈਗਾ ਪਰਮਾਤਮਾ ਚੇਤੇ ਨਹੀਂ ਆ ਸਕਦਾ। ਜੇ ਇੰਨਾ ਤੇਰੇ ਅੰਦਰ ਤੈਨੂੰ ਜਿਹੜਾ ਹੈਗਾ ਮਾਇਆ ਦਾ, ਆਪਣੇ ਸਰੀਰ ਦਾ ਜਿਹੜਾ ਹੈਗਾ ਇੰਨਾ ਹੰਕਾਰ ਹੈਗਾ, ਆਪਣੀ ਜਿਹੜੀ ਹੈਗੀ ਤੇਰੇ ਕੋਲ ਜੋ ਤੇਰੇ ਕੋਲ ਜਿਹੜੇ ਹੈਗੇ ਆ ਤੇਰੇ ਚਾਰੋਂ ਪਾਸੇ ਜੋ ਤੇਰੇ ਸਾਧਨ ਹੈਗੇ, ਉਹਨਾਂ ਦਾ ਹੰਕਾਰ ਹੈਗਾ। ਤੇ ਭਾਈ ਸਮਾਂ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਜਿੰਨਾ ਦਿੱਤਾ ਹੈ, ਸਵਾਸ ਓਨੇ ਹੀ ਹੈਗੇ ਆ। ਤੇ ਮਾੜੇ ਜਿਹਨੇ ਇਹ ਸਰੀਰ ਜਿਹੜਾ ਹੈਗਾ ਤੇਰਾ ਜਿੱਤੇ ਮਾਣ ਕਰ ਰਿਹਾ, ਇਹਨੇ ਢਹਿ ਢੇਰੀ ਹੋ ਜਾਣਾ। ਤੇ ਅਗਲਾ ਜਿਹੜਾ ਹੈ ਬਿਲਕੁਲ ਸੇਮ ਦੀ ਸੇਮ ਗੱਲ, ਅਗਲਾ ਜਿਹੜਾ ਹੈਗਾ ਸ਼ਲੋਕ ਦੱਸ ਰਿਹਾ ਆ, ਸ਼ਬਦੰਗ ਰਤੰਗ ਹਿਤੰਗ ਮਾਇਆ ਕੀਰਤਨ ਕਲੀ ਕਰਮ ਕ੍ਰਿਤਵਾ। ਬਿਲਕੁਲ ਦੇਖ ਲਓ, ਜੋ ਪਿੱਛੇ ਕੀਤਾ ਹੈ ਕਿ ਪਰਮਾਤਮਾ ਚੇਤੇ ਹੀ ਨਹੀਂ, ਮੌਤ ਚੇਤੇ ਹੀ ਨਹੀਂ ਹੈਗੀ, ਉਹ ਵੀ ਮਰ ਜਾਂਦੇ ਆ। ਹੁਣ ਇੱਥੇ ਕਹਿੰਦੇ ਆ ਜਿਹੜੇ ਸ਼ਬਦ ਦੇ ਵਿੱਚ ਰੱਤੇ ਹੋਏ ਆ, ਸ਼ਬਦੰਗ ਰਤੰਗ ਹਿਤੰਗ ਮਾਇਆ, ਉਹਨਾਂ ਦਾ ਪਿਆਰ ਹੈਗਾ ਕਾਹਦੇ ਨਾਲ? ਦਇਆ ਦੇ ਨਾਲ, ਥੈਂਕਸ ਕਰਨ ਦੇ ਨਾਲ, ਹਰੇਕ ਦੇ ਉੱਤੇ ਤਰਸ ਕਰਨਾ। ਕੀਰਤਨ ਕਲੀ ਕਰਮ ਕ੍ਰਿਤਵਾ, ਇਹ ਸੰਸਾਰ ਦੇ ਵਿੱਚ, ਕਲੀ ਮਤਲਬ ਸੰਸਾਰ ਦੇ ਵਿੱਚ ਕੀਰਤੀ ਕਰਨੀ, ਉਹ ਇਹ ਕਰਮ ਆ ਉਹਨਾਂ ਦਾ। ਕ੍ਰਿਤਵਾ ਕਰਦੇ ਆ, ਪਰਮਾਤਮਾ ਦੀ ਕੀਰਤੀ ਕਰਦੇ ਆ, ਇਹ ਕਰਮ ਆ ਉਹਨਾਂ ਦਾ। ਪਰਮਾਤਮਾ ਨੂੰ ਥੈਂਕਸ ਕਰਦੇ ਆ, ਮਾਲਕ ਨੂੰ ਯਾਦ ਕਰਦੇ ਆ। ਮਿਟੰਤ ਤਤਰਾਗਤ ਪਰਮ ਮੋਹੰ, ਕਹਿੰਦੇ ਉਹਦੇ ਨਾਲ ਤਤਰਾਗਤ, ਉਹਨਾਂ ਦੇ ਉਸੇ ਵੇਲੇ ਕਹਿੰਦੇ ਆ, ਉਹਨਾਂ ਦਾ ਇਸ ਕਰਮ ਕਰਨ ਦੇ ਨਾਲ, ਸ਼ਬਦ ਦੇ ਵਿੱਚ ਰੱਤੇ ਹੋਣ ਦੇ ਨਾਲ, ਦਇਆ ਕਰਨ ਦੇ ਨਾਲ, ਸਾਰਿਆਂ ਦੇ ਉੱਤੇ ਤਰਸ ਕਰਨ ਦੇ ਨਾਲ, ਔਰ ਪਰਮਾਤਮਾ ਦੀ ਕੀਰਤੀ ਕਰਨ ਦੇ ਨਾਲ, ਕਹਿੰਦੇ ਉਹਨਾਂ ਦਾ ਭਰਮ ਜਿਹੜਾ ਮਾਇਆ, ਜਿਹੜੀ ਮੋਹ ਮਾਇਆ, ਮਾਲਕ ਪਰਮਾਤਮਾ ਨੇ ਮੋਹ ਮਾਇਆ ਦਾ ਭਰਮ ਪਾਇਆ ਹੋਇਆ, ਕਹਿੰਦੇ ਮਿਟ ਜਾਂਦਾ ਹੈ। ਕਹਿੰਦੇ ਉਸ ਕਰਮ ਦੇ ਨਾਲ। ਇਹ ਮਾਲਕ ਪਰਮਾਤਮਾ ਨੇ ਇਹੋ ਜਿਹਾ ਕਾਨੂੰਨ ਬਣਾਇਆ ਹੋਇਆ, ਇਹੋ ਜਿਹੇ ਮਾਲਕ ਪਰਮਾਤਮਾ ਦਾ ਨਿਯਮ ਹੈਗਾ। ਸ਼ਬਦੰਗ ਰਤੰਗ ਹਿਤੰਗ ਮਾਇਆ ਕੀਰਤਨ ਕਲੀ ਕਰਮ ਕਿਰਤੁਆ ਮਿਟੰਤ ਤਤਰਾਗਤ ਪਰਮ ਮੋਹੰਗ ਭਗਵਾਨ ਰਮਣੰਗ ਸਰਬਤਰ ਥਾਨ। ਕਹਿੰਦੇ ਉਹਨੂੰ ਮਾਲਕ ਪਰਮਾਤਮਾ ਭਗਵਾਨ ਸਾਰਿਆਂ ਦੇ ਵਿੱਚ ਰਮਿਆ ਹੋਇਆ ਨਜ਼ਰ ਆਉਂਦਾ ਹੈ, ਉਹਨੂੰ ਕੋਈ ਦੂਸਰਾ ਤੀਸਰਾ ਨਹੀਂ ਨਜ਼ਰ ਆਉਂਦਾ। ਭਗਵਾਨ ਰਮਣੰਗ ਸਰਬਤਰ ਥਾਨ, ਹਰ ਜਗ੍ਹਾ ਤੇ। ਦ੍ਰਿਸ਼ਟ ਤੋਯੰਗ ਅਮੋਘ ਦਰਸ਼ਨੰ
ਬਸੰਤ ਸਾਧ ਰਸਨਾ, ਕਹਿੰਦੇ ਐਸੇ ਸਾਧ, ਸਾਧਨਾ ਕਰਨ ਵਾਲੇ ਐਸੇ ਇਨਸਾਨ ਜਿਹੜੇ ਸ਼ਬਦ ਦੇ ਵਿੱਚ ਰੱਤੇ ਹੁੰਦੇ ਆ, ਜਿਨ੍ਹਾਂ ਤੇ ਜਿਹੜੇ ਹੈਗੇ ਆ ਦਇਆ ਕਰਨਾ, ਉਹਨਾਂ ਦਇਆ ਉਹਨਾਂ ਦੇ ਅੰਦਰ ਉਪਜਦੀ ਆ ਔਰ ਪਰਮਾਤਮਾ ਦੀ ਕੀਰਤੀ ਕਰਦੇ ਆ। ਇਹ ਕਰਮ ਆ ਉਹਨਾਂ ਦਾ। ਕਹਿੰਦੇ ਉਹਨਾਂ ਤੇ ਤੇਰੀ ਦ੍ਰਿਸ਼ਟੀ ਹੁੰਦੀ ਆ। ਦ੍ਰਿਸ਼ਟ ਤੋਯੰ, ਤੇਰੀ ਦ੍ਰਿਸ਼ਟੀ ਉਹਨਾਂ ਤੇ ਹੁੰਦੀ ਆ। ਅਮੋਘ ਦਰਸ਼ਨੰ, ਤੇਰੇ ਜਿਹੜੇ ਹੈਗੇ ਉਹਨਾਂ ਨੂੰ ਦਰਸ਼ਨ ਹੁੰਦੇ ਆ, ਕੋਈ ਰੋਕ ਨਹੀਂ ਸਕਦਾ ਉਹਨਾਂ ਨੂੰ। ਤੇਰੇ ਦਰਸ਼ਨ ਜਿਹੜੇ ਹੈਗੇ ਆ ਆਤਮ ਗਤੀ ਕਰਨ ਤੋਂ ਕੋਈ ਰੋਕ ਨਹੀਂ ਸਕਦਾ, ਆਤਮ ਦਰਸ਼ਨ ਕਰਨ ਤੋਂ। ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ, ਐਸੇ ਸਾਧ ਜਿਹੜੇ ਹੈਗੇ ਉਹਨਾਂ ਦੀ ਰਸਨਾ ਤੇ ਤੂੰ ਵਸਦਾ ਆ। ਉਹ ਤੇਰੇ ਦਰਸ਼ਨ ਜਿਹੜੇ ਹੈਗੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਤੇਰੇ ਦਰਸ਼ਨਾਂ ਤੋਂ, ਤੇਰੇ ਦੀਦਾਰ ਤੋਂ। ਹਰ 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 ਹਰੇ ਨਾਨਕ ਪ੍ਰਿਯੰ ਜਾਪ ਜਪਨਾ। ਕੀ ਕਰਦੇ ਆ ਉਹ? ਕਹਿੰਦੇ ਪਰਮੇਸ਼ਰ ਦਾ ਨਾਮ ਜਿਹੜਾ ਹਰ ਹਰ ਹਰੇ ਨਾਨਕ ਪ੍ਰਿਯੰਗ ਜਾਪ ਜਪਨਾ, ਉਸ ਪਿਆਰੇ ਪਰਮਾਤਮਾ ਦਾ ਪ੍ਰੇਮ ਦੇ ਨਾਲ ਜਿਹੜਾ ਹੈਗੇ ਧਿਆਨ ਸਿਮਰਨ ਕਰਦੇ ਆ। ਉਹ ਸ਼ਬਦ ਰਤੰ ਹਿਤੰਗ ਮਾਇਆ ਕੀਰਤਨ ਕਲੀ ਕਰਮ ਕ੍ਰਿਤੁਆ। ਇਹ ਤਿੰਨ ਚੀਜ਼ਾਂ ਹੈਗੀਆਂ। ਇੱਕ ਤਾਂ ਸ਼ਬਦ ਦੇ ਵਿੱਚ ਰੱਤੇ ਹੋਏ ਹੈਗੇ ਆ, ਇੱਕ ਦਇਆ ਹੈਗੀ, ਮਾਇਆ ਹੈਗੀ, ਉਹਨੀ ਮਿਹਰ ਸਾਰਿਆਂ ਦੇ ਉੱਤੇ ਤਰਸ ਕਰਦੇ ਆ। ਕੀਰਤਨ ਕਲੀ ਕਰਮ ਕ੍ਰਿਤੁਆ, ਔਰ ਕੀਰਤੀ ਕਰਨਾ ਪਰਮੇਸ਼ਰ ਦੀ ਜਿਹੜੀ ਹੈ ਇਹ ਕਰਮ ਆ ਉਹਨਾਂ ਦਾ ਸੰਸਾਰ ਦੇ ਵਿੱਚ। ਕਲੀ ਮਤਲਬ ਸੰਸਾਰ ਦੇ ਵਿੱਚ, ਕਲਾ ਦੇ ਸੰਸਾਰ ਦੇ ਵਿੱਚ। ਮਿਟੰਤ ਤਤਰਾਗਤ ਭਰਮ ਮੋਹੰ, ਉਹਨਾਂ ਦਾ ਭਰਮ ਤੇ ਮੋਹ ਮਿਟ ਜਾਂਦਾ ਹੈ। ਹਾਂਜੀ ਗੁਰਕੀ ਸਾਹਿਬ। ਹਾਂਜੀ ਨਿੱਜਰ ਸਾਹਿਬ, ਇਹ ਤੁਕ ਦਾ ਮਤਲਬ ਕੀ ਹੈਗਾ? ਕਿ ਮਤਲਬ ਬਈ ਜੇ ਐਸੇ ਮਿਟ ਜਾਂਦਾ। ਹਾਂ, ਜਿਹੜੇ ਹੁਣ ਇੱਕ ਪਾਸੇ ਦੱਸਿਆ ਮਹਾਰਾਜ ਨੇ ਪਿਛਲੇ ਸ਼ਲੋਕ ਦੇ ਵਿੱਚ ਦੱਸਿਆ ਵੀ ਉਹਨੂੰ ਕੋਈ ਚੇਤੇ ਵੀ ਨਹੀਂ, ਚੇਤੇ ਮੌਤ ਚੇਤੇ ਵੀ ਨਹੀਂ ਹੈ, ਬੰਦਾ ਫਿਰ ਵੀ ਮਰ ਜਾਂਦਾ ਹੈ, ਸਰੀਰ ਤਾਂ ਫਿਰ ਵੀ ਛੱਡ ਦੇਣਾ ਉਹਨੇ, ਔਰ ਮੌਤ ਚੇਤੇ ਵੀ ਨਹੀਂ ਹੈ ਉਹਨੂੰ। ਹੁਣ ਦੂਸਰੇ ਪਾਸੇ ਦੱਸ ਰਹੇ ਵੀ ਜਿਹੜੇ ਐਸੇ ਵੀ ਇਨਸਾਨ ਹੈਗੇ, ਰੇਅਰ ਹੈਗੇ, ਜਿਹੜੇ ਕਿ ਸ਼ਬਦ ਦੇ ਵਿੱਚ ਰੱਤੇ ਹੁੰਦੇ ਆ। ਉਹਨਾਂ ਦਾ ਸ਼ਬਦ ਦੀ ਕਮਾਈ ਕਰਨਾ, ਉਹਨਾਂ ਦਾ ਉਹ ਸ਼ਬਦ ਦੇ ਨਾਲ ਪਿਆਰ ਹੁੰਦਾ ਉਹਨਾਂ ਦਾ। ਔਰ ਜਿਹੜਾ ਹੈਗਾ ਦੂਸਰਿਆਂ ਦੇ ਉੱਤੇ, ਜਿਹੜਾ ਹੈਗਾ ਜੀਆਂ ਦੇ ਉੱਤੇ ਦਇਆ ਕਰਨੀ, ਜਿਹੜਾ ਹੈਗੇ ਇਹ ਵੀ ਉਹਨਾਂ ਦਾ ਜਿਹੜਾ ਹੈਗਾ ਜੀਵਨ ਦਾ ਹਿੱਸਾ ਹੁੰਦਾ ਹੈ। ਹਿਤੰਗ ਮਾਇਆ, ਹਿਤੰਗ ਮਤਲਬ ਹਿੱਤ ਕਰਨਾ, ਕਿਸੇ ਦਾ ਹਿੱਤ ਕਰਨਾ, ਦਇਆ ਕਰਨੀ, ਮਾਇਆ ਕਰਨੀ, ਮਿਹਰ ਕਰਨੀ। ਹਿਤੰਗ ਮਤਲਬ ਪਿਆਰ ਔਰ ਮਿਹਰ ਕਰਨ ਦੇ ਨਾਲ। ਕੀਰਤਨ ਕਲੀ ਕਰਮ ਕ੍ਰਿਤੁਆ, ਔਰ ਕੀਰਤੀ ਕਰਨਾ ਜਿਹੜਾ ਹੈ ਇਹ ਕਲਾ ਦੇ, ਇਹ ਜਿਹੜਾ ਹੈਗੇ ਸੰਸਾਰ ਦੇ ਕਲਾ ਦੇ ਜਿਹੜੇ ਹੈਗੇ ਸੰਸਾਰ ਦੇ ਵਿੱਚ ਜਿਹੜਾ ਇਹ ਕਰਮ ਆ ਉਹਨਾਂ ਦਾ, ਇਹ ਕਰਮ ਕਰਦੇ ਆ ਉਹ ਕਲਯੁਗ ਦੇ ਕਲਾ ਦੇ ਯੁੱਗ ਦੇ ਵਿੱਚ ਜਾਂ ਸੰਸਾਰ ਦੇ ਵਿੱਚ। ਕਿਰਤੂਆ ਮਤਲਬ ਇਹ ਕਿਰਤ ਆ ਉਹਨਾਂ ਦੀ। ਤੇ ਫਿਰ ਇਹਦੇ ਨਾਲ ਕੀ ਹੁੰਦਾ? ਕਹਿੰਦੇ ਮਿਟੰਤ ਤਤਰਾਗਤ ਭਰਮ ਮੋਹੰ, ਕਹਿੰਦੇ ਇਹ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ ਇਹ ਨਿਯਮ ਹੈਗਾ ਕਿ ਜਿਹੜੇ ਇਸ ਤਰ੍ਹਾਂ ਸੰਸਾਰ ਦੇ ਵਿੱਚ ਆ ਕੇ ਤਤਰਾਗਤ, ਉਸ ਜਗ੍ਹਾ ਤੇ ਸੰਸਾਰ ਦੇ ਵਿੱਚ ਆ ਕੇ, ਕਰਮ ਭੂਮੀ ਦੇ ਵਿੱਚ ਆ ਕੇ ਜਿਹੜੇ ਆਹ ਕਰਮ ਕਰਦੇ ਆ, ਧਿਆਨ ਸਿਮਰਨ ਕਰਦੇ ਆ ਤੇ ਤਰਸ ਦੂਸਰਿਆਂ ਤੇ ਦਇਆ ਕਰਦੇ ਆ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਆ, ਕਹਿੰਦੇ ਉਹਨਾਂ ਦਾ ਭਰਮ, ਜਿਹੜੀ ਮਾਇਆ ਮਾਲਕ ਨੇ ਜਾਲ ਪਾਇਆ ਹੋਇਆ ਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਿਟ ਜਾਂਦੇ ਆ। ਮੋਹ ਜਿਹੜਾ ਅਟੈਚਮੈਂਟ ਹੈਗਾ ਇਹ ਖਤਮ ਹੋ ਜਾਂਦੀ ਆ, ਉਹਨਾਂ ਦਾ ਮੋਹ ਜਿਹੜਾ ਹੈਗਾ ਛੁੱਟ ਜਾਂਦਾ ਹੈ, ਉਹਨਾਂ ਦਾ ਪਦਾਰਥਾਂ ਦਾ ਮੋਹ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਹੋ ਗਈ ਗੱਲ ਕਲੀਅਰ। ਇਹ ਸਾਧ ਸੰਗਤ ਜੀ ਬਿਲਕੁਲ ਹੀ ਆਪੋਜੀਟ ਗੱਲ ਕੀਤੀ ਆ। ਪਹਿਲੀ ਜਿਹੜਾ ਬੰਦਾ ਹੈਗਾ ਵਾ, ਉਹ ਬੰਦਾ ਉਹ ਕਹਿੰਦਾ ਕਿ ਮੈਂ ਸਰਦਾਰ ਆ, ਜੋ ਕੀਤਾ ਮੈਂ ਕੀਤਾ, ਮੈਨੂੰ ਕਿਸੇ ਨੇ ਪੜ੍ਹਾਇਆ ਨਹੀਂ, ਮੈਨੂੰ ਕਿਸੇ ਨੇ ਲਿਖਾਇਆ ਨਹੀਂ, ਮੈਨੂੰ ਕਿਸੇ ਨੇ ਸਕੂਲੇ ਨਹੀਂ ਭੇਜਿਆ, ਮੈਨੂੰ ਕਿਸੇ ਨੇ ਕਾਲਜ ਨਹੀਂ ਭੇਜਿਆ, ਮੈਂ ਜੰਮਦਾ ਯੂਨੀਵਰਸਿਟੀ ਦਾ ਸਰਟੀਫਿਕੇਟ ਲੈ ਕੇ ਆਇਆ ਸੀ। ਇੱਕ ਤੇ ਬੰਦਾ ਉਹ ਹੈਗਾ, ਉਹ ਬੰਦਾ ਹੈਗਾ ਵਾ ਨਿਸ਼ੁਕਰੀਆ, ਕੋਈ ਸ਼ੁਕਰ ਨਹੀਂ ਕਰਦਾ। ਉਹ ਕਹਿੰਦਾ ਹੀ ਨਹੀਂ ਮੈਨੂੰ ਕਿਸੇ ਨੇ ਮਦਦ ਕੀਤੀ, ਸਿੱਧਾ ਕਹਿੰਦਾ ਕਿ ਜੋ ਮੈਂ ਬਣ ਗਿਆ ਮੈਂ ਆਪਣੀ ਮਿਹਨਤ ਨਾਲ ਬਣਿਆ। ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਤੇਰੀ ਕੋਠੀ ਕੋਈ ਸਾਫ਼ ਕਰਦਾ ਰਿਹਾ, ਤੇਰੀ ਨੀਂਦ ਦੇ ਲਈ ਕੋਈ ਪੱਖੀਆਂ ਝੱਲਦਾ ਰਿਹਾ,
ਤੇਰੇ ਕੱਪੜਿਆਂ ਦਾ ਇੰਤਜ਼ਾਮ ਕਰਦਾ ਰਿਹਾ, ਕਿਸੇ ਨੇ ਤੇਰੀ ਸਕੂਲ ਦੀ ਫੀਸ ਦਿੱਤੀ ਆ, ਕਿਸੇ ਨੇ ਤੈਨੂੰ ਕਾਲਜ ਭੇਜਿਆ, ਕਿਸੇ ਨੇ ਤੈਨੂੰ ਯੂਨੀਵਰਸਿਟੀ ਭੇਜਿਆ। ਜੇ ਤੂੰ ਪੱਖੇ ਥੱਲੇ ਜਾਂ ਏਸੀ ਥੱਲੇ ਸੁੱਤਾ ਸਾਂ ਤੇ ਕੋਈ ਬੰਦਾ ਤੇਰੇ ਲਈ ਕੰਮ ਕਰ ਰਿਹਾ ਸੀ। ਜੇ ਤੇਰਾ ਜਿਹੜਾ ਸਰੀਰ ਬਣਿਆ ਹੈ, ਇਹ ਸਰੀਰ ਤੇਰਾ ਨਹੀਂ ਹੈ, ਇਹ ਸਰੀਰ ਕਿਸੇ ਔਰਤ ਨੇ ਆਪਣੇ ਸਰੀਰ ਚੋਂ ਕੱਢ ਕੇ ਦਿੱਤਾ ਹੈ ਤੈਨੂੰ, ਜਿੱਦਾਂ ਕਿਸੇ ਕਿਡਨੀ ਕੱਢ ਕੇ ਕਿਸੇ ਨੂੰ ਦੇ ਦਈਏ ਨਾ। ਇਸ ਲਈ ਮਾਂ ਦਾ ਕਰਜ਼ਾ ਕੋਈ ਲਾ ਨਹੀਂ ਸਕਦਾ। ਇੱਕ ਤੇ ਮਨ ਚੋਂ ਵਰਕਾ ਪਾੜ ਦਈਏ। ਮਾਂ ਦਾ ਕਰਜ਼ਾ ਕੇਵਲ ਇੰਨਾ ਹੀ ਆ ਕਿ ਉਹਦੇ ਬਲੀਦਾਨ ਨੂੰ ਕੇਵਲ ਯਾਦ ਰੱਖਣਾ ਕਿ ਤੂੰ ਮੇਰੀ ਮਾਂ ਵਾ, ਤੂੰ ਜੋ ਕੀਤਾ ਹੈ ਕੋਈ ਕੋਲ ਨਹੀਂ। ਨੂੰ ਪਾਲਿਆ ਔਰ ਫਿਰ ਆਪਣੇ ਹਿੱਸੇ ਨੂੰ ਅੰਦਰ ਸਾਂਭ ਕੇ ਫਿਰ ਦਿੱਤਾ ਹੈ, ਫਿਰ ਆਪਣਾ ਦੁੱਧ ਪਿਆਇਆ। ਦੇਖੋ ਕਿੰਨੀਆਂ ਕੁਆਲਿਟੀਆਂ ਨੇ। ਇਸ ਲਈ ਤੇ ਪਰਮਾਤਮਾ ਦੇ ਘਰ 'ਚ ਬੰਦਾ ਨਹੀਂ ਜਾ ਪਾ ਰਿਹਾ ਕਿਉਂਕਿ ਬੰਦਾ ਉਹਨੂੰ ਹੀ ਭੁੱਲ ਜਾ ਰਿਹਾ। ਬਿਲਕੁਲ ਤੂੰ ਜਸਟ ਸੋਚ ਕਿ ਜਿਸ ਔਰਤ ਦੇ ਰਾਹੀਂ ਤੂੰ ਸਵਾਸ ਲਏ ਨੇ, ਜਿਹਨੇ ਆਪਣੇ ਸਵਾਸ ਤੈਨੂੰ ਦਿੱਤੇ, ਆਪਣੇ ਪ੍ਰਾਣ ਤੈਨੂੰ ਦਿੱਤੇ ਆ, A to Z ਤੈਨੂੰ ਪਿਆਇਆ। ਉਸ ਮਮਤਾ ਦੀ ਮੂਰਤ ਨੇ। ਕਹਿੰਦੇ ਮਾਂ ਮਾੜੀ ਵੀ ਹੋਵੇ ਨਾ ਤੇ ਪੁੱਤਾਂ ਨੇ ਕਿਤੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਕਹਿੰਦੇ ਮਾਂ ਐਸੀ ਚੀਜ਼ ਹੈ ਮਾਂ, ਬਿਲਕੁਲ, ਕਿਉਂਕਿ ਉਹਦਾ ਇੱਕ ਏਡਾ ਹਿਰਦਾ ਹੈ ਨਿਜਸਾ। ਜਦ ਤੱਕ ਅਬ ਰਿਸ਼ਤੇ ਨਹੀਂ ਸਮਝਾਂਗੇ ਰੱਬ ਕਿੱਥੋਂ ਪਤਾ ਲੱਗਣਾ ਸਾਨੂੰ? ਇਹ ਤੇ ਗੱਲਾਂ ਹੀ ਐਵੇਂ ਕਹੀ ਜਾਵਾਂ ਕਿ ਰੱਬ ਕੋਲ ਡਾਇਰੈਕਟ ਵੜ ਨਹੀਂ ਦੇਣਾ ਅਗਲੇ ਨੇ। ਉਹਨੇ ਕਹਿਣਾ ਜਿਹੜੀ ਮਾਂ ਦੇ ਪੇਟ 'ਚ ਪੈਦਾ ਹੋਇਆ ਤੂੰ ਘੋਲਿਆ ਕਿਤੇ ਨੂੰ ਦਵਾਈ ਤੱਕ ਨਹੀਂ ਦਵਾਈ, ਤੂੰ ਮੇਰੀ ਭਗਤੀ ਕਰਨੇ ਆ, ਕਿੱਥੋਂ ਆ ਜਾਏਗਾ ਨਿਜਰ ਸਾਹਿਬ? ਕਿੱਥੋਂ ਰੱਬ ਮਿਲੂਗਾ? ਦੱਸੋ ਜਿਹੜੀ ਬੱਚਿਆਂ ਦੀਆਂ ਗੱਲਾਂ। ਜਿਹੜਾ ਬੰਦਾ ਜੜ੍ਹਾਂ ਹੀ ਭੁੱਲ ਗਿਆ। ਉਸ ਔਰਤ ਨੂੰ ਤੁਹਾਡੇ ਤੋਂ ਕੁਛ ਨਹੀਂ ਚਾਹੀਦਾ। ਉਹ ਬਸ ਕਹਿੰਦੀ ਆ ਕਿ ਬਸ ਮਾਂ ਪਿਓ ਦੀ ਕੋਈ ਜ਼ਿਆਦਾ ਡਿਮਾਂਡ ਨਹੀਂ ਹੁੰਦੀ। ਉਹ ਕਹਿੰਦੇ ਕਿ ਔਲਾਦ ਉਹਨੂੰ ਸਮਝੇ, ਉਹਨਾਂ ਨੂੰ ਸਮਝੇ। ਔਰ ਮਾਂ ਪਿਓ ਦੀ ਇੱਕ ਇੱਛਾ ਹੁੰਦੀ ਆ ਕਿ ਹੋਰ ਦੁਨੀਆ ਦਾ ਕੋਈ ਬੰਦਾ ਸਮਝੇ ਨਾ ਸਮਝੇ ਕੋਈ ਫਰਕ ਨਹੀਂ ਪੈਂਦਾ, ਪਰ ਉਹਨਾਂ ਦੀ ਔਲਾਦ ਜ਼ਰੂਰ ਸਮਝੇ ਕਿ ਉਹਨਾਂ ਦੇ ਸੈਕਰੀਫਾਈਸ, ਉਹਨਾਂ ਦੇ ਬਲੀਦਾਨ ਤੁਹਾਨੂੰ ਗਰੋ ਕਰਨ ਦੇ ਵਿੱਚ। ਕਿਉਂਕਿ ਜਦ ਤੱਕ ਤੁਸੀਂ ਮਾਂ ਪਿਓ ਦੀ ਧੰਨਵਾਦ ਨਹੀਂ ਕਰਦੇ ਤੁਸੀਂ ਦੁਨੀਆ ਦੇ ਪ੍ਰਤੀ ਚੰਗੇ ਨਹੀਂ ਹੋ ਸਕਦੇ। ਨਿੱਜਾ ਸਾਹਿਬ ਬੜੀ ਪ੍ਰੋਬਲਮ ਹੈ। ਜਿਹੜਾ ਬੰਦਾ, ਆਪ ਜਸਟ ਅੰਡਰਸਟੈਂਡ ਕਰੋ, ਜਿਸ ਬੰਦੇ ਨੇ ਉਸ ਬੰਦੇ ਦਾ ਧੰਨਵਾਦ ਨਹੀਂ ਕੀਤਾ ਜਿਹਨੇ ਉਹਨੂੰ ਪੈਦਾ ਕੀਤਾ, ਨਿੱਜਰ ਸਾਹਿਬ, ਉਹ ਦੂਜੇ ਦਾ ਕੀ ਧੰਨਵਾਦ ਕਰੂਗਾ? ਉਹਦਾ ਕਿਹੋ ਜਿਹਾ ਪਿਆਰ ਹੋਊ? ਉਹ ਤਾਂ ਨਕਲੀ ਪਿਆਰ ਹੈ ਨਾ। ਉਹ ਤੇ ਬੜੀ ਅਜੀਬ ਜੀ ਗੱਲ ਹੋਊਗੀ। ਉਹ ਫਿਰ ਉਹ ਗੱਲ ਬਣਨੀ ਨਹੀਂ, ਕਿਉਂਕਿ ਪਿਆਰ ਦਾ ਜਿਹੜੀ ਧਾਰਾ ਨਿੱਜਰ ਸਾਹਿਬ ਸ਼ੁਰੂ ਤੋਂ ਪਹਿਲਾਂ ਮਾਂ ਪਿਓ ਤੇ ਹੀ ਹੋਣੀ ਆ। ਬਿਲਕੁਲ ਇਹਦੇ ਦੋ ਰਹਿ ਨਹੀਂ। ਜਿਹੜਾ ਯਾਰ ਜਿਹਨੇ ਪੈਦਾ ਕੀਤਾ, ਜਿਹਨੇ ਪਿਓ ਨੇ ਉਹ ਜਾਂ ਮਾਂ ਨੇ ਆਪਣੇ ਪੇਟ ਚੋਂ ਕੱਢਿਆ ਉਹਨੂੰ, ਉਹ ਕਿੱਦਾਂ ਉਹਨੂੰ ਸਾਂਭਿਆ, ਕਿੱਦਾਂ ਉਹਨੂੰ ਪੜ੍ਹਾਇਆ, ਕਿੱਦਾਂ ਉਹਨੂੰ ਪਤਾ ਨਹੀਂ ਹਜ਼ਾਰਾਂ ਵਾਰੀ ABC ਸਿਖਾਈ। ਔਰ ਉਹ ਆਖਰ ਤੇ ਉਹ ਕਹਿੰਦਾ ਮੰਮੀ ਤੈਨੂੰ ਪਤਾ ਹੀ ਕੁਛ ਨਹੀਂ। ਕੋਈ ਬੇਵਕੂਫਾ, ਜੇ ਤੂੰ ਕਾਲਜ ਚ ਗਿਆ ਤੇ ਉਹਦੇ ਪਿੱਛੇ ਕਿਹਨੇ ਮਿਹਨਤ ਕੀਤੀ ਹੈ। ਨਹੀਂ ਯਕੀਨ ਉਹਦਾ ਅਨਾਥ ਆਸ਼ਰਮ ਚ ਜਾ ਕੇ ਵੇਖ, ਅਨਾਥ ਆਸ਼ਰਮ ਚ ਜਾ ਕੇ ਦੇਖ, ਤੈਨੂੰ ਗਿਆਨ ਹੋਊਗਾ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੁੰਦੇ ਉਹਨਾਂ ਦਾ ਜੀਵਨ ਕੀ ਹੁੰਦਾ। ਮਾਂ ਪਿਓ ਸਮਝ ਲੈ ਕਿ ਰੱਬ ਦਾ ਹੀ ਰੂਪ ਹੁੰਦੇ ਆ, ਕਿਉਂਕਿ ਰੱਬ ਹੀ ਤੇ ਹੈਗਾ ਦੁਨੀਆ ਤੇ, ਹੋਰ ਕਿੱਥੇ ਆ ਰੱਬ ਕੋਈ ਵੱਖਰਾ ਥੋੜੀ ਬੈਠਾ। ਜੇ ਸਰੀਰਕ ਤੌਰ ਤੇ ਬੈਠਾ ਹੈ ਤੇ ਮਾਂ ਪਿਓ ਦੇ ਚਰਨਾਂ 'ਚ ਬੈਠਾ ਹੈ ਰੱਬ। ਬਾਹਰ ਮੰਦਿਰਾਂ 'ਚ, ਗੁਰਦੁਆਰਿਆਂ 'ਚ, ਗਿਰਜਿਆਂ 'ਚ ਬੰਦੇ ਰੱਬ ਲੱਭਦੇ ਫਿਰਦੇ, ਉੱਥੇ ਕਿੱਥੇ ਰੱਬ ਆ? ਅਸਲੀ ਰੱਬ ਤੇ ਤੇਰੇ ਘਰੇ। ਜੇ ਤੂੰ ਉਹਨੂੰ ਛੱਡ ਕੇ ਤੂੰ ਉਹਨੂੰ ਦਿਖਾਈ ਜਾਂਦੇ ਆ, ਤੂੰ ਉਹਦੀ ਕੇਅਰ ਨਹੀਂ ਕਰਦਾ, ਉਹਦੀ ਦਵਾਈ ਨਹੀਂ ਕਰਨ ਦਿਆ, ਜਦੋਂ ਅੱਜ ਉਹਨਾਂ ਨੂੰ ਲੋੜ ਆ ਉਹ ਤਾਂ ਕੁਛ ਨਹੀਂ ਚਾਹੁੰਦੇ ਤੇਰੇ ਤੋਂ, ਬਸ ਇਹੋ ਚਾਹੁੰਦੇ ਤੇਰਾ ਮਤਲਬ ਪਿਆਰ। ਮੈਂ ਤੇ ਆਪ ਵੇਖੇ ਸਾਡੇ ਰਿਸ਼ਤੇਦਾਰਾਂ ਚ ਬੁੱਢਿਆਂ ਦੇ ਇੰਨੇ ਬੁਰੇ ਹਾਲ, ਲੋਕੀ ਕੇਅਰ ਹੀ ਨਹੀਂ ਕਰਦੇ। ਪੈਲੀਆਂ ਤੇ ਸਾਈਨ ਕਰਾ ਲਏ ਜਿਉਂਦਿਆਂ ਦੀ ਉਹਨਾਂ ਵਿਚਾਰਿਆਂ ਤੇ, ਉਹ ਇੰਨੇ ਵਿਚਾਰੇ ਵੇਖ ਲਓ ਮਮਤਾ ਪਰਵਾਹ ਨਹੀਂ ਕਰਦੇ। ਲੈ ਪੁੱਤ ਉਹ ਕਹਾਣੀ ਨਹੀਂ ਸੀ ਰੋਖੀ ਤੇ ਰੋਗ ਮੁੰਡਾ ਗਿਆ ਤੇ ਬੜਾ ਉਦਾਸ ਬੈਠਾ। ਕਹਿੰਦਾ ਕਿਉਂ ਤੂੰ ਉਦਾਸ ਬੈਠਾ? ਕਹਿੰਦਾ ਮੈਂ ਕੀ ਕਰਨਾ ਚਾਹੁੰਦਾ। ਕਹਿੰਦਾ ਤੂੰ ਏਦਾਂ ਕਰ, ਮੇਰੇ ਫਲ ਤੋੜ ਕੇ ਲੈ ਜਾ। ਫਲ ਤੋੜ ਕੇ ਲੈ ਗਿਆ, ਬਾਜ਼ਾਰ ਵੇਚੇ ਉਹਨੇ, ਪੈਸੇ ਕਮਾਏ, ਰੋਜ਼ ਆਇਆ ਕਰੇ। ਫਿਰ ਇੱਕ ਦਿਨ ਫੇਰ ਆ ਗਿਆ ਤੇ ਕਹਿੰਦਾ ਕੀ ਗੱਲ ਹੋਈ? ਕਹਿੰਦਾ ਮੈਂ ਮਤਲਬ ਮੇਰੀ ਡਿਮਾਂਡ ਜ਼ਿਆਦਾ ਵਾ। ਕਹਿੰਦਾ ਕੀ ਡਿਮਾਂਡ ਹੈ? ਕਹਿੰਦਾ ਮੈਨੂੰ ਤੇ ਮਤਲਬ ਘਰ ਚਾਹੀਦਾ ਵਾ।
कोई लकड़ के घर पाते, कहते तू मेरा मुੱਢ ਵੱਢ ला, मैनू ਵੱਢ के लै जा। ये है मां प्यो जिंदगी चो वो देंदे ने, बस डिमांड कोई नहीं। ये रिश्ता इन्ना ज्यादा निजी साहब कमजोर हो चुका है ना इस टाइम धरती ते, जिहड़ा मैं वेखना पिया सब तो कमजोर रिश्ता अज इस टाइम आ हो गया। और जिहड़े बंदे ने एक उस रिश्ते की कदर नहीं की निजी साहब, दूजे रिश्ते के लिए की होणगे दसो मैनूं? वो ते बकवास ही होगी। बिल्कुल एनर्जी का फ्लो ते निजी साहब तुहाडे जड़ा चुत करना ना, जो मैं लागे मेरे जिहड़ा मेरा इन्ने करीब आ, वो मेरे प्यार नूं नहीं अनुभव कर सके ते रब को कित्थों मेरी अरदास जाऊगी? दसो मेरी जाऊगी अरदास? बिल्कुल नहीं। ये रिश्ता बड़ा बरीक जे, कुदरत किथे नहीं हैगी, परमात्मा इस संसार च ही बैठा है। हुण आप अगले बन्ने कहंदे आ जिहड़ा उहदी कदर करदा है, जिहड़ा जग नूं उहदा परमात्मा दा रूप समझदा है, ते ओहनूं माया कुछ नहीं कहंदी, उहदे तो चुक लैंदी माया। सही है ना जैसा? बिल्कुल। मिटंत माया ने छड्डना ही नहीं तुहानूं, माया ने। हाँ, मिटंत तत्रागत भरम मोहं, ਕਹਿੰਦੇ ਉਹਦੇ ਨਾਲ ਭਰਮ ਤੇ ਮੋਹ ਮਿਟ ਜਾਂਦਾ ਹੈ। ਜਿਹਦੇ ਕੋਲ ਦਇਆ ਜੀ ਦਇਆ ਹੁੰਦੀ ਹੈ, ਜਿਹਦੇ ਕੋਲ ਜਿਹੜਾ ਹੈਗਾ ਗੁਰੂ ਦੇ ਉਹ ਸ਼ਬਦ ਦੇ ਨਾਲ ਪਿਆਰ ਕਰਦਾ ਹੈ ਜਿਹੜਾ, ਤੇ ਜਿਹਦੇ ਕਰਮ ਜਿਹੜੇ ਹੈਗੇ ਉਹ ਕੀਰਤੀ ਕਰਨੇ ਆ, ਤੇ ਮਿਟੰਤ ਤਤਰਾਗਤ ਭਰਮ ਮੋਹਨ, ਕਹਿੰਦੇ ਉਹਦਾ ਭਰਮ ਤੇ ਮੋਹ ਸਾਰਾ ਜਿਹੜਾ ਮਿਟ ਜਾਂਦਾ ਹੈ ਭਾਈ। ਮਾਇਆ ਦੀ ਅਟੈਚਮੈਂਟ ਉਹ ਨਿੱਜਰ ਸਾਹਿਬ ਮਿਟ ਹੀ ਜਾਣਾ। ਨਿੱਜਰ ਸਾਹਿਬ ਜਦੋਂ ਮੈਂ ਕਹਿਤਾ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ, ਤੇ ਉਹ ਭਰਮ ਕਿੱਥੋਂ ਰਹਿ ਜਾਣਾ? ਬਿਲਕੁਲ। ਪ੍ਰੋਬਲਮ ਤੇ ਇਹ ਆ ਕਿ ਜਦੋਂ ਮੈਂ ਕਹਿੰਦਾ ਮੈਂ ਚੰਗਾ ਵਾਂ, ਮੈਂ ਬੜਾ ਸਿਆਣਾ ਵਾਂ, ਆਪਾਂ ਇਹ ਤੇ ਸੋਚਦੇ ਆ ਨਾ। ਹਾਂ, ਮੈਂ ਇੱਕ ਚੀਜ਼ ਆਪਾਂ, ਪਰ ਫਿਰ ਵੀ ਨਿੱਜਰ ਸਾਹਿਬ 10-20% ਅਗਲਾ ਸਹੀ ਵੀ ਹੁੰਦਾ ਵਾ, 100% ਕੋਈ ਵੀ ਨਹੀਂ ਗਲਤ ਹੁੰਦਾ। ਜਦੋਂ ਅਸੀਂ ਸੋਚਦੇ ਨਾ ਕਿ ਅਸੀਂ ਸਹੀ ਆ, ਉਦੋਂ ਤੇ ਗੜਬੜ ਹੋ ਜਾਂਦੀ ਹੈ। ਉਦੋਂ ਫਿਰ ਮਾਇਆ ਆ ਜਾਂਦੀ ਹੈ ਸਾਡੀ ਅੱਖਾਂ ਤੇ, ਸਾਨੂੰ ਦਿਖਦਾ ਹੀ ਕੁਝ ਨਹੀਂ। ਹਉਮੈ ਤੇ ਤੁਹਾਨੂੰ ਪਤਾ, ਹਉਮੈ ਤਾਂ ਜਿਗਰ ਰੋਗ ਆ, ਸਭ ਤੋਂ ਖਤਰਨਾਕ ਰੋਗ। ਔਰ ਹਉਮੈ ਜਦੋਂ ਬੰਦੇ ਦੀ ਆਉਂਦੀ ਹੈ, ਫਿਰ ਬੱਕਰੇ ਨੂੰ ਮੈਂ ਬੜਾ ਚਲਾਕ, ਮੈਂ ਬੜਾ ਪੜਿਆ, ਮੈਂ ਫਲਾਨਾ, ਮੈਨੂੰ ਉਹ ਆਉਂਦਾ, ਮੈਨੂੰ ਆਉਂਦਾ, ਮੈਨੂੰ ਜਾ ਆਉਂਦਾ। ਉਹ ਕਹਿੰਦੇ ਤੈਨੂੰ ਆਉਂਦਾ ਤੇ ਹੈਗਾ, ਬਾਣੀ ਕਹਿੰਦੀ ਤੈਨੂੰ ਆਇਆ, ਇਹ ਤੇਰਾ ਨਹੀਂ ਹੈ, ਤੈਨੂੰ ਦਿੱਤਾ ਵਾ ਲੋਕਾਂ ਨੇ, ਇਹ ਕਰਜ਼ਾ ਵਾ ਤੇਰੇ ਤੇ ਭੁਲਿਆ। ਪਿੱਤਰ ਰਿਣ, ਮਾਂ ਪਿਓ ਦਾ ਰਿਣ, ਔਰ ਉਸ ਤੋਂ ਬਾਅਦ ਗੁਰੂ ਦਾ ਰਿਣ, ਇਹ 3 ਬੰਦਿਆਂ ਦਾ ਰਿਣ ਆ ਤੇਰੇ ਤੇ। ਫਿਰ ਤੂੰ ਇੱਥੇ ਪਹੁੰਚਿਆ, ਜੋ ਵੀ ਤੈਨੂੰ ਦੇ ਰਿਹਾ ਉਹ ਸਭ ਤੇਰੀ ਮੰਜ਼ਿਲ ਤੱਕ ਤੈਨੂੰ ਪਹੁੰਚਣ ਦੇ ਲਈ ਤੈਨੂੰ ਸਪੋਰਟ ਕਰ ਰਿਹਾ। ਜੇਕਰ ਤੂੰ ਉਹਨਾਂ ਨੂੰ ਭੁੱਲ ਰਿਹਾ ਤੇ ਤੇਰੀ ਜ਼ਿੰਦਗੀ 'ਚ ਦੁੱਖ ਆਉਣਗੇ। ਪਰ ਜੇ ਤੂੰ ਦੁਖੀ ਹੈ, ਇਹਦਾ ਮਤਲਬ ਇਹਨਾਂ ਤਿੰਨਾਂ 'ਚ ਤੂੰ ਕੁਛ ਗੜਬੜ ਕਰ ਰਿਹਾ, ਜਿਹਦੇ ਕਰਕੇ ਉਹ ਨਿੱਜਰ ਸਾਹਿਬ ਤੇਰੇ ਜੀਵਨ 'ਚ ਪ੍ਰੋਬਲਮ ਆ ਰਹੀ ਹੈ। ਇਹ ਸੱਚ ਹੈਗਾ ਜੀ। ਜੇ ਕੋਈ ਦੁਖੀ ਹੈ, ਜੇ ਕੋਈ ਸਰੀਰਕ ਕਸ਼ਟ ਹੈਗਾ, ਉਹਦਾ ਕਾਰਨ ਇਹੋ ਹੀ ਹੈ ਕਿ ਇਹ ਬੰਦਾ ਇਹਨਾਂ ਤਿੰਨਾਂ ਨੂੰ ਭੁੱਲ ਗਿਆ, ਜਾਂ ਤਿੰਨਾਂ ਤੋਂ ਦੂਰ ਚਲ ਗਿਆ, ਜਾਂ ਕੁਛ ਕਰ ਰਿਹਾ ਉਹ ਏਦਾਂ ਦਾ ਕਰ ਰਿਹਾ ਜਿਹਦੇ ਕਰਕੇ ਉਹਦੀ ਜ਼ਿੰਦਗੀ 'ਚ ਰਿਫਲੈਕਸ਼ਨ ਆ ਰਹੀ ਹੈ ਨਿੱਜਰ ਸਾਹਿਬ। ਕਿਉਂਕਿ ਕੁਦਰਤ ਜਿਹੜੀ ਹੈ ਨਾ, ਕੁਦਰਤ ਕੁਛ ਨਹੀਂ ਕਹਿੰਦੀ, ਪਰ ਜਦੋਂ ਕੁਦਰਤ ਦੇ ਆਪਾਂ ਓਪੋਜਿਟ ਹੋ ਜਾਂਦੇ ਹਾਂ ਤੇ ਫਿਰ ਕੁਦਰਤ ਦਾ ਰਿਐਕਸ਼ਨ ਵੀ ਨਿੱਜਰ ਸਾਹਿਬ ਚੇਂਜ ਹੋ ਜਾਂਦਾ। ਕਿਉਂਕਿ ਇਹ ਜਿਹੜਾ ਬ੍ਰਹਮ ਦੇਦਾ ਪਿਆ ਨਿੱਜਰ ਸਾਹਿਬ ਹੈ ਤੇ ਕੁਦਰਤੀ ਹੈ ਸਾਰੀ। ਇਹਨੂੰ ਕਿੱਦਾਂ ਆਪਾਂ ਇਹਨੂੰ ਛੱਡ ਕੇ ਇਹ ਤੋਂ ਆਪਾਂ ਹੁਣ ਬਾਣੀ ਤੇ ਕਲੀਅਰ ਕਰਨ ਦੀ ਆ। ਮੈਂ ਥੋੜੀ ਕੁਛ ਕਹਿੰਦੇ ਆ ਆਦੇ ਬਾਣੀ ਸੱਚੀ ਗੱਲ, ਮੇਰੀਆਂ ਗੱਲਾਂ ਤਸਦੀਕ ਕਰ ਦਿੱਤੀਆਂ ਕਿ ਕੁਦਰਤ ਤੇ ਹੈਗੀ ਆ। ਜਦੋਂ ਇਹਨੂੰ ਆਪਾਂ ਇਹਦੀ ਕੁਦਰਤੀ ਇਹ ਤੇ ਕਹਿੰਦੀ ਬਾਣੀ ਜਿਹਦੀ ਬ੍ਰਹਮ ਹੈਗਾ, ਇਹਨੂੰ ਛੱਡ ਕੇ ਤੇ ਆਪਾਂ ਉੜਦੀਆਂ ਨੂੰ ਫੜਾਂਗੇ, ਇਹ ਕਿੱਥੋਂ ਗੱਲ ਬਣੂਗੀ? ਉਹ ਮੁਸ਼ਕਿਲ ਹੋ ਜਾਏਗੀ ਨਿੱਜਰ ਸਾਹਿਬ। ਹਾਂਜੀ, ਕੀ ਕਹਿ ਰਹੇ ਸੀ? ਹਾਂ, ਮੈਂ ਤਾਂ ਇਹੀ ਕਹਿ ਰਿਹਾ ਸੀਗਾ ਬਈ ਉਹ ਐਸੇ ਇਨਸਾਨ ਨੂੰ ਜਿਹਨੂੰ ਕਿ ਜਿਹਦੇ ਅੰਦਰ ਦਇਆ ਹੈਗੀ ਹੈ, ਜਿਹਦੇ ਅੰਦਰ ਜਿਹੜਾ ਹੈਗਾ ਫਰਜ਼ ਹੈਗਾ ਆਪਣਾ, ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਦੇਖ ਰਿਹਾ ਹੈ, ਜਿਹਨੂੰ ਹਰੇਕ ਦੇ ਉੱਤੇ ਤਰਸ ਆਉਂਦਾ ਹੈ। ਭਗਵਾਨ ਰਮਣੰ ਸਰਬਤਰ ਥਾਨ, ਉਹ ਪਰਮਾਤਮਾ ਨੂੰ ਹਰ ਜਗ੍ਹਾ ਤੇ ਹਰੇਕ ਦੇ ਵਿੱਚ ਦੇਖਦਾ ਹੈ ਰਮਿਆ ਹੋਇਆ। ਉਹਨੂੰ ਜਿਹੜਾ ਹੈਗਾ ਜੀਵਨ ਦੀ ਜਾਂਚ ਹੈਗੀ ਆ, ਤੇ ਉਹਨੂੰ ਜਿਹੜੇ ਹੈਗੇ ਦਰਸ਼ਨ ਹੋਣੇ ਹੀ ਹੋਣੇ ਆ। ਤੇਰੇ ਮਾਲਕ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਣੀ ਆ ਉਸ ਦੇ ਉੱਤੇ, ਕਿਉਂਕਿ ਉਹ ਸਾਧ ਹੈਗਾ। ਸਾਧ ਦੀ ਰਸਨਾ ਤੇ ਮਾਲਕ ਵਸਦਾ ਹੈ। ਕਹਿੰਦੇ ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ, ਕਹਿੰਦੇ ਸਾਧ ਦੀ ਰਸਨਾ, ਐਸੇ ਸਾਧੂਆਂ ਦੀ ਰਸਨਾ ਤੇ ਉਹ ਮਾਲਕ ਪਰਮਾਤਮਾ ਵਸਦਾ ਹੈ। ਔਰ ਉਹਨਾਂ ਨੂੰ ਜਿਹੜਾ ਹੈਗਾ ਉਸ ਤੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਮਾਲਕ ਦੀ। ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ, ਔਰ ਪਰਮਾਤਮਾ ਦੇ ਦਰਸ਼ਨ ਜਿਹੜੇ ਅਮੋਘ ਜਿਹੜੇ ਹੈਗੇ ਆ, ਇਹ ਕਦੀ ਵੀ ਜਿਹੜੇ ਹੈਗੇ ਨਿਸ਼ਫਲ ਨਹੀਂ ਜਾਂਦੇ। ਮਾਲਕ ਦੇ ਦਰਸ਼ਨ ਜਿਹੜੇ ਅਮੋਘ ਕਹਿੰਦੇ ਆ, ਉਹ ਮਾਲਕ ਦੇ ਦਰਸ਼ਨ ਹੁੰਦੇ ਆ ਉਹਨਾਂ ਨੂੰ।
ਕਿੰਨਾਂ ਨੂੰ? ਹਰ 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 ਹਰੇ ਨਾਨਕ ਪ੍ਰਿਯੰਗ ਜਾਪ ਜਪਨਾ। ਜਿਹੜੇ ਪਰਮੇਸ਼ਰ ਦਾ ਧਿਆਨ ਸਿਮਰਨ ਕਰਦੇ ਆ ਭਾਈ, ਉਹ ਪਿਆਰੇ ਦਾ ਜਾਪ ਜਪਦੇ ਆ। ਤੇ ਦਇਆ ਜਿਹੜੀ ਹੈਗੀ ਨਾ, ਦਇਆ ਤੋਂ ਤਾਂ ਧਰਮ ਪੈਦਾ ਹੀ ਹੁੰਦਾ ਹੈ। ਧੌਲ ਧਰਮ ਦਇਆ, ਦਇਆ ਕਾ ਪੂਤ। ਜੇ ਦਇਆ ਹੀ ਨਹੀਂ ਹੈ ਇਨਸਾਨ ਦੇ ਅੰਦਰ, ਜੇ ਗਮਰੋੜ ਹੀ ਹੈਗਾ, ਆਪਣਾ ਸੈਲਫ ਓਰੀਐਂਟਡ ਹੈਗਾ, ਤੇ ਉਹਦੇ ਅੰਦਰ ਤਾਂ ਧਰਮ ਨਾਮ ਦਾ ਚੀਜ਼ ਜਿਹੜੀ ਹੈਗੀ ਪੈਦਾ ਹੀ ਨਹੀਂ ਹੋਣੀ। ਹਾਂਜੀ ਵੀਰ ਜੀ। ਨਿੱਜਰ ਸਾਹਿਬ, ਜਿਹੜੇ ਬੰਦੇ ਨੇ ਸਾਰਾ ਕ੍ਰੀਏਟ ਆਪ ਲੈ ਲਿਆ ਕਿ ਮੈਂ ਕੀਤਾ, ਉਹ ਤੇ ਖਤਮ, ਉਹ ਤੇ ਬਲੌਕ ਕਰਤੀ એનર્ਜੀ ਉਹਨੇ। ਉਹ એનર્ਜੀ ਜਿਹੜੀ ਹੁਣ ਛੱਪੜ ਦਾ ਪਾਣੀ ਨੂੰ ਬੋ ਮਾਰਨਾ ਉਹਨੇ। ਬਿਲਕੁਲ ਸਹੀ ਗੱਲ ਹੈ। ਧਰਮ ਤੇ ਸਾਨੂੰ ਦਇਆ ਤੇ ਸਿਖਾਉਂਦੀ, ਇਨਸਾਨੀਅਤ ਸਿਖਾਉਂਦੀ। ਉਹ ਕਹਿੰਦੀ ਕਿ ਤੂੰ 10-9 ਦੀ ਕਮਾਈ ਕਰ, ਉਹ 10-20% ਲੋਕਾਂ ਦੀ ਮਦਦ ਕਰ। ਦੇਖ ਲਾਗੇ ਬੰਨੇ ਜਿਨ੍ਹਾਂ ਨੂੰ ਲੋੜਾਂ ਵਾ, ਕਿਉਂਕਿ ਕੁਦਰਤ ਨੇ ਇਸੇ ਹੀ ਤਰ੍ਹਾਂ ਪ੍ਰਕਿਰਤੀ ਬਣਾਈ ਆ। ਕੁਦਰਤ ਸਾਰਿਆਂ ਨੂੰ ਅਮੀਰ ਵੀ ਬਣਾ ਸਕਦੀ ਸੀ, ਜਾਣ ਬੁੱਝ ਕੇ ਕੁਦਰਤ ਨੇ ਏਦਾਂ ਦਾ ਸਿਸਟਮ ਰਚਿਆ ਕਿ ਇਨਸਾਨ 'ਚ ਇਨਸਾਨੀਅਤ ਆਉਂਦੀ ਆ। ਅੱਜ ਦੇਖੀਏ, ਅੱਜ ਤੋਂ 35 ਸਾਲ 40 ਸਾਲ ਪਹਿਲਾਂ ਮੈਂ ਵੇਖਣ ਡਿਆ ਇੱਕ ਘਰ 'ਚ 8-10 ਜੀ ਆਰਾਮ ਨਾਲ ਰਹਿੰਦੇ ਸੀ, ਜੁਆਇੰਟ ਫੈਮਿਲੀ ਸੀ। ਚਲੋ ਹੁਣ ਵੀ ਠੀਕ ਹੈ, ਕੋਈ ਹੁਣ ਨਿਊਕਲੀਅਰ ਫੈਮਿਲੀ ਹੋ ਗਈ ਆ, ਹਸਬੈਂਡ ਵਾਈਫ ਤੇ ਬੱਚੇ। ਉਹ ਚਾਹੁੰਦੇ ਅਸੀਂ ਸੈਪਰੇਟ ਆਜ਼ਾਦੀ ਨਾਲ ਰਹੀਏ। ਚਲੋ ਬਜ਼ੁਰਗਾਂ ਦੀ ਵੀ ਜ਼ਿੰਮੇਵਾਰੀ ਬਣਦੀ, ਅੰਡਰਸਟੈਂਡਿੰਗ ਕਰਨ, ਉਹ ਸੰਨਿਆਸ ਲੈਣ। ਨੌ ਆ ਗਈ ਆ, ਥੋੜਾ ਜਿਹਾ ਆਪਣੀਆਂ ਪਾਵਰਾਂ ਨੂੰ ਛੱਡੋ, ਪਿੱਛੇ ਆ ਜਾਓ, ਕਿਉਂਕਿ ਉਹ ਆਪਾਂ ਜਿਵੇਂ ਜਿਵੇਂ ਉਮਰ ਵੱਧਦੀ ਨਾ ਤਿਵੇਂ ਤਿਵੇਂ ਸਾਡੀ ਪਕੜ ਵੱਧਦੀ ਹੈ। ਕੁਦਰਤ ਨੇ ਨਾ ਬੜਾ ਸੋਹਣਾ ਸਾਡੀ ਜ਼ਿੰਦਗੀ 'ਚ ਇੱਕ ਨਿਯਮ ਬਣਾਇਆ, ਜਵਾਨੀ, ਪਹਿਲਾਂ ਬਚਪਨ, ਫਿਰ ਜਵਾਨੀ, ਫਿਰ ਵਿਆਹ ਹੋ ਜਾਂਦਾ। ਫਿਰ ਜਿਵੇਂ ਜਿਵੇਂ ਉਮਰ ਦੀ ਵੱਧਦੀ ਹੈ ਨਾ, ਬੰਦਾ ਪਕੜ ਬਹੁਤ ਕਰ ਲੈਂਦਾ। ਪਰ ਇਹ ਪਕੜ ਜਦੋਂ ਹੁੰਦੀ ਹੈ ਜ਼ਿਆਦੀ, ਫਿਰ ਉਹਨੂੰ ਛੱਡਣਾ ਬੜਾ ਔਖਾ ਹੈ। ਔਰ ਸਾਨੂੰ ਜਦੋਂ ਸਾਡੇ ਘਰ ਬੱਚਾ ਆ ਗਿਆ, ਵਿਆਹ ਹੋ ਗਿਆ, ਨੌ ਆ ਗਈ ਹੈ, ਫਿਰ ਸ਼ਾਂਤ ਹੋ ਜਾਣਾ ਚਾਹੀਦਾ, ਨਿੱਜਰ ਸਾਹਿਬ, ਸੰਨਿਆਸ ਲੈਣਾ ਚਾਹੀਦਾ। ਹਾਂ, ਕੁਛ ਚੀਜ਼ਾਂ ਹੈਗੀਆਂ ਨੇ, ਨੁਕਸਾਨ ਹੁੰਦੇ ਆ, ਮੈਂ ਵੇਖਣਾ ਪਿਆ ਵਾਂ ਨੁਕਸਾਨ ਹੁੰਦੇ ਆ, ਪਰ ਉੱਥੇ ਚੁੱਪ ਰਹੀਏ ਆਪਾਂ, ਉਹਨਾਂ ਨੂੰ ਸਿੱਖਣ ਦੇਈਏ। ਜੇ ਆਪਾਂ ਨੂੰ ਨਹੀਂ ਸਿੱਖਣ ਦੇਵਾਂਗੇ ਤੇ ਨਿੱਜਰ ਸਾਹਿਬ ਫਿਰ ਤੋਂ ਜ਼ਿੰਦਗੀ ਪਰ ਸਾਡੀਆਂ ਉਂਗਲਾਂ ਫੜ ਕੇ ਤੁਰੇ ਫਿਰਨਗੇ। ਉਹ ਗੱਲ ਹੋਈ। ਬਿਲਕੁਲ। ਅੱਜ ਤੋਂ ਮੈਂ ਨਾ ਇੱਕ ਛੋਟੀ ਜਿਹੀ ਗੱਲ ਸੁਣਾਉਣਾ ਨਿੱਜਰ ਸਾਹਿਬ ਨਾ। ਕੁਝ ਗੱਲਾਂ ਮੈਨੂੰ ਜ਼ਿੰਦਗੀ 'ਚ ਮੇਰੀਆਂ ਬੜੀਆਂ ਮਜ਼ਬੂਤ ਗੱਲਾਂ, ਔਰ ਮੈਨੂੰ ਬੜੀਆਂ ਵਧੀਆ ਗੱਲਾਂ ਜ਼ਿੰਦਗੀ 'ਚ ਮਿਲੀਆਂ, ਔਰ ਮੈਨੂੰ ਸਵਾਲਾਂ ਦੇ ਜਵਾਬ, ਮੈਨੂੰ ਬੜੇ ਕਈ ਸਵਾਲਾਂ ਦੇ ਜਵਾਬ ਮੈਨੂੰ 20 ਸਾਲ ਬਾਅਦ ਪਤਾ ਲੱਗੇ। ਮੇਰੇ ਫਾਦਰ ਸਾਹਿਬ ਸੀ ਤੇ ਬੈਠੇ ਸਾਂ, ਕੋਈ ਟੌਪਿਕ ਤੇ ਗੱਲ ਹੋ ਗਈ, ਬੜੀ ਪੁਰਾਣੀ ਗੱਲ। ਹਾਂਜੀ। ਤੇ ਅਸੀਂ ਤਿੰਨੇ ਭਰਾ ਬੈਠੇ ਤੇ ਇੱਕ ਗੱਲ ਤੇ ਮੈਂ ਡੈਡੀ ਨਾਲ ਐਗਰੀ ਨਹੀਂ ਹੋਇਆ। ਮੈਂ ਐਗਰੀ ਨਾ ਹੋਇਆ ਤੇ ਮੈਂ ਸੋਚਦਾ ਸੀ ਡੈਡੀ ਦਾ ਰਿਐਕਸ਼ਨ ਸ਼ਾਇਦ ਗੁੱਸਾ ਕਰੂਗਾ ਕਿ ਵੀ ਚਰਨਜੀਤ ਤੂੰ ਕਿਉਂ ਨਹੀਂ ਮੇਰੀ ਗੱਲ ਮੰਨਦੇ, ਹਨਾ। ਡੈਡੀ ਅੰਦਰੋਂ ਖੁਸ਼ ਹੋ ਗਿਆ ਤੇ ਪਰੇ ਚੱਲ ਗਿਆ। ਚਲੋ ਗੱਲ ਹੁਣ ਉਹ ਕਾਫੀ ਸਾਲਾਂ ਬਾਅਦ ਹੁਣ ਮੇਰਾ ਲੜਕਾ ਜਿਹੜਾ ਹੈਗਾ ਵਾ ਕਮਲ, ਉਹਨੇ ਨਾ ਇੱਕ ਦਿਨ ਮੇਰੀ ਗੱਲ ਮੰਨੀ ਨਹੀਂ। ਮੈਂ ਕੁਝ ਕਿਹਾ ਤੇ ਉਹਨੇ ਮੇਰੇ ਨਾਲ ਡਿਸਕਸ ਕੀਤੀ ਗੱਲ। ਉਹ ਕਹਿੰਦਾ ਕਿ ਮੈਨੂੰ ਕਲੀਅਰ ਕਰੋ। ਮੈਂ ਵੀ ਦੱਸਿਆ ਨੂੰ ਤੇ ਮੈਨੂੰ ਗੁੱਸਾ ਨਹੀਂ ਆਇਆ, ਮੈਨੂੰ ਖੁਸ਼ੀ ਹੋਈ। ਮੈਂ ਇਹ ਮਹਿਸੂਸ ਹੋਇਆ ਕਿ ਇਹ ਬੱਚਾ ਆਪਣੀ ਹੋਂਦ ਬਣਾਉਣਾ ਚਾਹੁੰਦਾ ਨਿੱਜਰ ਸਾਹਿਬ। ਬਿਲਕੁਲ। ਉਹ ਬੱਚਾ ਨਹੀਂ ਚਾਹੁੰਦਾ ਕਿ ਮੈਂ ਪਾਪਾ ਤੇਰੀ ਉਂਗਲ ਫੜਾਂ। ਉਹ ਕਹਿੰਦਾ ਮੇਰੇ ਕੁਝ ਡਿਸੀਜਨ ਹੈਗੇ, ਮੈਨੂੰ ਲੈਣ ਦਿਓ। ਔਰ ਫਿਰ ਮੈਨੂੰ ਆਪਣੇ ਡੈਡੀ ਦੀ ਗੱਲ ਚੇਤੇ ਆ ਗਈ ਕਿ ਡੈਡੀ ਮੈਨੂੰ ਉਦੋਂ ਕਿਉਂ ਨਹੀਂ ਮਨਾ ਕੀਤਾ ਜਾਂ ਮਾੜਾ ਚੰਗਾ ਨਹੀਂ ਬੋਲਿਆ, ਆਪਣੀ ਈਗੋ ਕਿਉਂ ਨਹੀਂ ਲੈਂਦੀ। ਉਹ ਖੁਸ਼ ਹੋਇਆ ਕਿ ਇਹ ਬੱਚਾ ਹੁਣ ਸਿਆਣਾ ਹੋ ਗਿਆ ਹੈ, ਇਹ ਕੋਈ ਡਿਸੀਜਨ ਇਹ ਖੁਦ ਲੈਣਾ ਚਾਹੁੰਦਾ ਹੈ। ਇਸੇ ਤਰ੍ਹਾਂ ਨਿੱਜਰ ਸਾਹਿਬ ਸਾਡੀ ਜ਼ਿੰਦਗੀ ਜਦੋਂ ਸਾਡੇ ਬੱਚੇ ਵੱਡੇ ਹੁੰਦੇ ਨਾ, ਉਹਨਾਂ ਨੂੰ ਵੇਖੋ ਜੇ ਉਹ ਵੱਡੇ ਡਿਸੀਜਨ ਲੈਣਾ ਚਾਹੁੰਦੇ ਆ, ਕੋਈ ਡਿਸੀਜਨ ਲੈਣ ਦੇ, ਮੈਂ ਸੋਚਦਾ ਕਿ ਉਹਨਾਂ ਦੇ ਡਿਸੀਜਨ ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਤੁਸੀਂ ਕੀ ਕਹਿੰਦੇ ਇਹਦੇ ਬਾਰੇ? ਬਿਲਕੁਲ, ਬਹੁਤ ਵਧੀਆ ਜੀ, ਬਿਲਕੁਲ ਸਹੀ ਹੈ। ਹਾਂ, ਤੇ ਉਹ ਇੱਕ ਵਾਰੀ ਹੁਣ ਮੈਂ ਸਕੂਲ ਦੀ ਗੱਲ ਹੈ ਕਿ ਹੋਰ ਕਿੱਸਾ ਸੁਣਾਉਣਾ ਮੈਂ। ਤੇ ਉਹ ਕੋਈ ਬੁੱਲੀ ਬੱਚਾ ਸੀ ਮੁੰਡਾ, ਤੇ ਉਹ ਕਹਿੰਦਾ ਸੀ ਕਿ ਇਹਨੂੰ ਡਿਸਟਰਬ ਕਰਦਾ। ਇਹ ਮੁੰਡਾ ਬਹੁਤ ਮਤਲਬ ਨਾ ਹੈ ਤੇ ਜਵਾਨ ਹੈ, ਬਟ ਇਹ ਮਤਲਬ ਕਿ ਇਹਨੂੰ ਹਰਟ ਨਹੀਂ ਕਰਦਾ। ਤੇ ਉਹ ਇਹਨੂੰ 3-4 ਮੁੰਡਿਆਂ ਦਾ ਗਰੁੱਪ ਸੀ। ਮੈਂ ਤੂੰ ਕੀ ਕਹਿਣਾ, ਮੈਨੂੰ ਦੱਸਦਾ ਆ ਗਿਆ ਕਿ ਏਦਾਂ ਇੱਕ ਮਸਲਾ ਆ ਗਿਆ, ਉਹ ਮੈਨੂੰ ਮਤਲਬ ਮੈਨੂੰ ਡਿਸਟਰਬ ਕਰਦਾ, ਕਮੈਂਟ ਕਰਦਾ। ਤੇ ਮੈਂ ਕਮਲ ਮੈਂ ਤੇਰੀ ਹੈਲਪ ਕਰਾਂ। ਕਹਿੰਦਾ ਪਾਪਾ ਹੈਲਪ ਤੁਸੀਂ ਮੇਰੀ ਕਰ ਤੇ ਸਕਦੇ, ਪਰ ਮੈਨੂੰ ਟਾਈਮ ਦਿਓ। ਫਿਰ 2 ਦਿਨਾਂ ਬਾਅਦ ਕਹਿੰਦਾ ਕਿ ਮੈਂ ਖੁਦ ਹੀ ਡੀਲ ਕਰਾਂਗਾ ਕਿਉਂਕਿ ਜ਼ਿੰਦਗੀ ਮੇਰੀ ਆ। ਨਿੱਜਰ ਸਾਹਿਬ ਦੇਖੋ, ਇਹ ਬੱਚੇ ਇੱਥੋਂ ਹੀ ਤਾਂ ਪਤਾ ਲੱਗਦਾ ਨਾ ਕਿ ਬੱਚੇ ਅੰਡਰਸਟੈਂਡਿੰਗ ਕਰ ਰਹੇ ਸਬਜੈਕਟ ਨੂੰ। ਉਹ ਕਹਿੰਦਾ ਕਿ ਪਾਪਾ ਮੈਂ ਚਾਹੁੰਦਾ ਕਿ ਮੇਰਾ ਪ੍ਰੋਬਲਮ ਹੈਗੀ ਨਾ, ਮੈਂ ਖੁਦ ਫੇਸ ਕਰਾਂ। ਫਿਰ ਉਹਨੇ ਫੇਸ ਕਰ ਲਈ, ਸੈਟਲ ਕਰ ਲਈ। ਤੇ ਮੈਂ 2-3 ਦਿਨਾਂ ਬਾਅਦ ਪੁੱਛਿਆ, ਮੈਂ ਕਮਲ ਉਹ ਤੇਰੇ ਮਸਲੇ ਦਾ ਕੀ ਹੱਲ ਕੀਤਾ ਤੂੰ? ਉਹ ਜਿਹੜਾ ਕਹਿੰਦੇ ਆ ਕਿ ਮੁੰਡਾ ਇੱਥੇ ਲੜਦਾ ਝਗੜਦਾ ਵਾ ਕਾਲਜ ਸਕੂਲ ਦੇ ਵਿੱਚ,
ਤੇ ਕਹਿੰਦਾ ਕਿ ਪਾਪਾ ਗੱਲ ਕੁਛ ਵੀ ਨਹੀਂ ਸੀ। ਮੈਂ ਉਹਦੇ ਨਾਲ ਡਾਇਰੈਕਟ ਗੱਲ ਕੀਤੀ, ਕਮਿਊਨੀਕੇਸ਼ਨ ਕੀਤਾ ਉਹਦੇ ਨਾਲ ਕਿ ਵੀਰੇ ਦੱਸ ਕੀ ਪ੍ਰੋਬਲਮ ਕੀ ਆ, ਤੂੰ ਬਾਰ-ਬਾਰ ਏਦਾਂ ਕਰ ਰਿਹਾ ਤੇ ਆਪਾਂ ਜੋ ਵੀ ਹੈਗਾ ਬਹਿ ਕੇ ਸੈਟਲ ਕਰ ਲਈਏ, ਰਾਈਟ? ਕਿਉਂਕਿ ਮੈਂ ਤੇ ਪੜ੍ਹਨ ਆ ਰਿਹਾ ਤੇ ਮੈਂ ਤੇਰੇ ਨਾਲ ਲੜੂੰਗਾ, ਝਗੜੂੰਗਾ, ਮੈਂ ਮਤਲਬ ਏਦਾਂ ਕਰਨਾ ਨਹੀਂ ਚਾਹੁੰਦਾ। ਉਸ ਤੋਂ ਦਿਨ ਤੋਂ ਬਾਅਦ ਕਿਤੇ ਗੱਲ ਖਤਮ ਹੋ ਗਈ। ਬਿਲਕੁਲ। ਸੋ ਬੱਚੇ ਦੇਖੋ ਨਿੱਜਰ ਸਾਹਿਬ, ਬੱਚੇ ਆਪਣੀ ਹੋਂਦ ਬਣਾਉਣਾ ਚਾਹੁੰਦੇ ਨੇ, ਔਰ ਅਕਸਰ ਮੈਂ ਚਾਹੁੰਦਾ ਕਿ ਬੱਚੇ ਗੱਲ ਤੁਹਾਡੇ ਨਾਲ ਕਰਦੇ ਨਾ, ਗੱਲ ਘੁਮਾ ਘੁਮੂ ਕੇ ਕਰਦੇ ਆ, ਪਰ ਸਾਡਾ ਫਰਜ਼ ਬਣਦਾ ਉਹਨੂੰ ਤੋੜੀਏ ਨਾ, ਉਹਦੀ ਗੱਲ ਸੁਣੀਏ, ਉਹ ਕਹਿਣਾ ਕੀ ਚਾਹੁੰਦਾ। ਕਈ ਵਾਰੀ ਅਕਸਰ ਬੱਚੇ ਸਾਡੇ ਨਾਲ ਗੱਲਾਂ ਕਰਦੇ ਆ, ਮਾਂ ਪਿਓ ਦੀ ਬੜੀ ਵੱਡੀ ਜ਼ਿੰਮੇਵਾਰੀ ਨਿੱਜਰ ਸਾਹਿਬ, ਉਸ ਟਾਈਮ ਉਹਦੀ ਗੱਲ ਨੂੰ ਸੁਣੋ, ਉਹਦੀ ਗੱਲ ਵੇਖੋ, ਉਹਨੇ ਤੁਹਾਡੇ ਨਾਲ ਸੱਚ ਦੀ ਗੱਲ ਕਰੂਗਾ, ਉਹਦੀ ਗੱਲ 'ਚ ਤੁਹਾਨੂੰ ਪੁਆਇੰਟ ਮਿਲੂਗਾ, ਫਿਰ ਉਹਦੀ ਹੈਲਪ ਕਰੋ ਜੇ ਤੁਸੀਂ ਕਰ ਸਕਦੇ ਜੋ, ਜਾਂ ਥੋੜਾ ਬਹੁਤ ਗਾਈਡ ਕਰ ਦਿਓ। ਨਹੀਂ ਤੇ ਜਦੋਂ ਆਪਾਂ ਉਹਦੀ ਗੱਲ ਸੁਣਦੇ ਹੀ ਨਹੀਂ ਆਪਾਂ, ਤੇ ਉਹ ਵਿਚਾਰੇ ਦੀਆਂ ਗੱਲਾਂ ਅੰਦਰ ਹੀ ਰਹਿ ਜਾਂਦੀਆਂ, ਫਿਰ ਉਹ ਗੈਪ ਨਿੱਜਰ ਸਾਹਿਬ ਵੱਧਦਾ ਜਾਂਦਾ। ਉਹ ਫਿਰ ਜਦੋਂ ਗੈਪ ਵੱਧਦਾ ਵਾ, ਫਿਰ ਉਹ ਗੱਲਾਂ ਵਿਚਾਰਾ ਕਰਦਾ ਹੀ ਨਹੀਂ, ਉਹ ਫਿਰ ਆਪਣੇ ਲੈਵਲ ਤੇ ਉਹ ਕਰਦਾ, ਉਹ ਫਾਈਟ ਕਰਦਾ, ਉਹ ਗਿਆਨ ਜਿਹੜਾ ਫਿਰ ਸਾਡੇ ਕੋਲ ਰਹਿ ਜਾਂਦਾ ਨਿੱਜਰ ਸਾਹਿਬ, ਉਹਨਾਂ ਕੋਲ ਜਾਂਦਾ ਹੀ ਨਹੀਂ, ਉਹ ਰਿਸ਼ਤਾ ਤੋੜਦਾ ਨਾ ਆਪਾਂ, ਕਨੈਕਸ਼ਨ। ਜਦੋਂ ਉਹਨਾਂ ਦੀਆਂ ਗੱਲਾਂ ਆਪਾਂ ਅੰਡਰਸਟੈਂਡ ਕਰਦੇ ਹਾਂ, ਕਈ ਚੀਜ਼ਾਂ ਜਿਹੜੀਆਂ ਅਸੀਂ ਲਾਈਕ ਨਹੀਂ ਕਰਾਂਗੇ, ਇਹ 101% ਆ, ਬੱਚੇ ਨੇ ਕੋਈ ਗੱਲ ਏਦਾਂ ਦੀ ਕੀਤੀ ਆ ਅਸੀਂ ਲਾਈਕ ਨਹੀਂ ਕਰਾਂਗੇ, ਸੱਚੀ ਗੱਲ ਆ। ਬਟ ਮੈਂ ਸੋਚਦਾ ਕਿ ਸਾਨੂੰ ਜੇਕਰ ਉਹ ਖੁਸ਼ ਕਰ ਰਿਹਾ ਝੂਠ ਸੁਣਾ ਕੇ, ਤੇ ਉਹਨੇ ਚੰਗਾ ਸੱਚ ਸੁਣ ਕੇ ਥੋੜਾ ਦੁਖੀ ਹੋ ਜਾਈਏ, ਉਹ ਨਹੀਂ ਚੰਗਾ। ਕਮ ਸੇ ਕਮ ਸਾਨੂੰ ਸੱਚ ਇਹਨਾਂ ਤੇ ਪਤਾ ਨਾ ਕਿ ਸੱਚ ਜਾਣਦੇ ਆ, ਇਹ ਨਾ ਹੋਵੇ ਕਿ ਮੁੜ ਕੇ ਬੰਬ ਹੀ ਪਾੜ ਜੇ। ਸੋ ਅੱਛਾ, ਅੱਗੇ ਚਲੀ ਨਿੱਜਰ ਸਾਹਿਬ ਕਥਾ ਤੇ ਆ ਜਾਈਏ। ਹਾਂਜੀ, ਅੱਗੇ ਮਹਾਰਾਜ ਜਿਹੜੇ ਹੈਗੇ ਆ, ਆਪਾਂ ਆ ਗਏ ਆ ਜੀ 8ਵੇਂ ਦੇ ਉੱਤੇ। 8ਵਾਂ ਸ਼ਲੋਕ ਆ, ਕਹਿੰਦੇ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸੀਅਰ ਨਖੇਤਰ ਗਗਨੰ। ਘਟੰਤ ਮਤਲਬ ਸਾਰਾ ਜਿਹੜਾ ਹੈਗਾ ਨਾਸ਼ਵਾਨ ਆ, ਘਟ ਰਿਹਾ ਆ, ਸਾਰਾ ਨਾਸ ਹੋ ਰਿਹਾ, ਸਾਰਾ ਨਾਸ਼ਵਾਨ ਆ। ਰੂਪ ਜਿਹੜਾ ਵੀ ਰੂਪ ਆ ਉਹ ਨਾਸਵਾਨ ਆ, ਕਿਹੜਾ ਜਿਹੜਾ ਵੀ ਸੁੰਦਰ ਦਿਖ ਰਹੀ ਹੈ, ਸੁੰਦਰਤਾ ਦਿਖ ਰਹੀ ਹੈ, ਉਹਨੇ ਨਾਸ ਹੋਣਾ ਹੈ, ਸੁੰਦਰਤਾ ਨਾਸਵਾਨ ਆ। ਘਟੰਤ ਦੀਪੰ, ਇਹ ਦੀਪ ਜਿਹੜੇ ਦਿਸ ਰਹੇ ਆ, 7 ਦੀਪ, ਕਹਿੰਦੇ ਇਹ ਵੀ ਨਾਸਵਾਨ ਆ। ਘਟੰਤ ਰਵ ਸਸੀਅਰ, ਰਵ ਕਹਿੰਦੇ ਆ ਇਹ ਸੂਰਜ, ਤੇ ਸਸੀ ਕਹਿੰਦੇ ਚੰਦਰਮਾ, ਕਹਿੰਦੇ ਇਹ ਵੀ ਨਾਸਵਾਨ ਆ। ਨਖੇਤਰ, ਸਾਰੇ ਨਛੱਤਰ ਜਿਹੜੇ ਹੈਗੇ ਆਕਾਸ਼ ਦੇ ਉੱਤੇ, ਜਿਹੜੇ ਹੈਗੇ ਗਗਨ ਦੇ ਵਿੱਚ ਤਾਰੇ ਵਗੈਰਾ, ਸਾਰੇ ਜਿੰਨੇ ਵੀ ਇਹ ਪਲੈਨਟਸ ਹੈਗੇ, ਇਹ ਸਾਰੇ ਦੇ ਸਾਰੇ ਨਾਸਵਾਨ ਹੈਗੇ ਆ। ਘਟੰਤ ਵਸੁਧਾ ਗਿਰ ਤਰ ਸਿਖੰਡੰ, ਕਹਿੰਦੇ ਇੰਨੀ ਜਿਹੜੀ ਹੈਗੀ ਧਰਤੀ ਚਾਰੀ ਦੀ ਸਾਰੀ, ਇਹ ਵੀ ਨਾਸਵਾਨ ਆ। ਔਰ ਇਹ ਜਿਹੜੇ ਤਰ ਕਹਿੰਦੇ ਆ, ਜਿਹੜੀ ਵੈਜੀਟੇਸ਼ਨ ਵਗੈਰਾ ਬਨਸਪਤੀ, ਇਹ ਵੀ ਨਾਸਵਾਨ ਹੈ। ਗਿਰ ਕਹਿੰਦੇ ਪਹਾੜ, ਸਿਖੰਡੰ ਕਹਿੰਦੇ ਇੰਨੇ ਵੱਡੇ ਬਹੁਤ ਉੱਚੇ ਚੋਟੀਆਂ ਵਾਲੇ ਪਹਾੜ, ਜਿਹੜੇ ਸਾਰੇ ਨਾਸਵਾਨ ਹੈਗੇ। ਘਟੰਤ ਲਲਨਾ ਸੁਤ ਭਰਾਤ ਹੀਤੰ, ਕਹਿੰਦੇ ਲਲਨਾ ਕਹਿੰਦੇ ਆ ਘਰ ਵਾਲੀ, ਤੇ ਸੁੱਤ ਕਹਿੰਦੇ ਆ ਬੱਚੇ, ਭਰਾਤ ਕਹਿੰਦੇ ਆ ਭਰਾ, ਤੇ ਇਹਨਾਂ ਦਾ ਪਿਆਰ ਕਹਿੰਦੇ ਆ, ਇਹ ਵੀ ਜਿਹੜਾ ਨਾਸਵਾਨ ਹੈਗਾ। ਹੀਤੰ ਜਿਹੜੇ ਹੈਗੇ ਹੋਰ ਜਿਹੜੇ ਸਕੇ ਸੰਬੰਧੀ ਹੈਗੇ। ਘਟੰਤ ਕਨਿਕ ਮਾਨਿਕ ਮਾਇਆ ਸਵਰੂਪੰ, ਕਹਿੰਦੇ ਕਨਕ ਕਹਿੰਦੇ ਸੋਨੇ ਨੂੰ, ਮਾਣਕ ਕਹਿੰਦੇ ਆ ਹੀਰੇ ਜਵਾਹਰਾਤ। ਇਹ ਮਾਇਆ ਜਿਹੜੀ ਹੈਗੀ, ਇਹਦਾ ਸਰੂਪ ਜਿਹੜਾ ਹੈਗਾ ਸੋਹਣਾ, ਕਹਿੰਦੇ ਇਹ ਵੀ ਨਾਸਵਾਨ ਹੈਗਾ ਭਾਈ। ਘਟੰਤ ਕਨਿਕ ਮਾਨਿਕ ਮਾਇਆ ਸਵਰੂਪੰ, ਫਿਰ ਕਿਹੜੀ ਚੀਜ਼ ਨਾਸਵਾਨ ਨਹੀਂ ਹੈਗੀ। ਨਹਿ ਘਟੰਤ ਕੇਵਲ ਗੋਪਾਲ ਅਚੁੱਤ, ਕਹਿੰਦੇ ਉਹ ਪਰਮਾਤਮਾ ਅਵਿਨਾਸ਼ੀ ਹੈਗਾ, ਉਹ ਨਾਸਵਾਨ ਨਹੀਂ ਹੈਗਾ। ਨਹਿ ਘਟੰਤ ਕੇਵਲ, ਕੇਵਲ ਲਿਖਿਆ ਗੋਪਾਲ ਅਚੁੱਤ। ਫਿਰ ਇੱਕ ਹੋਰ ਚੀਜ਼ ਕਹਿ ਗਏ ਨਾਲ ਨਾਲ, ਅਸਥਿਰੰਗ ਨਾਨਕ ਸਾਧ ਜਨ, ਕਹਿੰਦੇ ਸਾਧ ਜਨ ਵੀ ਹਮੇਸ਼ਾ ਰਹਿਣ ਵਾਲੇ ਆ, ਅਸਥਿਰ ਹੈਗੇ ਆ। ਇਹ ਸਾਧ ਜਨ ਜਿਹੜੇ ਹੈਗੇ, ਇਹ ਜਨਮ ਮਰਨ ਦੇ ਗੇੜ ਦੇ ਵਿੱਚ ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋ ਜਾਂਦੇ ਆ, ਇਹ ਵੀ ਅਸਥਿਰ ਹੋ ਜਾਂਦੇ ਆ ਮਾਲਕ ਪਰਮਾਤਮਾ ਵਾਂਗੂ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ, ਪਹਿਲੀ ਦੀ ਵਿਆਖਿਆ ਕਰ ਦਿਓ। ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸੀਅਰ ਨਖੇਤਰ ਗਗਨੰ, ਕਹਿੰਦੇ ਰੂਪ ਸਾਰਾ ਦਾ ਸਾਰਾ ਨਾਸਵਾਨ ਆ। ਦੀਪ ਜਿਹੜੇ ਹੈਗੇ ਸਾਰੇ 7 ਦੇ 7 ਦੀਪ ਜਿਹੜੇ ਹੈਗੇ ਨਾਸਵਾਨ ਆ, ਕੰਟੀਨੈਂਟਲ ਕਹਿੰਦੇ। ਘਟੰਤ ਰਵ ਸਸੀਅਰ, ਇਹ ਰਵ ਕਹਿੰਦੇ ਆ ਸੂਰਜ, ਸਸੀ ਕਹਿੰਦੇ ਚੰਦਰਮਾ, ਤੇ ਨਖੱਤਰ ਕਹਿੰਦੇ ਤਾਰੇ। ਗਗਨ ਜਿਹੜਾ ਹੈਗਾ ਆਕਾਸ਼ ਮੰਡਲ, ਸਭ ਨਾਸਵਾਨ ਆ। ਹਾਂਜੀ ਵੀਰ ਜੀ।
ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਵੇਖ ਲਓ, ਗੁਰੂਆਂ ਨੇ ਉਦੋਂ ਹੀ ਕਹਿਤਾ ਕਿ ਘਟ ਅੰਤ ਦਾ ਮਤਲਬ ਕਿ ਇਹ ਜਿਹੜੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਇਹ ਨਸ਼ਟ ਹੋਣ ਵਾਲੀਆਂ ਨੇ। ਹਾਂ ਇਹ ਦੇਖ ਲਓ, ਉਹਨਾਂ ਨੂੰ ਪਤਾ ਸੀ ਉਦੋਂ ਹੀ। ਇਹ ਤੇ ਹੁਣ ਸਾਨੂੰ ਪਤਾ ਲੱਗ ਗਿਆ ਕਿ ਇੱਕ ਸਮਾਂ ਆਊਗਾ ਸੂਰਜ ਨੇ ਬੁੱਝ ਜਾਣਾ ਵਾ। ਬਿਲਕੁਲ। ਇਹ ਧਰਤੀ ਵੀ ਸ਼ਾਂਤ ਹੋ ਜਾਣੀ ਹੈ, ਠੰਡੀ ਪੈ ਜਾਏਗੀ। ਇਹਦਾ ਸਮਾਂ ਇੱਕ ਟਾਈਮ ਪੀਰੀਅਡ ਹੈ। ਵੇਖੋ ਉਹਨਾਂ ਨੂੰ ਪਤਾ ਸੀ ਕਿ ਸੂਰਜ ਵੀ ਬੁੱਝ ਜਾਣਾ ਇੱਕ ਦਿਨ। ਇਹ ਧਰਤੀ ਉਹਨਾਂ ਨੂੰ ਵੇਖੋ ਕਿੱਥੋਂ ਗਿਆਨ ਹੋਇਆ ਇਹਨਾਂ ਨੂੰ। ਅਬ ਜਸਟ ਸੋਚੋ, ਇਹ ਤੇ ਟੈਕਨੋਲੋਜੀ ਆ। ਕੋਈ ਵੀ ਚੀਜ਼ ਚੱਲਣ ਦੀ ਅੱਜ ਨਹੀਂ, 2-4 ਸਾਲ, 5 ਸਾਲ, ਲੱਖ ਸਾਲ, ਕਰੋੜ ਸਾਲ, ਇੱਕ ਸਮਾਂ ਆਊਗਾ ਇਹਨੇ ਬੁੱਝ ਜਾਣਾ। ਤੇ ਹਰਿੰਦਰ ਜੀ ਤੇ ਮਾਈਕ ਤੇ ਆਨ ਹੋ ਗਿਆ ਨੇ ਕੱਲ ਪਰਸੋਂ ਹਰਿੰਦਰ ਜੀ ਫਿਰ ਆ ਗਏ, ਅੱਜ ਫਿਰ ਇਹਨਾਂ ਨੇ ਮਾਈਕ ਆਨ ਕਰਤਾ ਆਪਣਾ। ਹਰਿੰਦਰ ਸਿੰਘ ਦਾ ਮਾਈਕ ਆਨ। ਹਾਂਜੀ ਇੱਕ ਸੈਕਿੰਡ ਜੀ, ਮੈਂ ਦੇਖਾਂ। ਹੋ ਗਿਆ ਬੰਦ ਜੀ, ਪਤਾ ਨਹੀਂ ਆਨ ਕਿਉਂ ਕੀਤਾ ਸੀ ਇਹਨਾਂ ਨੇ, ਸਮਝ ਨਹੀਂ ਆਈ। ਹਾਂਜੀ ਠੀਕ ਹੈ, ਚਲੋ ਕੋਈ ਗੱਲ ਨਹੀਂ। ਤੇ ਇਹ ਬਸ ਇਹੋ ਹੀ ਅਹਿਸਾਸ ਹੁੰਦੀ, ਜਿਹੜੀ ਵੀ ਚੀਜ਼ ਕੁਦਰਤ ਨੇ ਹੈਗੀ ਹੈ, ਨਿਯਮ ਚ ਆ ਗਈ, ਜਿਹੜੀ ਕਾਲ ਚ ਆ ਗਈ, ਚਾਹੇ ਸੂਰਜ, ਧਰਤੀਆਂ, ਜੋ ਮਰਜੀ ਹੈ, ਇਹ ਸਾਰਿਆਂ ਨੇ ਇੱਕ ਸਮਾਂ ਆਊਗਾ ਨਸ਼ਟ ਹੋ ਜਾਣਾ। ਤੇ ਕੁਦਰਤੀ ਨਿਯਮ ਹੈ, ਜਿਹੜੀ ਚੀਜ਼ ਪੈਦਾ ਹੋ ਗਈ ਆ ਉਹ ਉਦੋਂ ਹੀ ਉਹਦਾ ਪ੍ਰੋਸੈਸ ਸ਼ੁਰੂ ਹੋ ਗਿਆ। ਤੇ ਹਾਂਜੀ ਅਗਲੀ ਤੋਂ ਬੋਲੇ ਨਿਜਲ ਸਾਹਿਬ। ਕਟੰਤ ਬਸੁਦਾ ਗਿਰ ਤਰ ਸਿਖੰਡੰ, ਕਹਿੰਦੇ ਦੇਖ ਲਾ, ਬਸੁਦਾ ਕਹਿੰਦੇ ਆ ਧਰਤੀ, ਕਹਿੰਦੇ ਇੰਨੀ ਸੋਹਣੀ ਧਰਤੀ ਹੈ, ਇਹ ਵੀ ਆਸਮਾਨ ਆ। ਗਿਰ ਕਹਿੰਦੇ ਆ ਪਹਾੜ, ਤਰ ਕਹਿੰਦੇ ਆ ਵੈਜੀਟੇਸ਼ਨ, ਸਿਖੰਡੰ ਕਹਿੰਦੇ ਪਹਾੜ ਜਿਹੜੇ ਆ ਬਹੁਤ ਉੱਚੇ ਉੱਚੇ ਆ, ਖੰਡ ਸਿਖੰਡ ਇੰਨੇ ਉੱਚੇ ਉੱਚੇ ਉਹਨਾਂ ਦੀ ਚੋਟੀਆਂ ਹੈਗੀਆਂ ਪਹਾੜਾਂ ਦੀਆਂ। ਉੱਚੀ ਚੋਟੀ ਵਾਲੇ ਜਿਹੜੇ ਪਹਾੜ ਹੈਗੇ ਸਾਰੇ ਆਸਮਾਨ ਹੈਗੇ ਆ। ਕਟੰਤ ਲਲਨਾ ਸੁਤ ਭਰਾਤ ਹੀਤੰ, ਕਹਿੰਦੇ ਜਿਹਦੇ ਨਾਲ ਤੂੰ ਚਿੰਬੜਿਆ ਹੋਇਆ ਆ, ਘਰ ਵਾਲੀ, ਬੱਚੇ, ਭਰਾ, ਭੈਣ ਸਾਰੇ, ਕਹਿੰਦੇ ਇਹਨਾਂ ਦਾ ਵੀ ਇਹ ਪਿਆਰ ਜਿਹੜਾ ਹੈਗਾ ਔਰ ਇਹਨਾਂ ਦਾ ਸਾਥ ਵੀ ਆਸਮਾਨ ਆ। ਇਹ ਹਮੇਸ਼ਾ ਤੇਰੇ ਨਾਲ ਰਹਿਣ ਵਾਲੇ ਨਹੀਂ ਹੈਗੇ, ਤੂੰ ਹੀ ਨਹੀਂ ਹੈਗਾ, ਤੂੰ ਆਪ ਵੀ ਮਿਟ ਜਾਣਾ ਹੈ, ਤੇਰਾ ਸਰੀਰ ਵੀ ਆਸਮਾਨ ਆ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਕਹਿੰਦੇ ਘਟਨ ਦੇ ਜਿਹੜਾ ਤੇਰੇ ਜੀਵਨ ਦੇ ਜੋ ਵੀ ਤੇਰੇ ਰਿਸ਼ਤੇ ਹੈਗੇ ਨੇ, ਇਹ ਵੀ ਮਤਲਬ ਇਹਨਾਂ ਦੀ ਮਨਿਆਦ ਆ। ਸਮਾਂ ਆਊਗਾ ਇਹ ਵੀ ਬਿਨ ਸਜਾਣਗੇ, ਕਿਉਂਕਿ ਪਿਛਲੇ ਬੰਨੇ ਕਿੰਨੇ ਲੋਕ ਨੇ, ਕਰੋੜਾਂ ਮਰ ਗਏ ਨੇ, ਅਰਬਾਂ ਖਰਬਾਂ ਦੁਨੀਆ ਮਰ ਗਈ। ਇਸੇ ਤਰ੍ਹਾਂ ਇਹ ਵੀ ਸਮਾਂ ਆਊਗਾ। ਇਹ ਜਿਹੜਾ ਜਿੱਦਾਂ ਜਦੋਂ ਰਾਜੇ ਜਨਕ ਨੇ ਸੁਪਨਾ ਵੇਖਿਆ, ਉਹਨੇ ਵੇਖਿਆ ਤੇ ਭਿਖਾਰੀ ਹੋ ਗਿਆ। 2-3 ਦਿਨ ਰੋਟੀ ਨਾ ਮਿਲੀ ਉਹਨੂੰ, ਫਿਰ ਉਹਨੂੰ ਸੁੱਕੀ ਰੋਟੀ ਮਿਲੀ। ਉਹ ਰੋਟੀ ਸੁੱਕੀ ਜੀ ਹੀ ਖਾਣ ਲੱਗਾ, ਪਤਾ ਨਹੀਂ ਮੀਟ ਦਾ ਪੀਸ ਸੀ, ਉਧਰੋਂ ਚੀਲ ਆ ਗਈ, ਉਹਨੇ ਖੋਲਿਆ ਤੇ ਉਹਨੇ ਰੋਲਾ ਪਾਉਣਾ ਸ਼ੁਰੂ ਕਰਤਾ ਕਿ ਚੀਲ ਲੈ ਗਈ। ਉਹਦੇ ਸੁਪਨਾ ਟੁੱਟ ਗਿਆ। ਜਿੱਦਾਂ ਰਾਤ ਨੂੰ ਬੜਾ ਨਹੀਂ ਉੱਠਦੇ, ਡੈਡੀ ਮੇਰਾ ਕਹਿੰਦਾ ਪੁੱਤ ਇੱਕ ਸਮਾਂ ਆਊਗਾ ਤੁਸੀਂ ਬੜਾ ਕੇ ਉੱਠੋਗੇ ਰਾਤੀ। ਉਹ ਗੱਲ ਸਹੀ ਹੈ ਨਿੱਜਰ ਸਾਹਿਬ, ਬੰਦਾ ਜਦੋਂ ਪ੍ਰੈਸ਼ਰ ਆਉਂਦਾ ਨਾ ਫਿਰ ਬੰਦਾ ਬੜਾ ਕੇ ਉੱਠਦਾ। ਤੇ ਉਹ ਫਿਰ ਚੀਲ ਲੈ ਗਈ। ਫਿਰ ਉਹ ਮਤਲਬ ਉੱਠਿਆ ਤੇ ਉਹ ਲਾਗੇ ਬੰਨੇ ਸੇਵਾਦਾਰ ਆ ਗਏ, ਕਹਿੰਦੇ ਮਹਾਰਾਜ ਚੀਲ ਕਿੱਥੇ ਆਈ ਨਹੀਂ, ਤੁਸੀਂ ਮਹਿਲ ਦੇ ਅੰਦਰ ਸੁੱਤੇ ਜੋ। ਕਹਿੰਦਾ ਇਹ ਮਹਿਲ ਦੇ ਅੰਦਰ ਸੁੱਤਾ ਮਾਂ, ਤੇ ਮੈਂ ਤੇ 2 ਦਿਨ ਦਾ ਭੁੱਖਾ ਬੈਠਾ, ਮੈਨੂੰ ਕਿਸੇ ਨੇ ਰਾਜ ਨੇ ਅਟੈਕ ਕਰਤਾ, ਮੇਰੇ ਸਾਰੇ ਕੱਪੜੇ ਬਾਟੇ, ਮਹਿਲ ਖੋ ਕੇ ਲੈ ਗਿਆ ਮੇਰੇ ਤੋਂ। ਕਹਿੰਦਾ ਮਹਾਰਾਜ ਕਿੱਥੇ ਮਹਿਲ ਲੈ ਗਿਆ, ਸਾਰਾ ਕੁਝ ਹੈਗਾ ਹੀ ਆ। ਫਿਰ ਕਹਿੰਦੇ ਕੋਈ ਸੰਤ ਨੂੰ ਸੱਦੋ, ਉਹਨਾਂ ਅਸ਼ਟਾਵਕਰ ਨੂੰ ਸੱਦਿਆ। ਸੰਤ ਆਏ ਤੇ ਕਹਿੰਦੇ ਕਿ ਮੈਂ ਸਾਰੀ ਪ੍ਰਜਾ ਬੈਠੀ, ਰਾਜੇ ਜਨਕ ਨੇ ਸਵਾਲ ਕੀਤਾ, ਮਹਾਰਾਜ ਜਵਾਬ ਦਿਓ, ਕਿਹੜਾ ਸੱਚ ਹੈ? ਇਹ ਸੱਚ ਆ ਜੋ ਮੈਂ ਤਖਤ ਤੇ ਬੈਠਾ, ਜਾਂ ਉਹ ਸੱਚ ਆ ਜੋ ਮੈਂ ਭੀਖ ਮੰਗਣ ਡਿਆ ਸੀ? ਤੇ ਅਸ਼ਟਾਵਕਰ ਨੇ ਬੜਾ ਸੋਹਣਾ ਜਵਾਬ ਦਿੱਤਾ। ਅਸ਼ਟਾਵਕਰ ਗੀਤਾ ਜੀ ਮੇਰੇ ਸਾਹਮਣੇ ਜਵਾਬ ਹੈਗਾ। ਕਹਿੰਦਾ ਰਾਜਨ, ਨਾ ਤੇ ਉਹ ਸੱਚੀ ਤੇ ਨਾ ਆ ਸੱਚੀ, ਦੋਵੇਂ ਝੂਠ ਹੀ। ਇਹ ਤੈਨੂੰ ਹੁਣ ਸੱਚ ਨਜ਼ਰ ਆ ਰਿਹਾ, ਇੱਕ ਸਮਾਂ ਨਾ ਇਹ ਵੀ ਝੂਠ ਹੋ ਜਾਣਾ ਵਾ। ਬਿਲਕੁਲ ਸੰਗਤ ਜੀ, ਜੇ ਨਜ਼ਰ ਮਾਰੀਏ ਆਪਣਾ ਬੀਤਿਆ ਜੀਵਨ, ਤੁਸੀਂ ਜਸਟ ਨਜ਼ਰ ਮਾਰੋ ਤੇ ਹੈ ਕੀ ਆ? ਕੁਛ ਵੀ ਨਹੀਂ ਹੈਗਾ, ਉਹ ਵੀ ਸੁਪਨਾ ਵਾ। ਫਿਲਮ ਵਾਂਗੂ ਚੱਲ ਗਿਆ ਆ, ਫਿਲਮ ਵਾਂਗੂ ਚੱਲ ਕੇ ਕੁਛ ਨਹੀਂ ਹੈਗਾ। ਹਾਂ ਫਿਲਮ ਤੇ ਨਿੱਜਰ ਸਾਹਿਬ ਫਿਰ ਵੀ ਬਾਹਰ ਰਿਵਾਈਂਡ ਕਰਕੇ ਵੇਖਦੇ ਤੇ ਉਹ ਵੇਖ ਵੀ ਨਹੀਂ ਸਕਦੇ ਆਪਾਂ। ਬਿਲਕੁਲ। ਉਹ ਨਿੱਜਰ ਸਾਹਿਬ ਜਿੰਨਾਂ ਲਈ ਕੀਤਾ ਉਹਨਾਂ ਨੇ ਵੀ ਤੁਹਾਡਾ ਕਿਹੜਾ ਐਪਰੀਸ਼ੀਏਟ ਕਰਨਾ ਵਾ ਕਿ ਤੁਸੀਂ ਬੜਾ ਕੰਮ ਕੀਤਾ ਵਾ। ਉਹ ਵੀ ਨਿੱਜਰ ਸਾਹਿਬ ਉਹ ਤਾਈਓ ਤਾਂ ਬਾਣੀ ਮਨਾ ਕਰਦੀ ਨਾ ਚੀਜ਼ਾਂ ਤੋਂ, ਕਿ ਇਹ ਨਾ ਹੋਵੇ ਤੂੰ ਮੋਹ ਦੇ ਵਿੱਚ ਆ ਕੇ ਤੂੰ ਆਪਣਾ ਮਾਰਗ ਭੁੱਲ ਜਾਏ। ਨਿੱਜਰ ਸਾਹਿਬ ਮੋਹ ਪਤਾ ਕਦੋਂ ਬੰਦੇ ਨੂੰ ਆਉਂਦਾ? ਜਦੋਂ ਬੰਦਾ ਆਪਣੇ ਆਪ ਤੋਂ ਦੂਰ ਜਾਣਾ ਸ਼ੁਰੂ ਹੋ ਜਾਂਦਾ। ਇਹ ਬੜੀ ਵੱਡੀ ਪ੍ਰੋਬਲਮ ਹੈ, ਕਿਉਂਕਿ ਦੇਖੋ ਜਦ ਤੱਕ ਨਿੱਜਰ ਸਾਹਿਬ ਸਾਡੇ ਮਨ 'ਚ ਸ਼ਰਧਾ ਹੀ ਨਹੀਂ ਹੈਗੀ,
ਸ਼ਰਧਾ ਦਾ ਮਤਲਬ ਇਹੋ ਹੀ ਆ ਕਿ ਜਾਣੇ ਅਣਜਾਣੇ ਸਾਨੂੰ ਵੱਡਾ ਕਰਨ ਚ, ਸਾਨੂੰ ਪੜ੍ਹਾਉਣ ਚ, ਲਿਖਾਉਣ ਚ ਜਿੰਨੇ ਵੀ ਮਦਦ ਕੀਤੀ ਹੈ ਨਿੱਜਰ ਸਾਹਿਬ, ਉਹਨਾਂ ਦਾ ਧੰਨਵਾਦ ਕਰਨਾ ਮਨ ਦੇ ਅੰਦਰ, ਮੂੰਹ ਤੇ ਨਹੀਂ, ਅੰਦਰੋਂ ਪਤਾ ਹੋਣਾ ਚਾਹੀਦਾ ਕਿ ਮੈਂ ਜੇਕਰ ਮਹਿਲ ਦੀ ਸਭ ਤੋਂ ਉਜਲੀ ਇੱਟ ਤੇ ਬੈਠਾ ਹਾਂ, ਇਹਦਾ ਮਤਲਬ ਕਿ ਥੱਲੇ ਲੱਖਾਂ ਇੱਟਾਂ ਲੱਗੀਆਂ ਨੇ ਜਿਨ੍ਹਾਂ ਨੇ ਸਪੋਰਟ ਕੀਤਾ ਨਿੱਜਰ ਸਾਹਿਬ ਉਪਲੀ ਇੱਟ ਨੂੰ। ਇੱਕ ਹੋਰ ਚੀਜ਼ ਹੈ ਨਾ ਗੁਰਕੀ ਸਾਹਿਬ, ਮੈਨੂੰ ਇਸ ਲੈਵਲ ਤੇ ਪਹੁੰਚਾਉਣ ਵਾਲਾ ਵੀ ਕੋਈ ਹੈਗੇ ਆ, ਤੇ ਮੈਂ ਵੀ ਜਿਹੜਾ ਹੈਗਾ ਦੂਸਰੇ ਦੀ ਮਦਦ ਕਰਾਂ। ਮੈਂ ਜਿਹੜਾ ਹੈਗਾ ਮੇਰੇ ਕੋਲੇ ਜੋ ਫੈਸਿਲਿਟੀ ਆਈ ਆ, ਇਹ ਜਿਹੜੀ ਹੈਗੀ ਕਿਸੇ ਦੀ ਵਜ੍ਹਾ ਦੇ ਨਾਲ ਆਈ ਆ, ਤੇ ਮੈਂ ਵੀ ਜਿਹੜਾ ਹੈਗਾ ਦੂਜਿਆਂ ਨੂੰ ਜਿਹੜਾ ਹੈਗਾ ਉੱਪਰ ਚੱਕਣ ਦੇ ਵਿੱਚ ਜਾਂ ਉਹਨਾਂ ਦੀ ਸਹਾਇਤਾ ਕਰਾਂ। ਆ ਵੀ ਆਪਣੇ ਅੰਦਰ ਹੋਣਾ ਚਾਹੀਦਾ। ਹਾਂਜੀ ਹਾਂ ਨਿੱਜਰ ਸਾਹਿਬ ਉਹੀ ਆ। ਉਸ ਤੋਂ ਬਾਅਦ ਫਿਰ ਇਹ ਜਿਹੜਾ ਦੂਜਾ ਸਟੈਪ ਆ, ਜਦੋਂ ਪਹਿਲੀ ਗੱਲ ਤਾਂ ਆਪਾਂ ਇਹ ਮੰਨਦੇ ਆ ਨਾ, ਦੂਜਾ ਸਟੈਪ ਬਾਅਦ ਚ ਆਉਣਾ ਨਿੱਜਰ ਸਾਹਿਬ। ਜੇ ਇਹਨੂੰ ਮੰਨਦੇ ਨਹੀਂ ਤਾਂ ਦੂਜਾ ਆਉਣਾ ਹੀ ਨਹੀਂ। ਹਾਂ ਬਿਲਕੁਲ ਸਹੀ ਗੱਲ। ਜਦੋਂ ਦੂਜਾ, ਕਿਉਂਕਿ ਪਹਿਲੇ ਡੰਡਾ ਹੀ ਕੱਢ ਲਿਆ ਤੁਸੀਂ, ਦੂਜਾ ਤੇ ਆਉਣਾ ਹੀ ਨਹੀਂ ਆ ਦੂਜੇ ਦੀ ਮਦਦ ਕਰਨੀ। ਨਿਸ਼ਕਾਮ ਸੇਵਾ ਕਹਿੰਦੇ ਇਹਨਾਂ ਨੂੰ, ਨਿਸ਼ਕਾਮ। ਉੱਥੇ ਤੁਸੀਂ ਫੋਟੋ ਨਹੀਂ ਕੱਢ ਸਕਦੇ ਅਖਬਾਰ ਚ, ਉਹ ਤੇ ਦਾਨ ਕੀਤਾ ਪਤਾ ਨਾ ਲੱਗੇ ਕਿ ਇਹਨੂੰ ਕੰਮ ਹੋ ਗਿਆ। ਗੁਪਤ ਦਾਨ ਕਹਿੰਦੇ ਇਹਨੂੰ। ਤੁਸੀਂ ਕਰ ਜਾਓਗੇ ਪਤਾ ਨਾ ਲੱਗੂਗਾ। ਐਸੇ ਬੰਦੇ ਨੇ ਸਾਰਾ ਕੁਝ ਹੀ ਦੇ ਜਾਂਦੇ ਨੇ, ਲੋਕਾਂ ਨੂੰ ਵੰਡ ਜਾਂਦੇ ਨੇ ਸਾਰਾ ਕੁਝ। ਕੁਛ ਐਸੇ ਬੰਦੇ ਨੇ ਜਿਹੜੇ 100 ਰੁਪਇਆ ਕਮਾਉਂਦੇ ਨੇ, 25-30 ਰੁਪਏ ਦਾਨ ਕਰ ਜਾਂਦੇ ਜ਼ਿੰਦਗੀ ਦਾ। ਬੜੇ ਬੜੇ ਬੰਦੇ ਨੇ, ਤੁਸੀਂ ਵੇਖੋਗੇ ਲਾਗੇ ਬੰਦੇ ਕਰੋੜਾਂ ਲੋਕ ਹੈਗੇ ਨੇ ਏਦਾਂ ਹੀ, ਉਹ ਕਮਾਉਂਦੇ ਨੇ 30-35% ਦਾਨ ਦੇਈ ਜਾਂਦੇ। ਤੇ ਕਈ ਲੋਕ ਏਦਾਂ ਦੇ ਨੇ, ਲੋਕਾਂ ਦਾ ਹੀ ਖੋਹ ਲੈਂਦੇ ਨੇ ਜਿਹੜਾ ਦਾਨ ਕੀ ਕਰਨਾ। ਏਦਾਂ ਦੇ ਲੋਕ ਵੀ ਹੈਗੇ। ਹੁਣ ਜਿਹੜੇ ਖੋਹ ਲੈਂਦੇ ਨੇ ਉਹ ਕੁਦਰਤ ਬੜੀ ਖੁਸ਼ ਹੋਊਗੀ ਇਹਨੂੰ। ਇੱਕ ਸਮਾਂ ਉਹਦੇ ਪੁੰਨ ਖਤਮ ਹੋ ਜਾਣੇ ਆ। ਜਦੋਂ ਪੁੰਨ ਖਤਮ ਹੋ ਗਏ ਦੜਮ ਕਰਦਾ ਥੱਲੇ ਡਿੱਗਣਾ ਉਹਨੇ, ਫਿਰ ਬੰਦਾ ਪਤਾ ਨਹੀਂ, ਫਿਰ ਤੇ ਬੜੀ ਮੁਸ਼ਕਲ ਹੋ ਜਾਂਦੀ ਹੈ। ਇੱਥੇ ਸਾਧ ਸੰਗਤ ਜੀ, ਪਹਿਲਾਂ ਬੰਦੇ ਦੀ ਸ਼ਰਧਾ ਪੈਦਾ ਹੁੰਦੀ ਹੈ। ਸ਼ਰਧਾ ਦਾ ਮਤਲਬ ਧੰਨਵਾਦ। ਧੰਨਵਾਦ ਦਾ ਮਤਲਬ ਸਭ ਤੋਂ ਪਹਿਲਾਂ ਮਾਂ ਪਿਓ ਤੋਂ ਸ਼ੁਰੂ ਕਰੋ। ਦੂਜੇ ਮੈਂ ਬਹੁਤਾ ਦੂਰ ਨਹੀਂ ਜਾਂਦਾ। ਮੇਰੀ ਜਿੰਨੀ ਵੀ ਜਿੰਨਾ ਵੀ ਮੈਂ ਤੁਹਾਨੂੰ ਤੁਹਾਡੇ ਨਾਲ ਵਿਚਾਰ ਕਰਦਾ, ਡਿਸਕਸ ਕਰਦਾ, ਮੇਰੀ ਜ਼ਿਆਦਾ ਦੂਰ ਦੀ ਵਿਚਾਰ ਨਹੀਂ ਹੋਊਗੀ। 3-4 ਜੀਆਂ ਤੱਕ ਮੇਰੀ ਗੱਲ ਹੋਊਗੀ। ਉਸ ਤੋਂ ਬਾਅਦ ਮੈਂ ਛੱਡਦਾ ਵੀ ਤੁਹਾਡਾ ਡਿਸੀਜਨ ਹੈ, ਤੁਸੀਂ ਜੋ ਮਰਜ਼ੀ ਕਰੋ। ਪਹਿਲਾਂ ਇਹ ਲਾਗੇ ਬੰਦੇ ਤੇ ਸਹੀ ਕਰੀਏ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਗੜਬੜੀ ਉੱਥੇ ਨਿੱਜਰ ਸਾਹਿਬ, ਹੋਰ ਬਾਹਰ ਤੇ ਗੜਬੜੀ ਨਹੀਂ। ਜਦੋਂ ਉੱਥੇ ਹੀ ਫਲੋ ਨਹੀਂ ਆਇਆ ਤੇ ਬਾਹਰ ਮਾਂ ਦਾ ਸਿਰ ਹੋਣਾ। ਜਿਹੜੇ ਬੰਦੇ ਨੇ ਸ਼ਰਧਾ ਹੀ ਨਹੀਂ ਰੱਖੀ ਆਪਣੇ ਮਾਂ ਪਿਓ ਦੀ, ਉਹਦੀ ਕਦਰ ਨਹੀਂ ਕਰਦੇ ਨਿੱਜਰ ਸਾਹਿਬ, ਦੁਨੀਆ ਨੂੰ ਕਿੱਥੋਂ ਸੁੱਖ ਦਊ? ਉਹਦੀ ਘਰ ਦੀ ਵੀ ਨਹੀਂ ਸੁਖੀ ਹੋ ਸਕਦੀ ਮੇਰੇ ਹਿਸਾਬ ਨਾਲ, ਨਹੀਂ ਹੋਊਗੀ। ਝੂਠਾ ਹੈ ਬੰਦਾ, ਉਹਦਾ ਘਰ ਦਾ ਵੀ ਝੂਠਾ ਹੋਊਗਾ। ਕਿਉਂਕਿ ਜੇ ਉਹਨੇ ਆਪਣੇ ਕੁੜੀ ਨੇ ਆਪਣੇ ਮਾਂ ਪਿਓ ਦੀ ਨਹੀਂ ਸੇਵਾ ਕੀਤੀ। ਇਹ ਨਿੱਜਰ ਸਾਹਿਬ ਫਲੋ ਤੇ ਉੱਥੇ ਰੁਕ ਗਿਆ। ਇਹ ਨਿੱਜਰ ਸਾਹਿਬ ਇੱਕ ਨੂੰ ਬੜਾ ਬਰੀਕਲੀ ਅੰਡਰਸਟੈਂਡ ਕਰਨਾ ਪਊਗਾ ਕਿ ਪ੍ਰਕਿਰਤੀ ਜਿਹੜੀ ਹੈ ਨਾ ਸਾਡੇ ਤੇ ਨਜ਼ਰ ਕੱਢ ਕੇ ਬੈਠੀ ਆ। ਉਧਰ ਬਾਣੀ ਚ ਵੀ ਆਇਆ ਕਿ ਪਰਮਾਤਮਾ ਵੇਂਦਾ ਪਿਆ ਸਾਡੀਆਂ ਹਰਕਤਾਂ, ਇਹ ਕਰਦੇ ਕੀ ਪਏ ਆ। ਇਸ ਲਈ ਸਾਨੂੰ ਕਰਮ ਕਰਨ ਜਾਂ ਨਾ ਕਰਨ ਦੀ ਪੂਰੀ ਆਜ਼ਾਦੀ ਆ। ਲੋਕੀ ਕਹਿੰਦੇ ਨਾ ਪਰਮਾਤਮਾ ਕਰਦਾ, ਨਾ ਪਰਮਾਤਮਾ ਨਹੀਂ ਕਰਦਾ। ਦੂਜੇ ਸਾਰੇ ਭੋਗੀ ਨੇ। ਇਨਸਾਨ ਖੁਦ ਮੁਖਤਿਆਰ ਹੈ ਆਪਣੇ ਫੈਸਲੇ ਦਾ, ਔਰ ਇਹ ਖੁਦ ਕਰ ਸਕਦਾ ਤੇ ਨਹੀਂ ਵੀ ਕਰ ਸਕਦਾ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਹਾਂਜੀ, ਕਹਿੰਦੇ ਘਟੰਤ ਕਨਿਕ ਮਾਨਿਕ ਮਾਇਆ ਸਵਰੂਪੰ। ਕਹਿੰਦੇ ਦੇਖ ਲੈ, ਧਨ ਦੌਲਤ ਜੋ ਵੀ ਮਾਇਆ ਹੈਗੀ ਤੇਰੀ, ਇਹ ਸਾਰਾ ਦਾ ਮਾਇਆ ਦੇ ਪਦਾਰਥ ਜਿਹੜੇ ਸਾਰੇ ਦੇ ਸਾਰੇ ਜਿਹੜੇ ਹੈਗੇ, ਇਹ ਵੀ ਨਾਸਵਾਨ ਹੈਗੇ ਭਾਈ, ਜਿਨ੍ਹਾਂ ਤੇ ਤੂੰ ਮਾਣ ਕਰ ਰਿਹਾ ਹੈ। ਨਹਿ ਘਟੰਤ ਕੇਵਲ ਗੋਪਾਲ ਅਚੁੱਤ। ਪਰਮੇਸ਼ਰ ਜਿਹੜਾ ਹੈਗਾ ਨਾਸਵੰਤ, ਨਾਸਵਾਨ ਨਹੀਂ ਹੈਗਾ ਪਰਮੇਸ਼ਰ। ਔਰ ਪਰਮੇਸ਼ਰ ਅਵਿਨਾਸ਼ੀ ਹੈਗਾ, ਉਹ ਨਹੀਂ ਕਦੀ ਵੀ ਘਟਦਾ। ਨਹਿ ਘਟੰਤ ਕੇਵਲ ਗੋਪਾਲ, ਕੇਵਲ ਪਰਮਾਤਮਾ। ਅਸਥਿਰੰਗ ਨਾਨਕ ਸਾਧ ਜਨ। ਔਰ ਸਾਧੂ ਜਨ ਭਗਤੀ ਕਰਨ ਵਾਲੇ ਜਿਹੜੇ ਹੈਗੇ ਆ, ਉਹ ਵੀ ਅਸਥਿਰ ਹੈਗੇ ਭਾਈ। ਬ੍ਰਹਮ ਗਿਆਨੀ ਜਿਹੜੇ ਹੈਗੇ, ਉਹ ਮਾਲਕ ਦੇ ਨਾਲ ਬੂੰਦ ਮਿਲ ਗਈ ਆ, ਉਹ ਵੀ ਅਸਥਿਰ ਹੈਗੇ। ਉਹਨਾਂ ਨੇ ਵੀ ਅਸਥਿਰ ਹੋ ਜਾਣਾ ਹੈ। ਜਿਹੜੇ ਇਸ ਤਰ੍ਹਾਂ ਜਿਹੜੇ ਹੈਗੇ ਆ, ਜੋ ਬ੍ਰਹਮ ਗਿਆਨ ਹੈ, ਇਹਦੇ ਅਨੁਸਾਰ ਜਿਹੜੇ ਹੈਗੇ ਆਪਣੇ ਆਪ ਨੂੰ ਚੇਂਜ ਕਰ ਲੈਂਦੇ। ਹਾਂਜੀ ਵੀਰ ਵਾ ਠੀਕ ਹੈ ਜੀ। ਸਾਧ ਸੰਗਤ ਜੀ, ਉਹਨਾਂ ਨੇ ਲਾਸਟ ਤੇ ਕਹਿਤਾ ਵਾ ਕਿ ਉਹ ਜੋ ਵੀ ਹੈ ਉਹ ਚੀਜ਼ਾਂ ਘਟਦੀਆਂ ਨੇ, ਉਮਰ ਆਉਂਦੀ ਹੈ, ਉਹ ਚੀਜ਼ ਬਿਨਸ ਜਾਂਦੀ ਹੈ, ਫਿਰ ਜੀਵ ਚੱਲਦਾ ਰਹਿੰਦਾ ਹੈ। ਇਹ ਸਰਕੂਲੇਸ਼ਨ ਹੈ। ਆਪ ਜਸਟ ਥੋੜਾ ਜਿਹਾ ਧਿਆਨ ਮਾਰੋ। ਜੇ ਤੁਸੀਂ ਥੋੜੀ ਜਿਹੀ ਬੁੱਧੀ ਦਾ ਇਸਤੇਮਾਲ ਕਰਦੇ ਜੋ ਨਾ, ਥੋੜਾ ਜਿਹਾ, ਜ਼ਿਆਦਾ ਨਹੀਂ। ਰਾਤ ਹੋਈ ਦਿਨ ਹੋਇਆ, ਰਾਤ ਹੋਈ ਦਿਨ ਹੋਇਆ, ਚੀਜ਼ ਘੁੰਮ ਰਹੀ ਹੈ ਨਾ। ਧਰਤੀ ਘੁੰਮ ਕੇ ਫਿਰ 24 ਘੰਟੇ ਚ ਵਾਪਸ ਆ ਰਹੀ ਹੈ। ਸੂਰਜ ਚੜ੍ਹਦਾ, ਸੂਰਜ ਡੁੱਬ ਜਾਂਦਾ, ਸੂਰਜ ਚੜ੍ਹਦਾ, ਸੂਰਜ ਡੁੱਬ ਜਾਂਦਾ। ਪਾਣੀ ਸਮੁੰਦਰ ਚ ਉੱਠਦਾ ਹੈ, ਭਾਪ ਬਣਦਾ ਹੈ, ਮੀਂਹ ਪੈਂਦਾ ਹੈ,
ਬਰਫ਼ ਜੰਮਦੀ ਆ, ਹੌਲੀ ਹੌਲੀ ਕਰਕੇ ਫਿਰ ਸਮੁੰਦਰ 'ਚ ਵਾਪਸ। ਇਹ ਪ੍ਰਕਿਰਤੀ ਦਾ ਨਿਯਮ ਆ। ਪ੍ਰਕਿਰਤੀ ਸਾਈਕਲ ਕਰਦੀ ਹੈ ਚੀਜ਼ ਨੂੰ, ਰੀਸਾਈਕਲਿੰਗ ਹੋ ਰਹੀ ਹੈ। ਰੁੱਖ 'ਚ ਚੀਜ਼ ਪੈਦਾ ਹੋਈ, ਫਿਰ ਟੁੱਟ ਕੇ ਪੱਤੇ ਥੱਲੇ ਡਿੱਗੇ, ਫਿਰ ਧਰਤੀ 'ਚ ਜਲ ਗਏ, ਫਿਰ ਮਿੱਟੀ ਬਣ ਗਏ, ਫਿਰ ਰੁੱਖ 'ਚ ਆ ਗਏ ਵਾਪਸ। ਹਰ ਚੀਜ਼ ਜਿਹੜੀ ਉਹ ਘੁੰਮ ਰਹੀ ਹੈ, ਉਸੇ ਤਰ੍ਹਾਂ ਘੁੰਮ ਰਹੀ ਹੈ। ਇਸੇ ਤਰ੍ਹਾਂ ਜਿਹੜਾ ਜੀਵ ਹੈ ਉਹ ਬਾਰ-ਬਾਰ ਉਹ ਇਹਨਾਂ ਜੂਨੀਆਂ 'ਚ ਘੁੰਮਦਾ ਹੈ। ਬਿਲਕੁਲ ਸਰਕਲ ਪ੍ਰੋਪਰਲੀ ਬਣਿਆ। ਤੁਸੀਂ ਦੇਖੋ ਨਾ, ਡਿਜ਼ਾਈਨਿੰਗ ਪ੍ਰੋਪਰਲੀ ਡਿਜ਼ਾਈਨਿੰਗ ਹੋਈ ਹੈ। ਸੰਤਾਂ ਨੇ, ਮਹਾਂਰਿਸ਼ੀਆਂ ਨੇ, ਗੁਰੂਆਂ ਨੇ ਲੱਭ ਲਈਆਂ ਐਸੀ ਚੀਜ਼ਾਂ ਕਿ ਇਹ ਮਾਇਆ ਪ੍ਰਪੰਚ ਹੈ, ਇਹ ਕੁਦਰਤ ਨੇ ਇੱਕ ਐਸਾ ਪ੍ਰਪੰਚ ਰਚਿਆ ਹੈ, ਪਰ ਇੰਨਾ ਫਾਈਨ ਹੈ ਕਿ ਬੰਦੇ ਨੂੰ ਯਕੀਨ ਨਹੀਂ ਆਉਂਦਾ ਔਰ ਬੰਦਾ ਬੇਵਕੂਫ ਹੋ ਜਾਂਦਾ ਹੈ ਔਰ ਆਪਣੀ ਜ਼ਿੰਮੇਵਾਰੀਆਂ ਤੋਂ, ਆਪਣੀਆਂ ਰਿਸਪੌਂਸਿਬਿਲਿਟੀਆਂ ਤੋਂ ਭੱਜ ਜਾਂਦਾ ਹੈ। ਔਰ ਜਦੋਂ ਭੱਜ ਜਾਂਦਾ ਹੈ ਫਿਰ ਦੁਖੀ ਹੁੰਦਾ ਰਹਿੰਦਾ। ਫਿਰ ਉਹ ਇਹ ਜਿੱਦਾਂ ਧਰਤੀਆਂ ਪੈਦਾ ਹੁੰਦੀਆਂ ਨੇ, ਜੰਮਦੀਆਂ ਨੇ, ਮਰਦੀਆਂ ਨੇ, ਉਸੇ ਤਰ੍ਹਾਂ ਹੀ ਜੀਵ ਵੀ ਮਰੂਗਾ ਤੇ ਜੰਮੂਗਾ। ਪਰ ਜੇ ਕੋਈ ਭਗਤੀ ਕਰਦਾ ਤੇ ਫਿਰ ਕਹਿੰਦਾ ਉਹ ਅਸਥਿਰ ਹੋ ਜਾਂਦਾ। ਉਹਨੇ ਸਥਿਰ ਹੋ ਜਾਣਾ। ਸਥਿਰ ਦਾ ਮਤਲਬ ਕਿ ਮਰਨ ਜੰਮਣ ਖਤਮ ਹੋ ਗਿਆ, ਜੋਤੀ ਜੋਤ ਰਲੀ ਤੇ ਸੰਪੂਰਨ ਕੀਆ ਰਾਮ। ਬਿਲਕੁਲ ਹਾਂ, ਉਹ ਕਾਰਜ ਪੂਰਾ ਹੋ ਗਿਆ। ਬਿਲਕੁਲ ਸਹੀ। ਜਦੋਂ ਆਪਾਂ ਉਹ ਆਪਣਾ ਜੀਵਨ ਆਪਣਾ ਉੱਚਾ ਕਰਦੇ ਆ, ਤੁਸੀਂ ਥੋੜਾ ਜਿਹਾ ਹੀ ਹੱਥ ਪੱਲਾ ਮਾਰੋਗੇ ਤੇ ਕੁਦਰਤ ਮਦਦ ਕਰਨ ਆ ਜਿਹੜੀ ਆ। ਕੁਦਰਤ ਖੁਦ ਇੰਤਜ਼ਾਰ ਕਰਨ ਦੀ ਕਿ ਚਰਨਜੀਤ ਕਦੋਂ ਹੱਥ ਖੜਾ ਕਰਦੇ ਕਿ ਮੈਂ ਰੈਡੀ ਹਾਂ। ਪਰ ਚੰਦ ਲੋਕ ਹੁੰਦੇ ਨੇ, ਸਾਰੇ ਨਹੀਂ ਕੱਢਦੇ। ਔਖਾ ਮੈਂ ਕਹਾਂ ਬਹੁਤ ਔਖਾ ਕੰਮ, ਬੜਾ ਔਖਾ। ਦੇਣਾ ਬਹੁਤ ਔਖਾ, ਬੋਝੋਂ ਕੱਢ ਕੇ ਬਹੁਤ ਔਖਾ ਜੀ। ਹਾਂ, ਗੁਰਦੁਆਰੇ ਚੜਾ ਸਕਦੇ ਤੁਸੀਂ, ਮੰਦਿਰ 'ਚ ਜ਼ਰੂਰ ਚੜਾ ਸਕਦੇ, ਬਹੁਤ ਆਸਾਨ ਹੈ। ਉੱਥੇ ਲੰਗਰ ਲਾ ਸਕਦੇ ਜੋ, ਪਰ ਤੁਸੀਂ ਕਿਤੇ ਮਹੱਲੇ ਦੇ ਕਿਸੇ ਬੱਚੇ ਨੂੰ 400-500 ਰੁਪਏ ਮਹੀਨੇ ਦੀ ਫੀਸ ਨਹੀਂ ਦੇ ਸਕਦੇ। ਔਖਾ ਕੰਮ ਹੈ, ਬਹੁਤ ਜ਼ਿਆਦਾ ਔਖਾ। ਕਿਉਂਕਿ ਉੱਥੇ ਤੁਹਾਡੀ ਮਿਲਣਾ ਕੁਛ ਨਹੀਂ। ਉੱਥੇ ਤੁਹਾਨੂੰ ਦੁਨੀਆ ਵੇਂਦੀ ਹੈ ਦਾਨ ਕਰਦਿਆਂ ਨੂੰ। ਤੁਹਾਡੀ ਅਖਬਾਰ 'ਚ ਫੋਟੋ ਆ ਸਕਦੀ ਆ, ਜਿੱਥੇ ਗੁਆਂਢ 'ਚ ਦਿੱਤਾ ਕਿਸੇ ਨੂੰ ਪਤਾ ਨਹੀਂ। ਤੇ ਇਹ ਸੋ ਗੱਲਾਂ ਬਾਤਾਂ ਹੈਗੀਆਂ। ਠੀਕ ਹੈ ਜੀ ਸਾਹਿਬ, ਅੱਜ ਦੀ ਵਿਚਾਰ ਬਹੁਤ ਵਧੀਆ ਜੀ। ਹਾਂਜੀ, ਪਰ ਉੱਥੇ ਰੱਬ ਵੇਂਦਾ ਪਿਆ ਜੋ। ਬਿਲਕੁਲ ਸਹੀ ਗੱਲ ਹੈ। ਹਾਂ, ਠੀਕ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਹਾਂਜੀ। ਅੱਜ ਦੀ ਵਿਚਾਰ ਹੈ ਸਾਧ ਸੰਗਤ ਜੀ, ਥੋੜਾ ਤਵਾ ਲੱਗਾ ਵਾ ਜ਼ਿਆਦਾ ਤੇ ਧਿਆਨ ਦਿਆ ਕਰੋ, ਬਾਕੀ ਕੋਈ ਗੱਲ ਨਹੀਂ। ਨਹੀਂ, ਬਿਲਕੁਲ ਸਹੀ ਹੈ ਜੀ। ਜੇ ਪ੍ਰੈਕਟੀਕਲ ਚੀਜ਼ ਚਾਹੀਦੀ ਆਪਾਂ ਨੂੰ, ਗੋਰਖੀ ਸਾਹਿਬ, ਪ੍ਰੈਕਟੀਕਲ ਚੀਜ਼ ਚਾਹੀਦੀ ਹੈ, ਬਸ ਇੱਕੋ ਹੀ ਗੱਲ ਹੈ। ਬਹੁਤ ਵਧੀਆ। They want to stun? Okay.